All right. All right, welcome everyone. ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਸੋ ਮਚ ਫॉर ਜੁਆਇਨਿੰਗ। ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ that is totally based on trading psychology because ਸਭ ਤੋਂ ਜਿਹੜੀ ਮੇਨ ਇੰਪੋਰਟੈਂਟ ਚੀਜ਼ ਆ ਜਿਹੜੀ 90% ਜਿਹਦੇ ਕਰਕੇ ਲੋਕ ਫੇਲ ਹੁੰਦੇ ਆ ਉਹ ਹੈਗੀ ਟ੍ਰੇਡਿੰਗ ਸਾਈਕੋਲੋਜੀ। ਤੇ ਮੈਂ ਆਪਣੇ ਗਰੁੱਪ 'ਚ ਵੀ ਦੇਖਿਆ ਬੜੇ ਜਣੇ ਵਧੀਆ ਕਰ ਰਹੇ ਹੁੰਦੇ ਆ ਐਂਡ ਸਡਨਲੀ ਦੇ ਆਰ ਆਫ ਟਰੈਕ ਐਂਡ ਦੇ ਸਟਾਰਟ ਲੂਜ਼ਿੰਗ ਮਨੀ। ਸੋ ਉਹ ਚੀਜ਼ ਮੈਨੂੰ ਲੱਗਿਆ ਕੁਛ ਕਵਰ ਅਪ ਕਰਨ ਦੀਆਂ ਚੀਜ਼ਾਂ ਲੋੜ ਹੈਗੀ ਆ ਐਂਡ ਮੈਂ ਆਪਦੇ ਕੁਛ ਕੁ ਟ੍ਰੇਡ ਜਿਹੜੇ ਪੁਰਾਣੇ ਦੇਖੇ ਕਿ ਮੇਰੇ ਜੋ ਮਿਸਟੇਕ ਸੀਗੀਆਂ ਹਾਊ ਆਈ ਓਵਰਕੇਮ ਤੇ ਉਹ ਚੀਜ਼ਾਂ ਮੈਂ ਇਹਦੇ ਵਿੱਚ ਇਨਕਲੂਡ ਕੀਤੀਆਂ ਹੋਈਆਂ ਪਲੱਸ ਕੁਛ ਕੁ ਗੱਲਾਂ ਜਿਹੜੀਆਂ ਜ਼ਰੂਰੀ ਆ ਕੁਝ ਐਸੀ ਐਡਵਾਈਸ ਜਿਹੜੀ ਮੈਂ ਤੁਹਾਨੂੰ ਦੇ ਸਕਦਾ ਕਿਉਂਕਿ ਅਲਟੀਮੇਟਲੀ ਗਾਇਜ਼ ਇਹ ਇਦਾਂ ਦੀ ਚੀਜ਼ ਆ ਜਿਹੜੀ ਤੁਹਾਨੂੰ ਕੋਈ ਬਾਹਰੋਂ ਬੰਦਾ ਥੋੜੀ ਬਹੁਤ ਦੱਸ ਤਾਂ ਸਕਦਾ ਪਰ ਕਰਨੀ ਤੁਹਾਨੂੰ ਪੈਣੀ ਆ ਕਿਉਂਕਿ ਕੋਈ ਤੁਹਾਨੂੰ ਸਕਿੱਲ ਸਿਖਾ ਸਕਦਾ ਮੈਂ ਤੁਹਾਨੂੰ ਟੈਕਨੀਕਲਸ ਥੋੜੇ ਬਹੁਤ ਸਿਖਾ ਸਕਦਾ ਮੇਬੀ ਫੰਡਾਮੈਂਟਲਸ ਬਾਰੇ ਟਰਮੀਨੋਲੋਜੀ ਥੋੜੀ ਬਹੁਤ ਦੱਸ ਸਕਦਾ ਪਰ ਜਿਹੜੀ ਸਾਈਕੋਲੋਜੀ ਹੈ ਨਾ ਮਾਈਂਡਸੈਟ ਤੁਹਾਡਾ ਦਿਮਾਗ ਨਹੀਂ ਮੈਂ ਕੰਟਰੋਲ ਕਰ ਸਕਦਾ। ਜਿਹੜਾ ਬਟਨ ਤੁਸੀਂ ਕਲਿੱਕ ਕਰਨਾ ਉਹ ਮੇਰੇ ਹੱਥ 'ਚ ਨਹੀਂ ਹੈਗਾ ਤੁਹਾਡੇ ਹੱਥ 'ਚ ਹੀ ਆ ਪਰ ਕੁਝ ਐਸੇ ਵੇਜ਼ ਕੁਝ ਐਸੇ ਡਿਸਪਲਿਨ ਜਾਂ ਕੁਝ ਐਸੇ ਰੂਲਸ ਜਿਹੜੇ ਜ਼ਰੂਰੀ ਆ ਟ੍ਰੇਡਿੰਗ ਦੇ ਵਿੱਚ ਉਹਦਾ ਸੋ ਮੈਂ ਇੱਕ ਫਰੇਮਵਰਕ ਤਿਆਰ ਕੀਤਾ ਸੋ ਇਟ ਟੁਕ ਮੀ ਅਰਾਊਂਡ 6 to 7 ਆਵਰਸ ਸੋ ਮੈਨੂੰ ਬਹੁਤ ਉੱਤੇ ਟਾਈਮ ਲੱਗਿਆ ਚੀਜ਼ਾਂ ਕਰਨ ਦਾ ਕਿ ਆਹ ਚੀਜ਼ਾਂ ਆਪਾਂ ਕਵਰ ਅਪ ਕਰਨੀਆਂ ਸੋ ਜਸਟ ਇਹ ਕਹਿਣ ਦਾ ਮਤਲਬ ਆ ਕਿ ਮੈਂ ਉਹਦੇ ਤੇ ਮਿਹਨਤ ਕੀਤੀ ਆ ਸੋ ਉਹ ਚੀਜ਼ ਦੀ ਆਊਟਕਮ ਜੇ ਹਾਲੇ ਵੀ ਨਾ ਆਈ ਤਾਂ ਮਾੜੀ ਗੱਲ ਆ ਇਹ ਇੱਕ ਇੱਕ ਚੀਜ਼ ਨੂੰ ਧਿਆਨ ਨਾਲ ਸੁਣਿਓ ਬਹੁਤ ਇੰਪੋਰਟੈਂਟ ਜ਼ੂਮ ਸੈਸ਼ਨ ਆ ਐਂਡ ਆਈ ਐਮ ਸ਼ੋਰ ਇਟ ਵਿਲ ਬੀ ਹੈਲਪਫੁਲ ਫॉर एवरीवन ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝੋਗੇ ਉਹਦੀ ਪ੍ਰੈਕਟੀਕੈਲਿਟੀ ਸਮਝੋਗੇ ਕਿ ਇਹ ਕਿੰਨੀ ਕੁ ਚੀਜ਼ ਸੈਂਸਿਬਲ ਆ ਤੇ ਬਿਕੋਜ਼ ਆਪਾਂ ਟ੍ਰੇਡਿੰਗ ਰੀਅਲਿਸਟਿਕ ਇੱਕ ਪ੍ਰੋਫੈਸ਼ਨ ਬਣਾਉਣਾ ਰੀਅਲਿਸਟਿਕ ਕਰੀਅਰ ਬਣਾਉਣਾ ਸੋ ਉਹਦੇ ਬੇਸ ਤੇ ਆਪਾਂ A to Z ਅੱਜ ਕਵਰ ਅਪ ਕਰਾਂਗੇ ਕਿ ਰਿਸਕ ਨੂੰ ਕਿੱਦਾਂ ਮੈਨੇਜ ਕਰਨਾ ਜਦੋਂ ਲਾਸ ਹੁੰਦੇ ਆ ਉਦੋਂ ਆਪਾਂ ਡੋਰਵੇ ਕਿੱਦਾਂ ਲੱਭਣਾ ਕਿ ਇਸ ਚੀਜ਼ ਚੋਂ ਬਾਹਰ ਕਿੱਦਾਂ ਆਉਣਾ ਕਿ ਕਿਹੜਾ ਐਜ ਆ ਜਿੱਥੇ 90% ਲੋਕ ਜਿਹੜੇ ਇਸ ਪ੍ਰੋਫੈਸ਼ਨ 'ਚ ਪੈਸਾ ਲੂਜ਼ ਕਰਦੇ ਆ ਸੋ ਆਪਾਂ ਉਹ 90% ਤੋਂ ਹਟ ਕੇ 10% 'ਚ ਕਿੱਦਾਂ ਆਉਣਾ ਮੈਨੂੰ ਲੱਗਦਾ 90% ਵੀ ਘੱਟ ਆ ਸ਼ਾਇਦ 90 to 95% ਲੋਕ ਇਹਦੇ 'ਚ ਪੈਸਾ ਲੂਜ਼ ਕਰਦੇ ਆ ਐਂਡ ਅਲਟੀਮੇਟਲੀ ਦੇ ਕੁਇਟ ਸੋ ਅਸੀਂ ਉਹਨਾਂ ਤੋਂ ਹਟ ਕੇ ਕੁਝ ਅਲੱਗ ਕਰਨਾ ਸੋ ਕਿੱਦਾਂ ਕਰਨਾ ਆ ਉਹ ਚੀਜ਼ ਆਪਾਂ ਡਿਸਕਸ ਕਰਾਂਗੇ ਤੇ ਸਟਾਰਟ ਕਰਦੇ ਹਾਂ ਪਹਿਲਾਂ ਮੈਂ ਆਪਦੀ ਸਕਰੀਨ ਸ਼ੇਅਰ ਕਰੂੰਗਾ ਮੈਨੂੰ ਦੱਸਿਓ ਜਦੋਂ ਤੁਹਾਡੇ ਨਾਲ ਹੋਈ ਸਕਰੀਨ ਸ਼ੇਅਰ ਹੋ ਰਹੀ ਹੈ ਤੁਹਾਨੂੰ ਸਕਰੀਨ ਸ਼ੇਅਰ ਹਾਂਜੀ 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 ਹੋ ਰਹੀ ਹਾਂਜੀ ਓਕੇ ਸੋ ਟ੍ਰੇਡਿੰਗ ਸਾਈਕੋਲੋਜੀ ਜ਼ੂਮ ਕਲਾਸ ਆ ਰਿਹਾ ਨਾ ਇਹ ਲਿਖਿਆ ਪਹਿਲਾ ਸਲਾਈਡ ਜਿਹੜਾ ਹਾਂਜੀ ਭਾਜੀ ਨੋ ਓਕੇ ਇਸ਼ੂ ਦੈਟਸ ਗ੍ਰੇਟ ਠੀਕ ਹੈ ਜੀ ਥੈਂਕ ਯੂ ਓਕੇ ਸੋ ਟ੍ਰੇਡਿੰਗ ਸਾਈਕੋਲੋਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾ ਟੌਪਿਕ ਆ ਸੋ ਪਹਿਲੀ ਚੀਜ਼ ਹੈਗੀ ਆ ਟ੍ਰੇਡਰਸ ਆਰ ਰਿਸਪੌਂਸਿਬਲ ਫॉर ਆਲ ਡਿਸੀਜਨਸ ਗੁੱਡ ਔਰ ਬੈਡ ਸੋ ਤੁਸੀਂ ਕੋਈ ਵੀ ਡਿਸੀਜਨ ਲੈਂਦੇ ਆ ਡਿਸੀਜਨ ਸਾਡਾ ਕੀ ਹੁੰਦਾ ਜਸਟ ਕਲਿਕਿੰਗ ਆਫ ਬਟਨਸ ਪਰ ਉਹਦੀ ਕਲਿਕਿੰਗ ਆਫ ਬਟਨ ਆ ਨਾ ਉਹ ਸਾਡੀ ਪੂਰੀ ਇਹਦੇ 'ਚ ਕਾਈਂਡ ਆਫ ਲਾਈਫ ਡਿਫਾਈਨ ਕਰ ਸਕਦੀ ਆ ਸੋ ਉਹਦੇ ਉੱਤੇ ਬੇਸਡ ਹੁੰਦਾ ਕਿ ਤੁਸੀਂ ਕਿੱਦਾਂ ਦੇ ਟ੍ਰੇਡਰ ਬਣਨਾ ਤੁਹਾਡਾ ਪ੍ਰੋਫੈਸ਼ਨ ਪੂਰੀ ਲਾਈਫ ਦਾ ਕੀ ਹੋਊਗਾ ਸੋ ਜਿਹੜਾ ਉਹ ਡਿਸੀਜਨ ਆ ਉਹ ਬਟਨ ਕਲਿੱਕ ਕਰਨ ਦਾ ਉਹ ਤੁਹਾਡੇ ਹੱਥ 'ਚ ਆ ਇੰਡੀਪੈਂਡੈਂਟ ਇਹ ਪ੍ਰੋਫੈਸ਼ਨ ਆ ਤੁਹਾਨੂੰ ਕੋਈ ਫੋਰਸ ਨਹੀਂ ਕਰਦਾ ਇਹਦੇ ਵਿੱਚ ਤੁਹਾਨੂੰ ਕੋਈ ਆਊਟਸਾਈਡ ਫੋਰਸ ਨਹੀਂ ਹੁੰਦੀ ਜਿਹੜੀ ਤੁਹਾਨੂੰ ਕੰਪੈਲ ਕਰਦੀ ਕਿ ਆਹ ਕਰੋ ਜਾਂ ਆਹ ਨਾ ਕਰੋ ਸੋ ਪਹਿਲੀ ਜਿਹੜੀ ਚੀਜ਼ ਤੁਹਾਨੂੰ ਸਮਝਣ ਦੀ ਲੋੜ ਆ ਕਿ ਕੋਈ ਵੀ ਤੁਸੀਂ ਡਿਸੀਜਨ ਲੈਂਦੇ ਆ ਤੁਸੀਂ ਖੁਦ ਰਿਸਪੌਂਸਿਬਲ ਆ ਯੂ ਆਰ ਬਲੇਮਡ ਜੇ ਇਫ ਸਮਥਿੰਗ ਗੋਜ਼ ਰੋਂਗ ਸੋ ਜੇ ਮਾਰਕੀਟ ਦੇ ਵਿੱਚ ਕੁਝ ਵੀ ਹੁੰਦਾ ਹਨਾ ਉਹਦੇ ਲਈ ਮਤਲਬ ਜੋ ਮਾਰਕੀਟ ਜੋ ਵੀ ਤੁਹਾਡੇ ਨਾਲ ਕਰਦੀ ਹੈ ਉਹਦੇ ਲਈ ਤੁਸੀਂ ਰਿਸਪੌਂਸਿਬਲ ਆ ਮਾਰਕੀਟ ਨਹੀਂ ਰਿਸਪੌਂਸਿਬਲ ਹੈਗੀ ਕਿਉਂਕਿ ਮਾਰਕੀਟ ਨੇ ਅਲਟੀਮੇਟਲੀ ਕਿਸੇ ਦੇ ਇੱਕ ਬੰਦੇ ਦੇ ਕਹਿਣ ਤੇ ਨਹੀਂ ਚੱਲਣਾ ਹੈਗਾ ਸੋ ਤੁਹਾਨੂੰ ਮਾਰਕੀਟ ਦੇ ਅਕੋਰਡਿੰਗ ਚੱਲਣਾ ਪੈਣਾ ਵਾਈ 90% ਟ੍ਰੇਡਰਸ ਫੇਲ ਸੋ ਇਹ ਆਪਾਂ ਜਿਹੜੀ ਆ ਡਿਸਕਸ ਕਰਾਂਗੇ ਟ੍ਰੇਡਿੰਗ ਇਜ਼ ਐਨ ਇੰਡੀਪੈਂਡੈਂਟ ਬਿਜ਼ਨਸ ਸੋ ਦੇयर ਇਜ਼ ਨੋ ਸੈਟ ਆਫ ਰੂਲਸ ਸੌਰੀ ਐਕਚੁਅਲੀ ਇਹਨੂੰ ਥੋੜਾ ਜਿਹਾ ਮੂਵ ਕਰਦੇ ਹਾਂ ਸੋ ਦੇयर ਇਜ਼ ਨੋ ਸੈਟ ਆਫ ਰੂਲਸ ਰਿਸਪੌਂਸਿਬਿਲਿਟੀਜ਼ ਐਂਡ ਫਰੇਮਵਰਕ ਦੇਖੋ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਆ ਲੈਟਸ ਸੇ ਜਦੋਂ ਕੋਈ ਜੌਬ ਕਰਦੇ ਆ ਤੁਹਾਡੀਆਂ ਜੌਬ ਡਿਊਟੀਆਂ ਹੁੰਦੀਆਂ ਤੁਹਾਡੇ ਉੱਪਰ ਕੋਈ ਸੁਪਰਵਾਈਜ਼ਰ ਹੁੰਦਾ ਤੁਹਾਡੇ ਉੱਪਰ ਕੋਈ ਮੈਨੇਜਰ ਹੁੰਦਾ ਕੋਈ ਬੌਸ ਹੁੰਦਾ ਜਿਹੜਾ ਤੁਹਾਨੂੰ ਵਾਚ ਕਰਦਾ ਐਂਡ ਤੁਹਾਨੂੰ ਸਰਟਨ ਟਾਸਕ ਦਿੱਤੇ ਜਾਂਦੇ ਆ ਕਿ ਆਹ ਕੰਪਲੀਟ ਕਰਨੇ ਆ ਲੈਟਸ ਸੇ ਜੇ ਤੁਸੀਂ ਕੋਈ ਰੈਸਟੋਰੈਂਟ ਤੇ ਕੰਮ ਕਰਦੇ ਹੋ ਸੋ ਕੁੱਕ ਹੋ ਜਾਂ ਮੇਬੀ ਸੇਲਸ ਪਰਸਨ ਜਿਹੜੇ
ਫਰੰਟ ਡੈਸਕ ਤੇ ਕੰਮ ਕਰ ਰਹੇ ਹੋ। ਸੋ ਸਾਡਾ ਮੇਨ ਉਹਦੇ ਵਿੱਚ ਕੀ ਹੁੰਦਾ, ਜੌਬ ਕੀ ਹੁੰਦੀ ਕਿ ਕਸਟਮਰ ਡੀਲਿੰਗ ਕਰਨੀ ਹੈ, ਉਹਨਾਂ ਨੂੰ ਵਧੀਆ ਆਪਾਂ ਸਰਵਿਸ ਪ੍ਰੋਵਾਈਡ ਕਰਨੀ ਹੈ। ਜੇ ਤੁਸੀਂ ਨਹੀਂ ਕਰਦੇ, ਆਫ ਕੋਰਸ ਯੂ ਹੈਵ ਟੂ ਫੇਸ ਦ ਕੌਨਸੀਕੁਐਂਸਿਸ, ਮੇ ਬੀ ਤੁਹਾਨੂੰ ਇੱਕ ਅੱਧੀ ਵਾਰਨਿੰਗ ਮਿਲੂਗੀ, ਦੈਨ ਤੁਸੀਂ ਫਾਇਰ ਵੀ ਹੋ ਸਕਦੇ ਆ। ਪਰ ਐਜ਼ ਅ ਟਰੇਡਰ ਸਾਨੂੰ ਦੇਖਣ ਵਾਲਾ ਕੋਈ ਨਹੀਂ ਹੁੰਦਾ, ਐਂਡ ਦੈਟਸ ਦਾ ਪ੍ਰੋਬਲਮ। ਸਭ ਤੋਂ ਵੱਡੀ ਪ੍ਰੋਬਲਮ ਹੀ ਉੱਥੇ ਆਉਂਦੀ ਹੈ ਕਿ ਜੇ ਸਾਨੂੰ ਕੋਈ ਸੁਪਰਵਾਈਜ਼ ਕਰਨ ਵਾਲਾ ਹੋਏ ਨਾ, ਸਾਡੇ ਉੱਪਰ ਕੋਈ ਰਿਸਟ੍ਰਿਕਸ਼ਨ ਲੱਗੀ ਹੋਵੇ ਵੀ ਆਹ ਕੰਮ ਤੂੰ ਕਰਨਾ, ਇਹ ਤੋਂ ਬਾਹਰ ਨਹੀਂ ਜਾਣਾ, ਤਾਂ ਸ਼ਾਇਦ ਜਿਹੜਾ 90% ਵਾਲਾ ਏਰੀਆ ਨਾ, ਇਹ ਸ਼ਾਇਦ ਘਟੇ। ਪਰ ਇਹ ਪ੍ਰੋਬਲਮ ਇਹ ਆ ਕਿ ਜਿਹੜਾ ਟਰੇਡਿੰਗ ਆ, ਇਹ ਇੰਡੀਪੈਂਡੈਂਟ ਬਿਜ਼ਨਸ ਆ, ਸਾਨੂੰ ਦੇਖਣ ਵਾਲਾ ਕੋਈ ਨਹੀਂ, ਅਸੀਂ ਜੋ ਕਰਦੇ ਹਾਂ ਆਪਦੀ ਮਨਮਰਜ਼ੀ ਨਾਲ ਕਰਦੇ ਹਾਂ, ਤੇ ਜਿੱਥੇ ਮਨਮਰਜ਼ੀ ਚੱਲਦੀ ਆ ਉੱਥੇ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ। ਇਹ ਇੱਕ ਦੁਨੀਆ ਦਾ ਸਿਧਾਂਤ ਆ ਕਿ ਦੁਨੀਆ ਪੂਰੀ ਇੱਕ ਰੂਲਸ, ਸੈਟ ਆਫ ਰੂਲਸ ਦੇ ਵਿੱਚ ਚੱਲਦੀ ਹੈ, ਇੱਕ ਡਿਸਪਲਿਨ ਦੇ ਵਿੱਚ ਚੱਲਦੀ ਹੈ। ਜੇ ਡਿਸਪਲਿਨ ਨਾ ਹੋਵੇ ਤਾਂ ਕੁਝ ਵੀ ਨਹੀਂ। ਇਹ ਜਿਹੜੀ ਧਰਤੀ ਆ, ਸ਼ਾਇਦ ਇਹ ਵੀ ਇੱਥੇ ਵੀ ਲਾਈਫ ਪੋਸੀਬਲ ਨਹੀਂ ਹੈਗੀ, ਰਾਈਟ। ਤੇ so as a trader, your job is to prepare a framework that has set of rules and you know your daily task. So as a trader, ਤੁਹਾਡੀ job ਕੀ ਆ? ਤੁਹਾਡੀ job ਇਹ ਨਹੀਂ ਹੈਗੀ ਪੈਸੇ ਕਮਾਉਣੇ ਨਾ, ਤੁਹਾਡੀ job ਆ ਇੱਕ framework ਬਣਾਉਣਾ ਤੇ ਉਹ framework ਦੇ according ਚੱਲਣਾ, ਤਾਂ ਕਿ ਅਸੀਂ ਉਹ framework ਦੀ ਜਿਹੜੀ ਉਹਦੇ ਵਿੱਚ ਚੱਲ ਕੇ, ਉਸ ਪਾਥ ਦੇ ਨਾਲ ਚੱਲ ਕੇ ਜਿਹੜੀ ਸਾਨੂੰ ਆਊਟਕਮ ਆ ਉਹ ਵਧੀਆ ਮਿਲ ਸਕੇ। ਪਰ ਪ੍ਰੋਬਲਮ ਕਿੱਥੇ ਆਉਂਦੀ ਆ? ਅਸੀਂ ਜੋ ਟ੍ਰੇਡਿੰਗ ਸਟਾਰਟ ਕਰਦੇ ਨਾ, ਵੀ ਜਸਟ ਥਿੰਕ ਅਬਾਊਟ ਮਨੀ, ਕਿ ਬਟਨ ਨੱਪਣਾ ਪੈਸੇ ਬਣ ਜਾਣੇ। ਪਰ ਉਹ ਚੀਜ਼ ਨਹੀਂ। ਇਹ ਚੀਜ਼ ਨੂੰ ਥੋੜਾ ਜਿਹਾ ਨਾ, ਅੱਜ ਇਹ ਚੀਜ਼ ਮੰਨ ਕੇ ਚੱਲਿਓ ਕਿ ਅਸੀਂ ਪੈਸੇ ਬਾਰੇ ਸੋਚਣਾ ਹੀ ਨਹੀਂ ਹੈਗਾ। ਡੋਂਟ ਈਵਨ ਥਿੰਕ ਅਬਾਊਟ ਪ੍ਰੋਫਿਟਸ, ਕਿ ਤੁਸੀਂ ਟ੍ਰੇਡਿੰਗ ਪ੍ਰੋਫਿਟਸ ਲਈ ਕਰ ਰਹੇ ਹੋ, ਨਹੀਂ। ਟ੍ਰੇਡਿੰਗ ਇੱਕ ਬਿਜ਼ਨਸ ਮੰਨ ਕੇ ਚੱਲੋ ਕਿ ਮੈਂ ਇਸ ਬਿਜ਼ਨਸ ਦੇ ਵਿੱਚ ਇੱਕ ਨਵੇਂ ਪ੍ਰੋਫੈਸ਼ਨ ਦੇ ਵਿੱਚ ਆ ਰਿਹਾ। ਸੋ ਮੈਂ ਇੱਕ ਰੂਲਸ ਬਣਾਉਣੇ ਆ, ਸੈਟ ਆਫ ਰੂਲਸ ਬਣਾਉਣੇ ਆ, ਇੱਕ ਡਿਸਪਲਿਨ ਬਣਾਉਣਾ, ਇੱਕ ਐਸਾ ਫਰੇਮਵਰਕ ਤਿਆਰ ਕਰਨਾ ਜਿਹਦੇ ਵਿੱਚ ਮੈਨੂੰ ਜੇ ਨੌਲੇਜ ਹੈਗੀ ਆ, ਉਸ ਨੌਲੇਜ ਨੂੰ ਮੈਂ ਇੰਪਲੀਮੈਂਟ ਕਰਕੇ ਵਧੀਆ ਤਰੀਕੇ ਨਾਲ ਟ੍ਰੇਡਿੰਗ ਕਰਨੀ ਆ, ਐਂਡ ਉਹਦੇ ਆਊਟਕਮ ਡੈਫੀਨੇਟਲੀ ਤੁਹਾਨੂੰ ਮਿਲਣਗੇ। ਦੇयर ਇਜ਼ ਨੋ ਅਦਰ ਵੇ ਕਿ ਤੁਸੀਂ ਸਾਰਾ ਕੁਝ ਵਧੀਆ ਕਰ ਰਹੇ ਹੋ, ਤੁਹਾਨੂੰ ਆਊਟਕਮ ਨਹੀਂ ਮਿਲ ਰਹੇ। ਓਕੇ, ਆਲਰਾਈਟ। ਸੋ ਟ੍ਰੇਡਿੰਗ ਇਜ਼ ਅ ਚੈਲੰਜ। ਟ੍ਰੇਡਿੰਗ ਜਿਹੜਾ ਆ, ਇੱਕ ਪ੍ਰੋਵਰਬ ਵੀ ਬਣਿਆ ਹੋਇਆ, ਕੋਟ ਆ ਕਾਈਂਡ ਆਫ, ਕਿ ਟ੍ਰੇਡਿੰਗ ਇਜ਼ ਦ ਹਾਰਡੈਸਟ ਵੇ ਟੂ ਮੇਕ ਈਜ਼ੀ ਮਨੀ। ਹਾਰਡੈਸਟ ਵੇ ਇਸ ਕਰਕੇ ਆ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ, ਜ਼ਿਆਦਾਤਰ ਲੋਕ ਫੇਲ ਹੁੰਦੇ ਆ। ਈਜ਼ੀ ਮਨੀ ਕੀ ਆ? ਕਿ ਜੇ ਤੁਹਾਨੂੰ ਇਹ ਸਕਿੱਲ ਆ ਗਈ ਤਾਂ ਫਿਰ ਸਭ ਤੋਂ ਈਜ਼ੀ ਆ, ਯੂ ਜਸਟ ਨੀਡ ਅ ਲੈਪਟਾਪ, ਇੰਟਰਨੈਟ ਐਂਡ ਕੈਪੀਟਲ, ਨਥਿੰਗ ਐਲਸ। ਤੁਸੀਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਬੈਠੇ, ਤੁਹਾਨੂੰ ਆਹ 3 ਚੀਜ਼ਾਂ ਚਾਹੀਦੀਆਂ। ਪਰ ਗੱਲ ਇਹ ਹੈ, ਇੰਨਾ ਸੌਖਾ ਨਹੀਂ ਹੈਗਾ। ਸੋ ਹੁਣ ਆਉਂਦੀ ਆ ਕਿ ਜਿਹੜੇ ਬੰਦੇ ਨੂੰ ਚੈਲੰਜ ਲੈਣੇ ਪਸੰਦ ਆ, ਸੋ ਓਬਵੀਅਸਲੀ ਟ੍ਰੇਡਿੰਗ ਉਹਦੇ ਲਈ ਵਧੀਆ ਆ। ਐਂਡ ਅਲਟੀਮੇਟਲੀ ਜਿਹੜਾ ਚੈਲੰਜ ਨੂੰ ਪਾਰ ਕਰ ਗਿਆ, ਉਹ ਸਕਸੈਸਫੁਲ ਹੋਊਗਾ ਹੀ ਹੋਊਗਾ। ਸੋ ਇਫ ਯੂ ਆਰ ਅ ਪਰਸਨ ਹੂ ਲਵ challenges, you have higher chances of getting success in this field. So ਜੇ ਤੁਹਾਨੂੰ ਚੈਲੰਜ ਲੈਣੇ ਪਸੰਦ ਆ, ਡੈਫੀਨੇਟਲੀ ਤੁਹਾਨੂੰ ਸਕਸੈਸ ਮਿਲੂਗੀ। ਐਂਡ ਆਈ ਥਿੰਕ ਚੈਲੰਜ ਇਹਦੇ ਵਿੱਚ ਕੀ ਆ? ਚੈਲੰਜ ਇਹਦੇ ਵਿੱਚ ਇਹ ਨਹੀਂ ਹੈ ਕਿ ਟ੍ਰੇਡਿੰਗ ਸਿੱਖਣੀ ਕੋਈ ਔਖੀ ਗੱਲ ਨਹੀਂ ਹੈਗੀ। ਆਈ ਡੋਂਟ ਥਿੰਕ ਇਹਦੇ ਵਿੱਚ ਕੋਈ ਤੁਹਾਨੂੰ ਬਾਹਲਾ ਸਟੱਡੀ ਕਰਨਾ ਪੈਂਦਾ। ਤੁਹਾਨੂੰ ਬੇਸਿਕ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ, ਟੈਕਨੀਕਲਸ ਦਾ, ਫੰਡਾਮੈਂਟਲਸ ਦਾ। ਉਸ ਤੋਂ ਬਾਅਦ ਜੇ ਤੁਸੀਂ ਥੋੜਾ ਐਕਸਪੀਰੀਅੰਸ ਬਣਾਉਂਦੇ ਆ, ਐਂਡ ਉਹ ਚੀਜ਼ਾਂ ਕਲੀਅਰ ਆਊਟ ਹੋ ਜਾਂਦੀਆਂ। ਸਭ ਤੋਂ ਵੱਡਾ ਚੈਲੰਜ ਹੈਗਾ ਦਿਮਾਗ ਨੂੰ ਕੰਟਰੋਲ ਕਰਨਾ, ਐਂਡ ਉੱਥੇ ਲੋਕ ਜਿਹੜੇ ਲੂਜ਼ ਕਰਦੇ, ਕਿਉਂਕਿ ਯੂਜੂਅਲੀ ਕੀ ਹੁੰਦਾ, ਮੈਂ ਬੜੇ ਲੋਕ ਐਸੇ ਦੇਖੇ ਆ ਜਿਹਨਾਂ ਨੂੰ ਬੇਸਿਕ ਨੌਲੇਜ ਹੁੰਦੀ ਆ, ਵਧੀਆ ਹੁੰਦਾ, ਉਹਨਾਂ ਦਾ ਐਕਸਪੀਰੀਅੰਸ ਵੀ ਥੋੜਾ ਬਹੁਤਾ ਮਾਰਕੀਟ 'ਚ ਹੁੰਦਾ, ਪਰ ਉਹਨਾਂ ਦੀ ਸਾਈਕੋਲੋਜੀ ਇੰਨੀ ਕੁ ਵੀਕ ਹੁੰਦੀ ਆ ਵੀ ਕਦੇ ਉਹ ਕਿਤਾਬਾਂ ਪੜ੍ਹਨ ਲੱਗ ਜਾਂਦੇ ਆ, ਕਦੇ ਉਹ ਕੋਰਸ ਲੈਣ ਲੱਗ ਜਾਂਦੇ ਆ, ਕਦੇ ਉਹ YouTube ਵੀਡੀਓਜ਼ ਦੇਖਣ ਲੱਗ ਜਾਂਦੇ ਆ, ਪਰ ਉਹ ਆਪਦੇ ਇਹ ਚੀਜ਼ ਹੀ ਨਹੀਂ ਕਨਫੈਸ ਕਰ ਪਾਉਂਦੇ ਕਿ ਪ੍ਰੋਬਲਮ ਕਿੱਥੇ ਆ। ਪ੍ਰੋਬਲਮ ਹੁੰਦੀ ਉਹਨਾਂ ਦੇ ਮਾਈਂਡਸੈਟ 'ਚ। ਸੋ ਸਾਈਕੋਲੋਜੀ ਤੁਹਾਨੂੰ ਕੋਈ ਮੇਰੇ ਖਿਆਲ 'ਚ ਆਊਟਸਾਈਡ ਸੋਰਸ ਜਿਹੜੇ ਨਹੀਂ ਸਿਖਾ ਸਕਦੇ, ਸਿਰਫ ਉਹ ਗਾਈਡੈਂਸ ਦੇ ਸਕਦੇ ਆ। ਪਰ ਜਿਹੜੀ ਸਾਈਕੋਲੋਜੀ ਅੰਦਰੋਂ ਆਉਂਦੀ ਆ, ਉਹ ਤੁਹਾਡੇ ਅੰਦਰੋਂ ਹੀ ਪੈਦਾ ਹੋਣੀ ਹੈ। ਸੋ ਇਹ ਚੀਜ਼ ਨੂੰ ਪਹਿਲਾਂ ਮੰਨਣਾ ਸਿੱਖੋ ਕਿ ਜਿਹੜਾ ਸਭ ਤੋਂ ਵੱਡਾ ਚੈਲੰਜ ਆ, ਉਹ ਹੈਗਾ ਟ੍ਰੇਡਿੰਗ ਸਾਈਕੋਲੋਜੀ, ਮਾਸਟਰਿੰਗ ਟ੍ਰੇਡਿੰਗ ਸਾਈਕੋਲੋਜੀ। ਸੋ ਜਦੋਂ ਤੁਸੀਂ ਉਹਨੂੰ ਮਾਸਟਰ ਕਰ ਲਿਆ, ਉਸ ਦਿਨ ਤੋਂ ਤੁਸੀਂ ਸਕਸੈਸਫੁਲ ਹੋਣਾ ਸ਼ੁਰੂ ਹੋ ਜਾਓਗੇ। ਮੈਂ ਇਹ ਨਹੀਂ ਕਹਿੰਦਾ ਪ੍ਰੋਫਿਟ ਬਣਾਉਣੇ ਸ਼ੁਰੂ ਕਰ ਦੋਗੇ, ਨਹੀਂ। ਜੇ ਤੁਸੀਂ ਲਾਸ ਵੀ ਰੋਕ ਲਏ ਨਾ, ਆਪਦੇ ਡਿਸਪਲਿਨ ਬਣਾ ਲਿਆ, ਤੁਸੀਂ ਓਵਰ ਅ ਲੌਂਗ ਰਨ ਸਕਸੈਸਫੁਲ ਹੋ ਜਾਓਗੇ। ਸੋ ਹੁਣ ਆਉਂਦੀ ਆ ਕਿ ਗੱਲ ਬੈਸਟ ਅਪਰੋਚ ਕੀ ਆ। ਜੋ ਤੁਸੀਂ ਟ੍ਰੇਡਿੰਗ ਸਟਾਰਟ ਕਰਦੇ ਆ, ਇਹ ਸੋਚੋ ਕਿ ਟ੍ਰੇਡਿੰਗ ਤੁਸੀਂ ਕਿਉਂ ਸਟਾਰਟ ਕੀਤੀ ਸੀ। ਸੋ ਪਹਿਲਾਂ ਆਪਦੇ ਆਪ ਨੂੰ ਪੁੱਛੋ ਕਿ ਵਾਈ ਡਿਡ ਯੂ ਸਟਾਰਟ ਟ੍ਰੇਡਿੰਗ। ਪਹਿਲੀ ਚੀਜ਼ ਦਿਮਾਗ 'ਚੋਂ ਕੱਢ ਦਿਓ, ਥਰੋ ਅਵੇ ਦਾ ਆਈਡੀਆ ਟੂ ਰਿਪਲੇਸ ਯੂਰ ਜੋਬ। ਕਿਉਂਕਿ ਯੂਜਲੀ ਹੁਣ ਜਿੱਦਾਂ ਸੋਸ਼ਲ ਮੀਡੀਆ 'ਤੇ ਮੈਨੂੰ ਬਹੁਤ ਮੈਸੇਜ ਆਉਂਦੇ ਕਿ ਬਾਈ ਮੈਂ ਜੋਬ ਛੱਡਣੀ ਹੈ, ਮੈਂ ਟ੍ਰੇਡਿੰਗ ਕਰਨੀ ਚਾਹੁੰਦਾ। ਮੇਰਾ ਸਿੱਧਾ ਉਹਨਾਂ ਨੂੰ ਹੁੰਦਾ ਵੀ ਟ੍ਰੇਡਿੰਗ ਨਾ ਕਰੋ, ਡੂ ਸਮਥਿੰਗ ਐਲਸ। ਜੇ ਤੁਸੀਂ ਇਹ ਕਹਿ ਰਹੇ ਆ ਕਿ ਮੈਂ ਅੱਜ ਟ੍ਰੇਡਿੰਗ ਸਟਾਰਟ ਕਰਕੇ 2 ਮਹੀਨੇ ਬਾਅਦ ਜੋਬ ਛੱਡ ਦੂੰ, ਉਹ ਚੀਜ਼ ਤਾਂ ਹੋਣੀ ਨਹੀਂ। ਸੋ ਆਈ ਡੋਂਟ ਨੋ ਇਹੋ ਜਿਹੀ ਐਕਸਪੈਕਟੇਸ਼ਨ ਕਿੱਥੋਂ ਆਉਂਦੀਆਂ ਆ। ਪਰ ਜੇ ਤੁਸੀਂ ਇਹ ਸੋਚ ਕੇ ਚੱਲ ਰਹੇ ਹੋ ਕਿ ਤੁਹਾਡੀ 2 ਮਹੀਨੇ 6 ਮਹੀਨੇ ਜੋਬ ਰਿਪਲੇਸ ਹੋ ਜੂਗੀ, ਦੈਟਸ ਨਾਟ ਪੋਸੀਬਲ, ਰਾਈਟ। ਸੋ ਪਹਿਲੀ ਚੀਜ਼ ਕੀ ਆ, ਥਰੋ ਅਵੇ ਦਾ ਆਈਡੀਆ ਟੂ ਰਿਪਲੇਸ ਯੂਰ ਜੋਬ। ਦੈਟਸ ਦਾ ਵਰਸਟ ਅਪਰੋਚ
ਐਂਡ ਦੈਟਸ ਦਾ ਫਰਸਟ ਸਟੈਪ ਟੂ ਸਟਾਰਟ ਫੇਲਿੰਗ। ਜਿਸ ਦਿਨ ਤੁਸੀਂ ਇਸ ਚੀਜ਼ ਸੋਚਣ ਲੱਗ ਜਾਂਦੇ ਨਾ ਕਿ ਮੈਂ ਛੇਤੀ ਮੈਂ ਕੰਮ ਤੋਂ ਅੱਕਿਆ ਪਿਆ ਆ ਤੇ ਮੈਂ ਜੌਬ ਨੂੰ ਰਿਪਲੇਸ ਕਰਨਾ, ਸੋ ਮੈਂ ਟ੍ਰੇਡਿੰਗ ਸਟਾਰਟ ਕਰ ਲਾਂ, ਉਹ ਤੁਹਾਡਾ ਪਹਿਲਾ ਹੀ ਫੇਲੀਅਰ ਸਟੈਪ ਹੋ ਜਾਂਦਾ। ਤੇ ਆਇਰਨੀ ਆ, ਕਿਉਂਕਿ ਯੂਜਲੀ ਬੰਦਾ ਜਦੋਂ ਇਹ ਕੰਮ ਕਰਦਾ ਫਾਈਨੈਂਸ਼ੀਅਲ ਫਰੀਡਮ ਬਾਰੇ ਸੋਚਦਾ, ਪਰ ਟ੍ਰੇਡਿੰਗ ਦਾ ਅਪਰੋਚ ਜਿਹੜਾ ਨਾ ਉਹ ਸਾਡਾ ਕਿਤੇ ਨਾ ਕਿਤੇ ਉਹਦੇ 'ਚ ਗਲਤ ਹੋ ਜਾਂਦਾ। ਸੋ ਮੇਕ ਸ਼ੋਰ ਕਿ ਜਿਹੜਾ ਤੁਹਾਡੇ ਦਿਮਾਗ 'ਚ ਇਹ ਕੁਛ ਚੱਲ ਰਿਹਾ ਕਿ ਮੈਂ ਜੌਬ ਰਾਈਟ ਵੇ ਰਿਪਲੇਸ ਕਰ ਲੂੰਗਾ ਅੱਜ ਟ੍ਰੇਡਿੰਗ ਸਟਾਰਟ ਕਰਕੇ 6 ਮਹੀਨੇ ਬਾਅਦ ਜਾਂ ਮੇਬੀ 2 ਮਹੀਨੇ ਬਾਅਦ, ਉਹ ਚੀਜ਼ ਨਹੀਂ ਹੋਣੀ। ਇਟ ਵਿਲ ਟੇਕ ਸਮ ਟਾਈਮ। ਸੋ ਜਿਹੜਾ ਟਾਈਮ ਆ ਉਹ ਦੇਣਾ ਹੀ ਪੈਣਾ। ਜਿੱਥੇ 2 ਸਾਲ ਲੱਗਣੇ ਉੱਥੇ 2 ਸਾਲ ਹੀ ਲੱਗਣੇ ਆ, ਉਹਨੂੰ ਤੁਸੀਂ ਘਟਾ ਨਹੀਂ ਸਕਦੇ। Think like that. Market is coming hard on you to punish you and take away your money. ਜੋ ਤੁਸੀਂ ਟ੍ਰੇਡਿੰਗ ਸਟਾਰਟ ਕਰਨੀ ਹੈ ਨਾ, ਤੁਸੀਂ ਪ੍ਰੋਫਿਟ ਬਾਰੇ ਕਦੇ ਨਹੀਂ ਸੋਚਣਾ। ਤੁਸੀਂ ਇਹ ਚੀਜ਼ ਸੋਚਣੀ ਆ ਕਿ ਜਿਹੜੀ ਮਾਰਕੀਟ ਹੈ ਨਾ ਉਹਨੇ ਤੁਹਾਡੇ ਤੇ ਅਟੈਕ ਕਰਨਾ। ਸੋ ਐਜ਼ ਅ ਟ੍ਰੇਡਰ ਤੁਹਾਡਾ ਕੰਮ ਕਾਊਂਟਰ ਅਟੈਕ ਨਹੀਂ ਆ, ਤੁਹਾਡਾ ਕੰਮ ਡਿਫੈਂਡ ਕਰਨਾ। ਇਹ ਚੀਜ਼ ਨੂੰ ਜੇ ਦਿਮਾਗ ਦੇ ਵਿੱਚ ਪਾਲੋਗੇ ਤਾਂ ਕਦੇ ਵੀ ਪੈਸੇ ਲੂਜ਼ ਨਹੀਂ ਕਰੋਗੇ। ਜੋ ਤੁਸੀਂ ਟ੍ਰੇਡ 'ਚ ਐਂਟਰ ਕਰਦੇ ਆ, ਜਸਟ ਟਰਾਈ ਟੂ ਬੀ ਡਿਫੈਂਸਿਵ। ਟਰਾਈ ਟੂ ਬੀ ਡਿਫੈਂਸਿਵ ਕਿ ਮੇਰੇ ਪੈਸੇ ਜਿਹੜੇ ਆ ਇੰਨੇ ਹੀ ਲੂਜ਼ ਹੋਣੇ ਤੋਂ ਵੱਧ ਨਾ ਲੂਜ਼ ਹੋਣ। ਦੈਟਸ ਦਾ ਬੈਸਟ ਅਪਰੋਚ। ਪਰ ਅਸੀਂ ਕੀ ਕਰਦੇ ਆ, ਅਸੀਂ ਅਗਰੈਸਿਵ ਹੋ ਜਾਂਦੇ। ਜੇ ਟ੍ਰੇਡ ਲਾਸ 'ਚ ਜਾ ਰਿਹਾ, ਸਟਾਪ ਲਾਸ ਮੂਵ ਕਰਤਾ, ਉਹ 'ਚ ਡਬਲ ਐਡ ਕਰਤੇ ਪੈਸੇ। ਜੇ ਇੰਟਰਾਡੇ ਟ੍ਰੇਡ ਲਿਆ, ਉਹਨੂੰ ਸਵਿੰਗ ਦੇ ਵਿੱਚ ਹੋਲਡ ਕਰ ਲਿਆ। ਐਸੇ ਹੀ ਕੰਮ ਨਹੀਂ ਕਰਨੇ। ਟਰਾਈ ਟੂ ਡਿਫੈਂਡ ਯੂਰ ਕੈਪੀਟਲ। ਜੇ ਮੰਨ ਲਓ ਤੁਸੀਂ $100 ਰਿਸਕ ਤੇ ਲਗਾਇਆ ਨਾ ਪਰ ਟ੍ਰੇਡ, ਉਹਨੂੰ ਟਰਾਈ ਕਰੋ ਮੈਂ 80 ਕਿੱਦਾਂ ਕਰਨਾ, ਉਹਨੂੰ ਮੈਂ 50 ਕਿੱਦਾਂ ਕਰਨਾ, ਉਹਨੂੰ ਮਿਨੀਮਾਈਜ਼ ਕਰੀ ਜਾਓ ਰਿਸਕ ਨੂੰ। ਸੋ ਉਹ ਚੀਜ਼ ਦਿਮਾਗ ਦੇ ਵਿੱਚ ਕਿੱਦਾਂ ਰਾਈਜ਼ ਕਰਨੀ ਆ। ਜਦੋਂ ਤੁਸੀਂ ਟ੍ਰੇਡਿੰਗ ਡੈਸਕ ਤੇ ਬਹਿੰਦੇ ਆ, ਜਸਟ ਇਹ ਸੋਚੋ ਕਿ ਮੈਂ ਇੱਕ ਵਾਰ 'ਚ ਜਾ ਰਿਹਾ, ਇੱਕ ਜੰਗ ਲੱਗੀ ਹੋਈ ਆ, ਮਾਰਕੀਟ ਨੇ ਤੁਹਾਡੇ ਤੇ ਅਟੈਕ ਕਰਨਾ ਆ। ਮਾਰਕੀਟ ਵਿਲ ਟਰਾਈ ਟੂ ਕੰਟਰੋਲ ਓਵਰ ਯੂਰ ਕੈਪੀਟਲ। ਤੁਹਾਡੀ ਕੈਪੀਟਲ ਤੇ ਉਹਨੇ ਕੰਟਰੋਲ ਕਰਕੇ ਤੁਹਾਡੇ ਕੋਲ ਖੋਣੀ ਆ ਐਂਡ ਤੁਹਾਨੂੰ ਪਨਿਸ਼ ਕਰਨਾ। ਮਾਰਕੀਟ ਵਿਲ ਟਰਾਈ ਟੂ ਪਨਿਸ਼ ਯੂ ਐਂਡ ਟੇਕ ਯੂਰ ਮਨੀ ਅਵੇ। ਜਸਟ ਡਿਫੈਂਡ ਯੋਰਸੈਲਫ, ਡਿਫੈਂਡ ਯੂਰ ਕੈਪੀਟਲ। ਦੈਟ ਸ਼ੁੱਡ ਬੀ ਯੂਰ ਫਰਸਟ ਜੌਬ। ਠੀਕ ਹੈ ਜੀ, ਇਹਨੂੰ ਤੁਸੀਂ ਕੈਪਚਰ ਕਰ ਲੈਣਾ, ਤੁਹਾਡੇ ਪ੍ਰੋਫਿਟ ਅਲਟੀਮੇਟਲੀ ਬਣਨੇ ਸ਼ੁਰੂ ਹੋ ਹੀ ਜਾਣੇ ਆ। ਦੇਰ ਇਜ਼ ਨੋ ਅਦਰ ਵੇ ਕਿ ਨਹੀਂ ਬਣਨਗੇ। ਸੋ ਆਹ ਅਪਰੋਚ ਲੈ ਕੇ ਚੱਲੋਗੇ ਤਾਂ ਓਬਵੀਅਸਲੀ ਯੂ ਵਿਲ ਗੈਟ ਦ ਸਕਸੈਸ। ਉਸ ਤੋਂ ਬਾਅਦ ਗੱਲ ਆਉਂਦੀ ਆ ਗੈਟ ਰੈਡੀ ਫॉर ਲੌਸਸ। ਸੋ ਯੂਜਲੀ ਕੀ ਹੁੰਦਾ ਟ੍ਰੇਡਿੰਗ ਦੇ ਵਿੱਚ, ਇਸ ਕਰਕੇ ਨਹੀਂ ਲੋਕ ਫੇਲ ਹੁੰਦੇ ਕਿ ਉਹ ਪ੍ਰੋਫਿਟ ਨਹੀਂ ਬਣਾ ਪਾਉਂਦੇ। ਤੁਸੀਂ ਵੀ ਦੇਖਿਆ ਹੋਊਗਾ, ਬੜੇ ਲੋਕ ਇਸ ਚੀਜ਼ ਨਾਲ ਐਗਰੀ ਕਰਨਗੇ ਕਿ ਮੇਬੀ ਜੇ ਤੁਸੀਂ ਟ੍ਰੇਡਿੰਗ ਸਟਾਰਟ ਕੀਤੀ, ਤੁਹਾਡੇ 2-3 ਟ੍ਰੇਡ ਵਧੀਆ ਗਏ, 5 ਦਿਨ ਵਧੀਆ ਗਏ, ਤੁਸੀਂ $1000 ਬਣਾਇਆ, $2000 ਬਣਾਇਆ, ਬਟ ਦੈਨ ਕਮਸ ਦਾ ਵਨ ਸਿੰਗਲ ਡੇ ਜਾਂ ਵਨ ਸਿੰਗਲ ਟ੍ਰੇਡ ਜਿਹੜਾ ਸਾਰਾ ਕੁਝ ਲੁੱਟ ਕੇ ਲੈ ਗਿਆ। ਤੇ ਇਹ ਚੀਜ਼ ਹਰ ਇੱਕ ਨਾਲ ਹੁੰਦੀ ਆ। ਮੇਰੇ ਨਾਲ ਵੀ ਹੋਈ ਆ, ਇੱਥੇ ਬੜੇ ਟ੍ਰੇਡਰਸ ਬੈਠੇ ਆ ਜਿਨ੍ਹਾਂ ਨਾਲ ਹੋਈ ਆ। ਦੁਨੀਆ ਦੇ ਸਾਰੇ ਟ੍ਰੇਡਰ ਜਿਨ੍ਹਾਂ ਨੇ ਵੀ ਇਸ ਕਹਿ ਲਓ ਕਿ ਸਮੁੰਦਰ 'ਚ ਪੈਰ ਧਰਿਆ, ਸਾਰਿਆਂ ਨੂੰ ਗੋਤੇ ਖਾਣੇ ਪਏ ਆ। ਕਿਉਂਕਿ ਜਿਹੜਾ ਸਿੰਗਲ ਟ੍ਰੇਡ ਹੁੰਦਾ ਨਾ, ਉਹ ਪ੍ਰੋਬਲਮ ਕਿੱਥੇ ਕ੍ਰੀਏਟ ਕਰਦਾ, ਅਸੀਂ ਮੰਨਣ 'ਚ ਹੀ ਨਹੀਂ ਆਉਂਦੇ ਵੀ ਇੱਥੇ ਮੈਂ ਗਲਤ ਸੀਗਾ। ਲੈਟਸ ਸੇ ਜੇ ਮੈਂ $100 ਰਿਸਕ ਤੇ ਲਗਾਇਆ, ਮੇਰਾ 100 ਦਾ ਲਾਸ ਹੋ ਗਿਆ ਨਾ, ਮੈਂ ਚਾਹੇ ਜੋ ਮਰਜ਼ੀ ਹੋਏ ਮੈਂ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਨੀ ਹੀ ਕਰਨੀ ਹੈ। ਚਾਹੇ ਮੈਂ ਸੇਮ ਟ੍ਰੇਡ 'ਚ ਰਿਵੈਂਜ ਕਰਾਂ, ਚਾਹੇ ਮੈਂ ਅਗਲੇ ਟ੍ਰੇਡ 'ਚ ਰਿਵੈਂਜ ਕਰਾਂ। ਪਰ ਉਹ ਜਦੋਂ ਮੈਂ ਉਦੋਂ ਤੱਕ ਨਹੀਂ ਹਟਣਾ ਜਦੋਂ ਮੇਰਾ 100 ਜਿਹੜਾ 500 ਜਾਂ 600 700 ਜਿਹੜਾ ਲਾਸ ਨਹੀਂ ਹੋ ਕੇ ਫਿਰ ਮੈਂ ਮੱਥੇ ਤੇ ਹੱਥ ਮਾਰਦਾ ਯਾਰ ਆਹ ਕੀ ਕਰ ਲਿਆ ਮੈਂ। ਸੋ ਪ੍ਰੋਬਲਮ ਕਿੱਥੇ ਆਉਂਦੀ ਆ ਕਿ ਅਸੀਂ ਲਾਸ ਲਈ ਰੈਡੀ ਨਹੀਂ ਹੁੰਦੇ। ਸੋ ਐਜ਼ ਅ ਟ੍ਰੇਡਰ ਅੱਗੇ ਵੀ ਇੱਕ ਕੋਟ ਆਊਗਾ ਕਿ ਅ ਗੁੱਡ ਟ੍ਰੇਡਰ ਇਜ਼ ਅ ਗੁੱਡ ਲੂਜ਼ਰ। ਰਾਈਟ, ਥੋੜਾ ਫਨੀ ਲੱਗੂਗਾ ਸੁਣਨ ਨੂੰ ਵੀ ਇੱਕ ਗੁੱਡ ਟ੍ਰੇਡਰ ਜਿਹੜਾ ਗੁੱਡ ਲੂਜ਼ਰ ਕਿੱਦਾਂ ਹੋ ਸਕਦਾ। ਗੁੱਡ ਲੂਜ਼ਰ ਦਾ ਮਤਲਬ ਕੀ ਆ ਕਿ ਇੱਕ ਜਿਹੜਾ ਵਧੀਆ ਟ੍ਰੇਡਰ ਆ, ਹੀ ਨੋਜ਼ ਹਾਊ ਟੂ ਫੇਲ। ਉਹਨੂੰ ਪਤਾ ਹੈ ਕਿ ਮੈਂ ਲਾਸ ਕਿੱਦਾਂ ਲੈਣੇ ਆ ਐਂਡ ਦੈਟਸ ਦਾ ਕੀ। ਸੋ ਜਦੋਂ ਤੁਸੀਂ ਟ੍ਰੇਡਿੰਗ ਸਟਾਰਟ ਕਰਨੀ ਆ, ਜਦੋਂ ਤੁਸੀਂ ਇਹਦੇ ਵਿੱਚ ਪੈਰ ਰੱਖਣਾ ਆ, ਮੇਕ ਸ਼ੋਰ ਜੌਬ ਰਿਪਲੇਸ ਕਰਨ ਵਾਲੇ ਆਈਡੀਆ ਤਾਂ ਛੱਡ ਦਿਓ। ਸਿੰਪਲ ਆ, ਗੈਟ ਰੈਡੀ ਫॉर ਦ ਲਾਸ। ਲਾਸ ਹੋਣੇ ਆ, ਲਾਸ ਇਨਐਵਿਟੇਬਲ ਆ। ਤੁਹਾਨੂੰ ਮਹੀਨੇ ਦੇ ਵਿੱਚ 22 ਦਿਨ ਹੁੰਦੇ ਟ੍ਰੇਡਿੰਗ ਦੇ, 22 ਦੇ 22 ਗ੍ਰੀਨ ਨਹੀਂ ਮਿਲਣੇ। ਮੇ ਵੀ ਲੱਕ ਹੋਊਗਾ ਤੁਹਾਡਾ, ਇੱਕ ਅੱਧਾ ਮੰਥ ਹੋ ਸਕਦਾ 22 ਦੇ 22 ਦਿਨ ਵੀ ਗ੍ਰੀਨ ਚੱਲ ਜਾਣ। ਪਰ ਜੇ ਸਾਲ ਦੇ 250 ਟ੍ਰੇਡਿੰਗ ਡੇਜ਼ ਹੁੰਦੇ, 252 ਟ੍ਰੇਡਿੰਗ ਡੇਜ਼ ਹੁੰਦੇ ਆ, ਤੁਹਾਨੂੰ ਸਾਲ ਦੇ ਕਹੋ ਮੈਨੂੰ ਇੱਕ ਦਿਨ ਜਿਹੜਾ ਹੈ ਗ੍ਰੀਨ ਦੇ ਕੇ ਜਾਏ, ਦੈਟਸ ਨਾਟ ਗੋਨਾ ਹੈਪਨ, ਇੰਪੋਸੀਬਲ ਆ। ਸੋ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਮੇਨ ਪੁਆਇੰਟ ਆਉਂਦਾ, ਗੈਟ ਰੈਡੀ ਫॉर ਲੌਸਸ। ਇਹਦੇ ਲਈ ਰੈਡੀ ਰਹੋ। ਸੋ ਅਗਲਾ ਪੁਆਇੰਟ ਆਉਂਦਾ ਐਜ਼ ਅ ਹਿਊਮਨ ਵੀ ਕੈਨ ਨਾਟ ਐਕਸੈਪਟ ਲੌਸਸ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਦੋਂ ਸਾਨੂੰ ਕੋਈ ਲਾਸ ਹੁੰਦਾ ਨਾ, ਸਾਨੂੰ ਪੇਨ ਹੁੰਦੀ ਆ, ਤੇ ਜਦੋਂ ਸਾਨੂੰ ਪੇਨ ਹੁੰਦੀ ਹੈ ਨਾ, ਸਾਨੂੰ ਉਹਦੇ 'ਚ ਇਮੋਸ਼ਨਸ ਆਉਂਦੀਆਂ। ਇਮੋਸ਼ਨਸ ਕਿਹੜੀਆਂ ਆਉਂਦੀਆਂ? ਗੁੱਸੇ ਵਾਲੀਆਂ, ਰਿਵੈਂਜ ਵਾਲੀਆਂ। ਲੈਟਸ ਸੇ ਤੁਹਾਨੂੰ ਕੋਈ ਧੱਕਾ ਮਾਰਦਾ, ਮੁੱਕਾ ਮਾਰਦਾ ਜਾਂ ਮੇ ਵੀ ਥੱਪੜ ਮਾਰਦਾ, ਤੁਸੀਂ ਉਹਦੇ ਵਾਪਸ ਥੱਪੜ ਮਾਰਦੇ ਆ ਜਾਂ ਉਹਨੂੰ ਗਾਲਾਂ ਕੱਢਦੇ ਆ। ਸੋ ਉਹ ਕਿਉਂ ਆਉਂਦੀਆਂ? ਬਿਕੋਜ਼ ਉਹ ਇਮੋਸ਼ਨ ਰਾਈਜ਼ ਹੁੰਦੀਆਂ ਰਿਵੈਂਜ ਦੀਆਂ। ਸੇਮ ਚੀਜ਼ ਟ੍ਰੇਡਿੰਗ 'ਚ ਹੁੰਦੀ ਆ। ਜੋ ਤੁਹਾਨੂੰ ਲਾਸ ਹੁੰਦੇ ਆ, ਮਾਰਕੀਟ ਤੁਹਾਨੂੰ ਧੱਕੇ ਮਾਰਦੀ ਆ, ਥੱਪੜ ਮਾਰਦੀ ਆ, ਮੁੱਕੇ ਮਾਰਦੀ ਆ, ਤੁਸੀਂ ਟਰਾਈ ਕਰਦੇ ਆ ਉਹਨੂੰ ਵਾਪਸ ਮਾਰਨ ਦੀ। ਉਹ ਚੀਜ਼ ਨਹੀਂ ਤੁਸੀਂ ਕਰਨੀ।
ਸੋ ਜਿਹੜਾ ਆਪਣਾ ਹਿਊਮਨ ਕਰੈਕਟਰ ਹੈ ਨਾ ਉਹ ਨਹੀਂ ਇੱਥੇ ਸ਼ੋਅ ਕਰਨਾ ਤੁਸੀਂ ਇੱਥੇ ਬਦਲੇ ਲੈਣ ਨਹੀਂ ਆਏ ਹੈਗੇ, ਰਾਈਟ। ਸੋ ਪਹਿਲੀ ਜਿਹੜੀ ਚੀਜ਼ ਆ, ਐਜ਼ ਅ ਹਿਊਮਨ ਵੀ ਕੈਨ ਨਾਟ ਐਕਸੈਪਟ ਲੌਸਿਸ, ਬਟ ਐਜ਼ ਅ ਟਰੇਡਰ we have to eliminate this human thing from us। ਹੈ ਆਪਾਂ ਇਨਸਾਨ, ਪਰ ਜਿਹੜੀ ਇਨਸਾਨ ਵਾਲੀ ਫੀਲਿੰਗ ਹੈ ਨਾ ਉਹ ਖਤਮ ਕਰਨੀ ਪੈਣੀ ਆ ਜੇ ਮਾਰਕੀਟ ਦੇ ਵਿੱਚ ਸਕਸੈਸਫੁਲ ਹੋਣਾ। ਇਨਸਾਨ ਵਾਲੀ ਫੀਲਿੰਗ ਕੀ ਆ? ਆਲ ਦੋਜ਼ ਇਮੋਸ਼ਨ ਜਿਹੜੀਆਂ ਮੈਂ ਤੁਹਾਨੂੰ ਹੁਣੇ ਦੱਸੀਆਂ, ਰਿਵੈਂਜ ਦੀਆਂ, ਪੇਨ ਦੀਆਂ। ਜਿਹੜੀ ਲਾਸ ਆ, ਜਸਟ ਟੇਕ ਇਟ ਐਜ਼ ਅ ਲੈਸਨ ਕਿ ਓਕੇ ਅੱਜ ਮੈਂ ਪਲਾਨ ਕੀਤਾ ਸੀ, ਨਹੀਂ ਪਲਾਨ ਚੱਲਿਆ ਕੋਈ ਨਾ, ਕੱਲ ਫੇਰ ਮਾਰਕੀਟ ਓਪਨ ਹੋਣੀ ਹੈ, ਕੱਲ ਸਹੀ, ਕੱਲ ਨਹੀਂ ਚੱਲਿਆ ਪਰਸੋਂ ਸਹੀ, ਹਫਤਾ ਲਾਸ ਚੱਲ ਜੂਗਾ ਕੋਈ ਚੱਕਰ ਨਹੀਂ, ਪਲਾਨ ਦੇ ਅਕੋਰਡਿੰਗ ਲਾਸ ਹੋਇਆ ਕਦੇ ਰਿਗਰੈਟ ਨਹੀਂ ਹੋਊਗਾ, ਪਰ ਜੇ ਗਲਤੀ ਕਰ ਲਈ ਰਿਗਰੈਟ ਹੋਣਾ ਹੀ ਹੋਣਾ। ਓਕੇ, ਅਗਲਾ ਜਿਹੜਾ ਪੁਆਇੰਟ ਆਉਂਦਾ ਆ, ਇੱਕ ਮਿੰਟ ਥੋੜਾ ਇਹਨੂੰ ਮੈਂ ਨਾ ਸਾਈਡ ਤੇ ਮੂਵ ਕਰ ਲਾਂ। ਅਗਲਾ ਪੁਆਇੰਟ ਆਉਂਦਾ, ਇਨ ਟ੍ਰੇਡਿੰਗ ਯੂ ਕੈਨ ਨਾਟ ਬੀ ਲਿਟਲ ਬੈਟਰ ਦੈਨ ਐਵਰੇਜ, ਯੂ ਹੈਵ ਟੂ ਬੀ ਫਾਰ ਬੈਟਰ ਦੈਨ ਦ ਬੈਸਟ ਆਊਟ ਦੇਅਰ। ਸੋ ਆਹ ਐਂਡਰਿਊ ਜ਼ੀਜ਼, ਸਾਰਿਆਂ ਨੂੰ ਪਤਾ ਹੋਣਾ, ਵਨ ਆਫ ਦ ਫੇਮਸ ਟ੍ਰੇਡਰਸ। ਸੋ ਉਹਨੇ ਆਪਦੇ ਇੱਕ ਆਰਟੀਕਲ 'ਚ ਲਿਖਿਆ ਸੀਗਾ ਕਿ ਟ੍ਰੇਡਿੰਗ ਦੇ ਵਿੱਚ ਤੁਸੀਂ ਸਿਰਫ ਐਵਰੇਜ ਤੋਂ ਬੈਟਰ ਨਹੀਂ ਹੋ ਸਕਦੇ। ਸੋ ਜਿੱਦਾਂ ਕੋਈ ਵੀ ਕਲਾਸ ਹੁੰਦੀ ਆ, ਮੰਨ ਲਓ ਤੁਸੀਂ ਸਾਰੇ ਸਕੂਲ ਦੇ ਵਿੱਚ ਗਏ ਹੋਵੋਗੇ, ਕਾਲਜ ਦੇ ਵਿੱਚ ਗਏ ਹੋਵੋਗੇ, ਕਿੱਦਾਂ ਹੁੰਦਾ, ਟੌਪਰ ਹੁੰਦੇ ਆ, ਦੈਨ ਮਿਡਲ ਵਾਲੇ ਹੁੰਦੇ ਆ ਜਿਨ੍ਹਾਂ ਦੇ ਐਵਰੇਜ, ਟੌਪਰ ਹੁੰਦੇ ਜਿਹੜੇ 85+ 90+ % ਜਿਹੜੇ ਲੈਂਦੇ ਆ, ਰਾਈਟ, ਜਿਹਨਾਂ ਪਤਾ ਹੁੰਦਾ ਵੀ ਓਕੇ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਤੱਕ ਇਹਨਾਂ ਨੇ ਟੌਪ ਕਰਨਾ, ਐਂਡ ਉਹ ਕਦੇ ਵੀ ਆਪਦੀ ਪੋਜੀਸ਼ਨ ਛੱਡਦੇ ਨਹੀਂ ਹੈਗੇ। 3-4 ਜਣੇ ਹੁੰਦੇ ਜਿਹੜੇ ਮੇ ਬੀ 1 2 3 ਪੋਜੀਸ਼ਨ ਤੇ ਰਹਿੰਦੇ ਆ। ਉਸ ਤੋਂ ਬਾਅਦ ਆਉਂਦੇ ਜਿਹੜੇ ਮਿਡਲ ਵਾਲੇ ਹੁੰਦੇ, ਉਹਨਾਂ ਸ਼ਫਲਿੰਗ ਕਾਫੀ ਚੱਲਦੀ ਰਹਿੰਦੀ ਆ। ਉਹ ਹੁੰਦੇ ਜਿਹੜੇ 60% 70% 50% ਤੇ ਰਹਿੰਦੇ। ਉਸ ਤੋਂ ਬਾਅਦ ਆਉਂਦੇ ਜਿਹੜੇ ਕੰਡੇ ਤੇ ਪਾਸ ਹੋਣ ਵਾਲੇ ਹੁੰਦੇ ਆ, 33% ਕਦੇ ਉਹ ਫੇਲ ਹੋ ਜਾਂਦੇ ਆ, ਕਦੇ ਉਹ 30% ਤੇ ਰਹਿ ਜਾਂਦੇ ਆ। ਪਰ ਟ੍ਰੇਡਿੰਗ ਦੇ ਵਿੱਚ ਕੀ ਪ੍ਰੋਬਲਮ ਆ, ਟ੍ਰੇਡਿੰਗ ਦੇ ਵਿੱਚ ਜਿਹੜਾ ਮਿਡਲ ਸੈਕਸ਼ਨ ਆ ਨਾ ਉਹ ਹੈਗਾ ਹੀ ਨਹੀਂ ਆ। ਈਦਰ ਯੂ ਆਰ ਔਨ ਟੌਪ ਔਰ ਯੂ ਆਰ ਅ ਲੂਜ਼ਰ, ਦੈਟਸ ਇਟ। ਸੋ ਐਂਡਰਿਊ ਜ਼ੀਜ਼ ਕੀ ਕਹਿੰਦਾ, in trading you cannot be little better than average। so ਇੱਥੇ sorry ਮੈਨੂੰ credit ਨਹੀਂ ਦਿੱਤਾ, actually I should have given the credit of this line, so this belongs to Andrew Aziz। so ਕੀ ਕਹਿੰਦਾ, in trading you cannot be little better than average, you have to be far better than the best out there। so ਜਿਹੜੇ best ਕਰ ਰਹੇ ਨਾ ਉਹਨਾਂ ਤੋਂ ਹੀ ਉੱਪਰ ਹੋਣਾ ਪੈਣਾ ਜੇ ਤੁਸੀਂ ਟ੍ਰੇਡਿੰਗ ਦੇ ਵਿੱਚ ਵੱਡੀ ਮੂਵ ਕੈਪਚਰ ਕਰਨੀ ਆ। ਇਹ ਸਾਰਾ ਕੁਝ ਕਿੱਥੋਂ ਆਉਂਦਾ? ਜਸਟ ਮਾਈਂਡਸੈਟ ਤੋਂ, ਹੋਰ ਕੁਝ ਨਹੀਂ ਹੈਗਾ। ਤੁਹਾਨੂੰ ਮੈਂ honestly ਦੱਸ ਰਿਹਾ, there is no magic strategy, nothing else, just psychology। ਉਸ ਤੋਂ ਬਾਅਦ ਆਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ, it is impossible for you to make money every day in the market। ਸੋ ਟ੍ਰੇਡਿੰਗ ਬਾਕੀ ਪ੍ਰੋਫੈਸ਼ਨਸ ਨਾਲੋਂ, ਬਾਕੀ ਬਿਜ਼ਨਸ ਨਾਲੋਂ, ਬਾਕੀ ਜੌਬਸ ਦੇ ਨਾਲੋਂ ਕਿਉਂ ਡਿਫਰੈਂਟ ਆ? ਕਿਉਂਕਿ ਤੁਸੀਂ ਜੋ ਕੋਈ ਮੰਨ ਲਓ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹੋ, ਤੁਹਾਨੂੰ ਪਤਾ 8 ਘੰਟੇ ਦੀ ਸ਼ਿਫਟ ਆ, ਮੈਨੂੰ ਐਟ ਦੀ ਐਂਡ ਪੇ ਚੈੱਕ ਮਿਲਣਾ, ਮਹੀਨੇ ਬਾਅਦ ਮਿਲਣਾ, ਮੰਥਲੀ ਬਾਈ ਵੀਕਲੀ ਮਿਲਣਾ, ਜਦੋਂ ਵੀ ਆ, ਰਾਈਟ। ਤੁਹਾਨੂੰ ਪਤਾ ਕਿ ਜਿਹੜੇ ਮੇਰੇ 8 ਘੰਟੇ ਕੰਮ ਕੀਤੀ ਦੀ ਆਊਟਕਮ ਮੈਨੂੰ ਮਿਲਣੀ ਆ। ਪਰ ਟ੍ਰੇਡਿੰਗ 'ਚ ਇੱਦਾਂ ਨਹੀਂ ਹੈਗਾ। ਟ੍ਰੇਡਿੰਗ 'ਚ ਜਦੋਂ ਤੁਸੀਂ ਸਵੇਰੇ ਉੱਠ ਕੇ ਬੈਠਦੇ ਆ, ਤੁਹਾਨੂੰ ਇਹ ਨਹੀਂ ਪਤਾ ਕਿ ਪੈਸੇ ਲੂਜ਼ ਹੋਣੇ ਆ ਜਾਂ ਫਿਰ ਆਉਣੇ ਆ। ਸੋ ਤੁਹਾਡਾ ਮੇਨ ਮੋਟਿਵ ਉਹਦੇ ਵਿੱਚ ਕੀ ਹੁੰਦਾ ਕਿ ਜਸਟ ਪਲਾਨ ਕਰਕੇ ਟ੍ਰੇਡ ਕਰਨਾ। ਮੈਨੂੰ ਆਊਟਕਮ ਬਾਰੇ ਇਹਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਹੈਗੀ ਕਿ ਆਊਟਕਮ ਕੀ ਆਉਂਦੀ ਆ, ਕਿਉਂਕਿ ਅਸੀਂ ਆਊਟਕਮ ਦੇ ਬੇਸ ਦੇ ਉੱਪਰ ਡਿਸੀਜ਼ਨ ਲੈ ਲੈਂਦੇ ਆ। ਪਰ ਸਾਨੂੰ ਲੈਣਾ ਕਿਹਦੇ ਤੇ ਚਾਹੀਦਾ? ਜਿਹੜੇ ਐਫਰਟਸ ਅਸੀਂ ਪਾ ਰਹੇ ਹਾਂ, ਜਿਹੜੀ ਪਲਾਨ ਅਸੀਂ ਕਰ ਰਹੇ ਹਾਂ, ਉਹਦੇ ਬੇਸ ਤੇ ਡਿਸੀਜ਼ਨ। ਕਿ ਮੇਰਾ ਕਿਤੇ ਪਲਾਨ ਤਾਂ ਨਹੀਂ ਸੀ ਗਲਤ ਹੈਗਾ, ਕਿ ਇੱਥੇ ਜੋ ਮੈਂ ਐਫਰਟ ਪਾਏ ਕਿਤੇ ਉਹਨਾਂ 'ਚ ਤਾਂ ਨਹੀਂ ਸੀ ਕਮੀ ਹੈਗੀ। ਪਰ ਅਸੀਂ ਡਿਸੀਜ਼ਨ ਕਾਹਦੇ ਬੇਸ ਤੇ ਲੈਂਦੇ ਹਾਂ ਕਿ ਓਕੇ ਯਾਰ ਅੱਜ $250 ਦਾ ਲਾਸ ਹੋ ਗਿਆ, ਇਹ ਬਣਾਉਣਾ ਕੱਲ। ਸੋ ਮੇ ਬੀ ਅੱਜ ਜਿੱਥੇ ਮੈਂ 100 ਸ਼ੇਅਰ ਟ੍ਰੇਡ ਕਰ ਰਿਹਾ, ਕੱਲ ਮੈਂ 200 ਕਰ ਲੈਣੇ। ਸੋ ਜਿਹੜਾ $250 ਦਾ ਲਾਸ ਆ, ਮੈਂ ਅਗਲੇ ਦਿਨ 500 ਦਾ ਕਰਾ ਲੈਣਾ। ਸੋ ਆਊਟਕਮ ਉਹ ਨਹੀਂ ਮੈਟਰ ਕਰਦੀ। ਤੁਹਾਡੇ ਹੱਥ 'ਚ ਕੀ ਆ? ਐਫਰਟ ਤੇ ਪਲੈਨਿੰਗ। ਆਊਟਕਮ ਕੀ ਕਿਹਦੇ ਹੱਥ 'ਚ ਆ? ਮਾਰਕੀਟ ਦੇ ਆ। ਸੋ ਮਾਰਕੀਟ ਨੇ ਤੁਹਾਨੂੰ ਰਿਵਾਰਡ ਦੇਣਾ। ਸੋ ਆਹ ਚੀਜ਼ ਆ, ਇਟ ਇਜ਼ ਇੰਪੋਸੀਬਲ for you to make money every day in the market। ਇਹ ਚੀਜ਼ਾਂ ਯਾਦ ਰੱਖ ਲਿਓ। ਉਸ ਤੋਂ ਬਾਅਦ ਗੱਲ, ਜਿੱਦਾਂ ਮੈਂ ਤੁਹਾਨੂੰ ਦੱਸਿਆ, there is no magic strategy, right। ਤੇ ਆਹ ਇਹਦੇ ਵਿੱਚ ਮੈਂ ਆਹ ਚੀਜ਼ ਇੱਕ ਦਿਨ ਮੈਂ ਇੰਸਟਾਗ੍ਰਾਮ ਤੇ ਪਾਈ ਹੋਈ ਸੀਗੀ। ਸੋ a trader with a simple plan and no indicators can beat a trader with no plan and tons of indicators। so usually ਕੀ ਹੁੰਦਾ, ਲੋਕ ਨਾ ਬਾਰ-ਬਾਰ ਲਾਸ ਲਈ ਜਾਂਦੇ ਆ, ਬਾਰ-ਬਾਰ ਲਾਸ ਲਈ ਜਾਂਦੇ ਆ, ਐਂਡ ਦੈਨ ਦੇ ਟਰਾਈ ਟੂ ਫਾਈਂਡ ਆਊਟ ਸਮ ਇੰਡੀਕੇਟਰਸ ਜਾਂ ਕੋਈ ਮੈਜਿਕ ਸਟ੍ਰੈਟਜੀ। ਉਹ ਸਾਰਾ ਸੋਸ਼ਲ ਮੀਡੀਆ ਫਰੋਲ ਮਾਰਦੇ ਆ, YouTube ਫਰੋਲ ਮਾਰਦੇ ਆ, ਉਹਨਾਂ ਨੂੰ ਕੁਛ ਨਹੀਂ ਮਿਲਦਾ। ਅਲਟੀਮੇਟਲੀ ਦੇ ਆਰ ਫੈਡ ਅਪ। ਐਂਡ ਕੋਈ ਬੰਦਾ ਜੇ ਵਧੀਆ ਕਰ ਰਿਹਾ, ਉਹਨੂੰ ਮੈਸੇਜ ਕਰਨਗੇ ਬਈ ਆਪਦੀ ਸਟ੍ਰੈਟਜੀ ਦੱਸ। ਕੋਈ ਸਟ੍ਰੈਟਜੀ ਨਹੀਂ ਹੁੰਦੀ। ਕਿਸੇ ਨੂੰ ਪੁੱਛ ਲਓ, ਕੋਈ ਸਟ੍ਰੈਟਜੀ ਨਹੀਂ ਹੁੰਦੀ। ਜਸਟ ਦੇयर ਆਰ ਡਿਫਰੈਂਟ ਵੇਜ਼ ਹਾਊ ਯੂ ਟ੍ਰੇਡ। ਕਿਸੇ ਨੂੰ ਸਕੈਲਪਿੰਗ ਵਧੀਆ ਲੱਗਦੀ ਆ, ਕਿਸੇ ਨੂੰ ਥੋੜਾ ਲੌਂਗ ਹੋਲਡ ਕਰਨਾ ਵਧੀਆ ਲੱਗਦਾ, ਕਿਸੇ ਨੂੰ ਸਵਿੰਗ ਟ੍ਰੇਡਿੰਗ ਵਧੀਆ ਲੱਗਦੀ ਆ। ਪਰ ਜੇ ਤੁਸੀਂ ਕਹੋ ਸਟ੍ਰੈਟਜੀ, ਸਾਈਕੋਲੋਜੀਕਲ ਸਟ੍ਰੈਟਜੀ, there is nothing like that। ਇਹ ਗੱਲ ਪੱਲੇ ਬੰਨ ਲਓ। ਸੋ
ਕੋਈ ਇੰਡੀਕੇਟਰ ਸਿੰਪਲ ਗੱਲ ਆ, ਤੁਹਾਨੂੰ ਮੈਂ ਦੱਸਦਾ 2 ਹਫ਼ਤੇ ਸਾਰੇ ਇੰਡੀਕੇਟਰ ਚੱਕ ਦਿਓ ਆਪਦੇ ਚਾਰਟਸ ਤੋਂ A to Z ਸਾਰੇ ਇੰਡੀਕੇਟਰ ਚੱਕ ਦਿਓ, ਕੁਛ ਤੁਸੀਂ ਯੂਜ਼ ਨਹੀਂ ਕਰਨਾ, ਸਿਰਫ ਇੱਕ VWAP ਰੱਖੋ ਜਿਹੜਾ ਮਿਡਲ ਚਾਰਟ ਇੰਡੀਕੇਟਰ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਕਿੱਧਰ ਨੂੰ ਵੀਕਨੈਸ ਜ਼ਿਆਦੇ ਆ ਜਾਂ ਸਟਰੈਂਥ ਜ਼ਿਆਦੇ ਆ, ਕਿਉਂਕਿ ਉਹ ਮਿਡਲ ਚਾਰਟ ਇੰਡੀਕੇਟਰ ਉਹਦੇ ਉੱਪਰ ਮਤਲਬ ਥੋੜਾ ਬੁਲਿਸ਼ ਆ, ਉਹਦੇ ਥੱਲੇ ਮਤਲਬ ਬੇਰਿਸ਼ ਆ। ਇਹ ਤੋਂ ਇਹੀ ਪਤਾ ਲੱਗਦਾ ਦੇਰ ਇਜ਼ ਨਥਿੰਗ ਕਿ ਉਹ VWAP ਬੜਾ ਕੋਈ ਮੈਜਿਕ ਆ, ਕੁਛ ਨਹੀਂ ਹੈਗਾ, ਜਸਟ ਇੱਕ ਲਾਈਨ ਆ। ਬਾਕੀ ਸਾਰੇ ਇੰਡੀਕੇਟਰ ਚੱਕ ਦਿਓ, ਸਿੰਪਲ ਪਲਾਨ ਕਰੋ ਆਪਦਾ ਟ੍ਰੇਡ ਕਿਵੇਂ ਕਿੱਥੇ ਲੈਣਾ, ਲੈਵਲਸ ਨੋਟ ਡਾਊਨ ਕਰੋ, ਕਿੱਥੇ ਸਪਲਾਈ ਡਿਮਾਂਡ ਜ਼ੋਨ ਆ, ਕਿੱਥੇ ਸਪੋਰਟ ਰੈਜ਼ਿਸਟੈਂਸ ਆ, ਉਹਦੇ ਉੱਪਰ ਟ੍ਰੇਡ ਲੈਣੇ ਸਿੱਖੋ। ਦੈਟਸ ਇਟ। ਤੁਹਾਨੂੰ ਉਹਦੇ ਵਿੱਚ ਹੀ ਪਤਾ ਲੱਗ ਜਾਊਗਾ ਕਿ ਮੈਂ ਕਿੱਥੇ ਕਿੱਥੇ ਗਲਤੀਆਂ ਕਰ ਰਿਹਾ ਸੀਗਾ। ਜਦੋਂ ਉਹ ਗਲਤੀਆਂ ਐਲੀਮੀਨੇਟ ਹੋ ਗਈਆਂ, ਡੈਫੀਨੇਟਲੀ ਮੋਮੈਂਟਮ ਬਣਨਾ ਸ਼ੁਰੂ ਹੋ ਜਾਊਗਾ। ਓਕੇ, ਸੋ ਹੁਣ ਗੱਲ ਆਉਂਦੀ ਆ ਕਿ ਪਲਾਨ ਕਰਨਾ, ਐਗਜ਼ੀਕਿਊਟ ਕਰਨਾ। ਠੀਕ ਹੈ ਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਪਲਾਨ ਯੂਰ ਟ੍ਰੇਡ, ਐਗਜ਼ੀਕਿਊਟ ਯੂਰ ਪਲਾਨ। ਜਿਹੜਾ ਪਲਾਨ ਕੀਤਾ ਸਿਰਫ ਉਹੀ ਐਗਜ਼ੀਕਿਊਟ ਕਰਨਾ, ਪਲਾਨ ਤੋਂ ਬਾਹਰ ਨਹੀਂ ਜਾਣਾ ਹੈਗਾ। ਜਿਹੜੀਆਂ ਤੁਹਾਡੀਆਂ ਜੌਬ ਡਿਊਟੀਜ਼ ਆ ਜਸਟ ਉਹੀ ਕਰਨੀਆਂ। ਡੂ ਨਾਟ ਫੋਕਸ ਟੂ ਮਚ ਔਨ ਦਾ ਆਊਟਕਮ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਆਊਟਕਮ ਦੇ ਉੱਪਰ ਜ਼ਿਆਦਾ ਫੋਕਸ ਨਹੀਂ ਕਰਨਾ ਕਿ ਮੇਰੇ ਕਿੰਨੇ ਡਾਲਰ ਬਣ ਗਏ। ਦੈਟਸ ਦਾ ਵਰਸਟ ਪਾਰਟ, ਜਿੱਥੇ ਸਾਨੂੰ ਪ੍ਰੋਬਲਮ ਆਉਂਦੀ ਆ। ਸੋ ਦੈਟਸ ਨਾਟ ਇਨ ਯੂਰ ਹੈਂਡ। ਜੇ ਡਾਲਰ ਬਣਨੇ ਆਪਣੇ ਹੱਥ 'ਚ ਹੁੰਦੇ ਮਾਰਕੀਟ, ਤਾਂ ਸ਼ਾਇਦ ਹਰ ਕੋਈ ਬੰਦਾ ਅਮੀਰ ਹੁੰਦਾ, ਪਰ ਮਾਰਕੀਟ ਨੇ ਤੁਹਾਨੂੰ ਕੀ ਦੇਣਾ, ਦੈਟਸ ਨਾਟ ਇਨ ਯੂਰ ਹੈਂਡ। ਸੋ ਉਹਨੂੰ ਆਪਦੇ ਹੱਥ 'ਚ ਕਰਨ ਦੀ ਟਰਾਈ ਵੀ ਨਾ ਕਰੋ। Your job was to put the right trade, your 100% job is done. ਜਦੋਂ ਤੁਸੀਂ ਆਪਦਾ ਰਾਈਟ ਟ੍ਰੇਡ ਪਲੇਸ ਕਰਤਾ, ਜਦੋਂ ਤੁਸੀਂ ਆਪਦੇ ਪਲਾਨ ਦੇ ਅਕੋਰਡਿੰਗ ਬਟਨ ਕਲਿੱਕ ਕਰਤਾ, ਤੁਹਾਡੀ 100% ਜੌਬ ਡਨ ਹੋ ਗਈ। ਯੂ ਡਿਡ ਗ੍ਰੇਟ। ਆਊਟਕਮ ਬਾਰੇ ਨਾ ਸੋਚੋ, ਤੁਹਾਡਾ ਉੱਥੇ ਕੰਮ ਖਤਮ ਹੋ ਗਿਆ। ਦੈਟਸ ਇਟ। ਠੀਕ ਹੈ ਜੀ। ਹੁਣ ਅੱਗੇ ਆ, ਐਪਰੀਸ਼ੀਏਟ ਯੋਰਸੈਲਫ ਡੇਲੀ ਇਫ ਯੂ ਟ੍ਰੇਡ ਅਕੋਰਡਿੰਗ ਟੂ ਯੂਰ ਪਲਾਨ। ਸੋ ਹਮੇਸ਼ਾ ਨਾ ਜਦੋਂ ਤੁਸੀਂ ਪਲਾਨ ਬਣਾਉਂਦੇ ਆ, ਪਲਾਨ ਦੇ ਨਾਲ ਐਗਜ਼ੀਕਿਊਟ ਕਰਦੇ ਆ, ਆਪਦੀ ਬੈਕ ਤੇ ਪੈਟ ਕਰੋ ਕਿ ਓਕੇ ਵੈਲ ਡਨ, ਗੁੱਡ ਜੌਬ। ਐਪਰੀਸ਼ੀਏਟ ਕਰੋ ਆਪਦੇ ਆਪ ਨੂੰ। ਪਰ ਪ੍ਰੋਬਲਮ ਕਿੱਥੇ ਆਉਂਦੀ ਆ? ਪ੍ਰੋਬਲਮ ਇੱਥੇ ਆਉਂਦੀ ਆ, ਆਹ ਵਾਲੀ ਅਗਲੀ ਲਾਈਨ, ਡੂ ਨਾਟ ਸੈਲੀਬ੍ਰੇਟ ਔਰ ਰਿਗਰੈਟ ਦਾ ਰਿਜ਼ਲਟਸ, ਸੈਲੀਬ੍ਰੇਟ ਯੋਰ ਡਿਸਿਪਲਿਨ ਐਂਡ ਯੋਰ ਐਫਰਟਸ। ਅਸੀਂ ਕੀ ਕਰਦੇ ਹਾਂ, ਜੇ ਮੰਨ ਲਓ ਵਧੀਆ ਟ੍ਰੇਡ ਬਣ ਰਿਹਾ ਨਾ ਆਪਣਾ, ਲੈਟਸ ਸੇ $1000 ਬਣਿਆ। $1000 ਕਿੱਦਾਂ ਬਣਿਆ ਆ? ਕੋਈ ਟ੍ਰੇਡ ਨਾ ਉੱਪਰ ਜਾ ਰਿਹਾ ਸੀ, ਮੇਰੀ ਉਹ ਪਲਾਨ 'ਚ ਨਹੀਂ ਸੀਗਾ, ਵਾਚ ਲਿਸਟ ਨਹੀਂ ਸੀਗਾ। ਮੈਂ ਕੀ ਕੀਤਾ, ਉੱਪਰ ਜਾਂਦੇ 'ਚ ਐਂਟਰੀ ਮਾਰੀ, ਉਹਨੇ ਮੈਨੂੰ $1000 ਬਣਾ ਕੇ ਦੇ ਦਿੱਤਾ ਐਂਡ ਮੈਂ ਤਾੜੀਆਂ ਮਾਰ ਰਿਹਾ, ਵਾਹ ਵੈਲ ਡਨ ਵੈਲ ਡਨ। ਉੱਥੇ ਪ੍ਰੋਬਲਮ ਆਉਂਦੀ ਆ, ਕਿਉਂਕਿ ਅੱਜ ਤਾਂ ਮੈਂ ਉਹ ਕੰਮ ਕਰ ਲਿਆ, 100 ਚੋਂ 5 ਵਾਰੀ ਤੁਹਾਡਾ ਇਹ ਕੰਮ ਚੱਲ ਜੂਗਾ, ਪਰ 95 ਵਾਰੀ ਤੁਸੀਂ ਇਹਦੇ 'ਚ ਲੂਜ਼ ਕਰੋਗੇ। ਸੋ ਅਸੀਂ ਉਹ ਚੀਜ਼ਾਂ ਸੈਲੀਬ੍ਰੇਟ ਕਰਨ ਲੱਗ ਜਾਂਦੇ ਜਿੱਥੇ ਸਾਡੇ ਤੁੱਕੇ ਲੱਗਦੇ ਆ, ਰਾਈਟ। ਐਂਡ ਉਹ ਚੀਜ਼ਾਂ ਜੋ ਸੈਲੀਬ੍ਰੇਟ ਕਰਦੇ ਆ, ਫਿਰ ਮਿਸਟੇਕਸ ਹੁੰਦੀਆਂ ਹੀ ਹੁੰਦੀਆਂ। ਸੋ ਉਹ ਚੀਜ਼ ਨੂੰ ਕਦੇ ਵੀ ਆਪਦੇ ਜਿਹੜੇ ਪਲਾਨ ਕੀਤੇ ਆ ਉਹਨਾਂ ਨੂੰ ਜਦੋਂ ਤੁਸੀਂ ਐਗਜ਼ੀਕਿਊਟ ਕਰਦੇ ਆ, ਸਿਰਫ ਉਹਨੂੰ ਹੀ ਐਪਰੀਸ਼ੀਏਟ ਕਰੋ, ਆਪਦੇ ਆਪ ਨੂੰ ਸ਼ਾਬਾਸ਼ੀ ਦਿਓ। ਚਾਹੇ ਲਾਸ ਵੀ ਹੋਇਆ ਨਾ, ਕੋਈ ਚੱਕਰ ਨਹੀਂ। ਜੇ ਪਲਾਨ ਦੇ ਅਕੋਰਡਿੰਗ ਲਾਸ ਹੋਇਆ, ਉਹ ਵੀ ਤੁਹਾਡੀ ਵਿਨ ਆ ਅਲਟੀਮੇਟਲੀ। ਸੋ ਇਹ ਚੀਜ਼ ਨੂੰ ਹਮੇਸ਼ਾ ਧਿਆਨ ਰੱਖੋ, ਬਹੁਤ ਇੰਪੋਰਟੈਂਟ ਲਾਈਨ ਆ। ਐਪਰੀਸ਼ੀਏਟ yourself daily if you trade according to the plan। ਜੋ ਪਲਾਨ ਬਣਾਇਆ ਉਹਦੇ ਅਕੋਰਡਿੰਗ ਹੀ ਟ੍ਰੇਡ ਕਰਨਾ। ਓਕੇ, ਅਗਲਾ ਪਾਰਟ, ਲੈਟਸ ਬੀ ਪ੍ਰੈਕਟੀਕਲ। ਸੋ ਇਹ ਵੀ ਇਹ ਮਾਈਕ ਬਹਿਰ ਦੀ ਲਾਈਨ ਆ। ਇਹਨੂੰ ਥੋੜਾ ਜਿਹਾ ਮੈਂ ਇੱਕ ਮਿੰਟ ਇੱਧਰ ਕਰ ਲੈਣਾ। ਸੋ ਹੁਣ ਆਪਾਂ ਥੋੜੀ ਨਾ ਪ੍ਰੈਕਟੀਕੈਲਿਟੀ ਸਮਝਦੇ ਆ ਟ੍ਰੇਡਿੰਗ ਦੇ ਵਿੱਚ ਕੀ ਹੁੰਦਾ ਆ। ਸੋ ਮਾਈਕ ਬੇਹਰ, ਉਹਨੇ ਆਪਦੇ ਆਰਟੀਕਲ 'ਚ ਲਿਖਿਆ ਸੀਗਾ, 90% ਆਫ ਦਾ ਪ੍ਰੋਫਿਟਸ ਕਮ ਫਰੋਮ ਓਨਲੀ 20% ਆਫ ਦਾ ਟ੍ਰੇਡਸ। ਬੜੀ ਡੈਪਥ ਵਿੱਚ ਉਹਨੇ ਲਾਈਨ ਕਹੀ ਹੈ, ਧਿਆਨ ਨਾਲ ਸੁਣਿਓ। ਜੇ ਕੋਈ ਸਕਸੈਸਫੁਲ ਟ੍ਰੇਡਰ ਹੈ ਨਾ, ਆਪਣੇ ਗਰੁੱਪ 'ਚ ਵੀ ਬਹੁਤ ਵਧੀਆ ਕਰ ਰਹੇ ਐਂਡ ਆਪਣੇ ਹੁਣ ਜ਼ੂਮ ਸੈਸ਼ਨ 'ਚ ਵੀ ਹੈਗੇ ਆ, ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਆ। ਜਿੰਨੇ ਵੀ 90% ਪ੍ਰੋਫਿਟ ਹੁੰਦੇ ਆ, ਲੈਟਸ ਸੇ ਜੇ ਕਿਸੇ ਨੇ 10,000 ਪ੍ਰੋਫਿਟ ਬਣਾਇਆ ਨਾ, ਉਸ 10,000 ਦਾ 90% ਮਤਲਬ 10,000 ਚੋਂ 9,000 ਜਿਹੜੇ ਬਣੇ ਆ ਨਾ, ਉਹਦੇ ਥੋੜੇ ਟ੍ਰੇਡਸ ਚੋਂ ਬਣੇ ਹੋਣਗੇ। ਮਤਲਬ ਜੇ ਉਹਨੇ 100 ਟ੍ਰੇਡ ਲਿਆ ਨਾ, ਉਹ ਸਿਰਫ 20 ਟ੍ਰੇਡ ਦੇ ਵਿੱਚੋਂ ਉਹਨੇ 9,000 ਬਣਾਇਆ। ਬਾਕੀ ਜਿਹੜੇ ਟ੍ਰੇਡ ਆ ਦੇਖੋ ਅਗਲੀ ਲਾਈਨ ਦੇ ਵਿੱਚ ਸਮਝ ਆ ਜਾਊਗਾ। ਇਨ ਏ ਗੁੱਡ ਟ੍ਰੇਡਰਸ ਪੋਰਟਫੋਲੀਓ, majority of the trades will be either small loss or break even. Positive PNL is the result of few big wins. So ਆਹ ਇੰਪੋਰਟੈਂਟ ਲਾਈਨ ਆ ਸਭ ਤੋਂ ਸ਼ਾਇਦ ਇਸ ਆਪਣੇ ਜ਼ੂਮ ਸੈਸ਼ਨ ਦੀ। ਪੋਜ਼ਿਟਿਵ PNL is the result of few big wins। ਇਹਦਾ ਇੱਕ ਵਰਡ ਇੰਪੋਰਟੈਂਟ ਆ। ਪੋਜ਼ਿਟਿਵ PNL ਮਤਲਬ ਸਕਸੈਸ, is the result of few big wins, ਮਤਲਬ every trade win ਕਰਨਾ is impossible। ਜਿਹੜੀਆਂ ਇੱਥੇ ਆ ਗਿਆ ਨਾ ਵਰਡ few big wins, ਇਹਦਾ ਮਤਲਬ ਕੀ ਆ? ਜਿਹੜੇ ਵੀ ਵਿਨਿੰਗ ਜਾਂਦੇ ਆ ਉਹ ਬਹੁਤ ਵੱਡੇ ਜਾਂਦੇ ਆ। ਬਾਕੀ ਦੇ ਵਿੱਚ ਸਾਡਾ ਕੰਮ ਕੀ ਆ? ਕੈਪੀਟਲ ਬਚਾਉਣੀ, ਛੋਟੇ ਲਾਸ ਲੈਣੇ ਜਾਂ ਬ੍ਰੇਕ ਈਵਨ ਕਲੋਜ਼ ਕਰਨੇ। ਦੈਟ ਇਜ਼ ਇਟ। ਸੋ ਜਿਹੜੀ ਇੱਕ ਕੀ ਲਾਈਨ ਆ ਉਹ ਆਹ ਆ, ਬਹੁਤ ਇੰਪੋਰਟੈਂਟ ਆ। ਆਪਦੇ ਚਾਹੇ ਟ੍ਰੇਡਿੰਗ ਡੈਸਕ ਤੇ ਵੀ ਲਿਖ ਲਓ ਕਿ ਜਿਹੜਾ ਪੋਜ਼ਿਟਿਵ PNL ਉਹ ਤਾਂ ਹੀ ਆਊਗਾ ਜੇ ਤੁਹਾਡੇ
ਥੋੜੇ ਟ੍ਰੇਡ ਵੱਡੇ ਵਿਨ ਜਾਣਗੇ। ਸੋ ਇੱਥੇ ਮਾਈਕ ਬੇਹਰ ਕਹਿੰਦਾ ਕਿ 90% ਆਫ ਦਾ ਜਿਹੜੇ ਪ੍ਰੋਫਿਟ ਆ ਉਹ ਸਿਰਫ 20% ਆਫ ਟ੍ਰੇਡਸ 'ਚ ਆਉਂਦੇ ਆ। ਸੋ ਦੈਟ ਮੀਨਸ ਕਿ ਜਿਹੜੇ ਇਵਨ ਸਕਸੈਸਫੁਲ ਟ੍ਰੇਡਰ ਆ ਉਹਨਾਂ ਦੇ ਵੀ ਹਰ ਇੱਕ ਟ੍ਰੇਡ ਜਿਹੜਾ ਉਹ ਗ੍ਰੀਨ ਨਹੀਂ ਹੁੰਦਾ। ਦੈਟਸ ਇੰਪੋਸੀਬਲ। ਸੋ ਇਹ ਤੋਂ ਆਊਟਕਮ ਕੀ ਨਿਕਲ ਕੇ ਆਉਂਦੀ ਆ? ਸੋ ਸਟਾਪ ਟਰਾਈਂਗ ਟੂ ਮੇਕ ਮਨੀ ਫਰਮ ਐਵਰੀ ਸਿੰਗਲ ਟ੍ਰੇਡ। ਸੋ ਜਿਹੜਾ ਤੁਸੀਂ ਮੋਟਿਵ ਲੈ ਕੇ ਚੱਲ ਰਹੇ ਹੋ ਨਾ ਕਿ ਮੈਂ ਹਰ ਇੱਕ ਟ੍ਰੇਡ ਦੇ ਵਿੱਚ ਜਿਹੜਾ ਗ੍ਰੀਨ ਰਹਿਣਾ, ਹਰ ਇੱਕ ਟ੍ਰੇਡ ਦੇ ਵਿੱਚ ਮੈਂ ਪ੍ਰੋਫਿਟ ਬਣਾਉਣਾ, ਉਸ ਮੋਟਿਵ ਨੂੰ ਛੱਡ ਦਿਓ। ਸੋ ਹੁਣੇ ਛੱਡ ਦੋਗੇ ਅੱਜ ਤੋਂ ਸਕਸੈਸ ਮਿਲ ਜੂਗੀ, ਜੇ ਸਾਲ ਬਾਅਦ ਛੱਡੋਗੇ ਸਾਲ ਬਾਅਦ ਮਿਲੂਗੀ। ਸੋ ਟਾਈਮ ਨਿਕਲਦਾ ਜਾਣਾ ਤੁਹਾਡੇ ਹੱਥ 'ਚ ਆ। ਇੱਥੇ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ 'ਚ ਗੱਲ ਕਹੀ ਸੀਗੀ, ਏ ਗੁੱਡ ਟ੍ਰੇਡਰ ਇਜ਼ ਅ ਗੁੱਡ ਲੂਜ਼ਰ। ਸੋ ਆਹ ਜਿਹੜੀ ਸਾਰੀਆਂ ਲਾਈਨਸ ਆ ਇਹ ਲਗਭਗ ਆਉਂਦੀਆਂ ਮਾਈਕ ਬੇਹਰ ਦੇ ਆਰਟੀਕਲ 'ਚੋਂ। ਸੋ ਅ ਗੁੱਡ ਟ੍ਰੇਡਰ ਇਜ਼ ਅ ਗੁੱਡ ਲੂਜ਼ਰ। ਜਿਹੜਾ ਇੱਕ ਵਧੀਆ ਟ੍ਰੇਡਰ ਆ, ਹੀ ਨੋਜ਼ ਹਾਊ ਟੂ ਲੂਜ਼ ਮਨੀ, ਹੀ ਨੋਜ਼ ਹਾਊ ਟੂ ਹੈਂਡਲ ਦੈਟ ਰਾਈਟ ਲਾਸਿਸ। ਪਰ ਜਿਹੜਾ ਇੱਕ ਬੈਡ ਟ੍ਰੇਡਰ ਆ ਉਹਦੇ ਵਿਨ ਵੀ ਨਹੀਂ ਮੈਟਰ ਕਰਦੇ ਜੇ ਉਹਨੇ ਕੋਈ ਅੱਖਾਂ ਬੰਦ ਕਰਕੇ ਕੋਈ ਟ੍ਰੇਡ ਲਿਆ ਐਂਡ ਉਹਦੇ ਵਿੱਚ ਮੇਬੀ ਉਹਨੇ 1000 5000 10000 ਡਾਲਰ ਵੀ ਬਣਾ ਲਿਆ ਹੋਊਗਾ। ਐਂਡ ਅਸੀਂ ਉਹ ਚੀਜ਼ ਦੀਆਂ ਐਗਜ਼ਾਮਪਲਸ ਦੇਖੀਆਂ ਆ। ਕੋਵਿਡ ਟਾਈਮ ਦੇ ਵਿੱਚ ਬਹੁਤ ਲੋਕਾਂ ਨੇ ਪੈਸੇ ਬਣਾਏ, ਅੰਨ੍ਹੇਵਾਹ ਤੀਰ ਮਾਰੇ, ਤੁੱਕੇ ਲੱਗ ਗਏ। ਠੀਕ ਆ, ਕਹਿੰਦੇ ਹੁੰਦੇ ਨਾ ਇੱਕ ਪੰਜਾਬੀ 'ਚ ਕਹਾਵਤ ਆ ਕਿ ਅੰਨੇ ਦੇ ਪੈਰ ਥੱਲੇ ਬਟੇਰਾ ਆ ਗਿਆ, ਉਹ ਆਪਦੇ ਆਪ ਨੂੰ ਸ਼ਿਕਾਰੀ ਸਮਝਣ ਲੱਗ ਗਿਆ। ਸੋ ਉਹ ਹਿਸਾਬ ਆ ਕਿ ਉਦੋਂ ਅੱਖਾਂ ਬੰਦ ਕਰਕੇ ਸਾਰਿਆਂ ਨੇ ਜਿੱਦਾਂ ਤੁਰੇ ਜਾਂਦੇ ਸੀਗੇ, ਥੱਲੇ ਬਟੇਰੇ ਆ ਗਏ, ਪੈਸੇ ਚੰਗੇ ਬਣ ਗਏ, ਸਾਰੇ ਸੋਚਣ ਲੱਗ ਗਏ ਕਿ ਅਸੀਂ ਵਧੀਆ ਟ੍ਰੇਡਰ ਹਾਂ। ਅਲਟੀਮੇਟਲੀ ਮਾਰਕੀਟ ਨੇ ਜੋ ਰੰਗ ਦਿਖਾਏ, ਫਿਰ ਸਾਰਿਆਂ ਦੇ ਇਨਵੈਸਟਮੈਂਟਾਂ 90% ਡਾਊਨ ਆ ਗਈਆਂ। ਸੋ ਉਹ ਚੀਜ਼ ਆ ਕਿ ਜਦੋਂ ਤੁਹਾਨੂੰ ਲਾਸ ਨਹੀਂ ਲੈਣਾ ਆਉਂਦਾ ਤਾਂ ਓਬਵੀਅਸਲੀ ਤੁਸੀਂ ਵਿਨ ਵੀ ਡਿਜ਼ਰਵ ਨਹੀਂ ਕਰਦੇ। ਸੋ ਅਗੇਨ ਸਾਰੇ ਜੇ ਤੁਸੀਂ ਸਲਾਈਡਸ ਦੇਖੋ, ਸਾਰਿਆਂ ਦੇ ਵਿੱਚ ਇੱਕ ਹੀ ਚੀਜ਼ ਆਊਟਕਮ ਨਿਕਲ ਕੇ ਆਉਂਦੀ ਹੈ, ਜਸਟ ਐਕਸੈਪਟ ਲਾਸਿਸ, ਦੈਟਸ ਇਟ। ਸੋ ਹੁਣ ਆਉਂਦੀ ਹੈ ਗੱਲ ਕਿ ਯੂਜੂਅਲੀ ਮਿਸਟੇਕ ਕੀ ਹੁੰਦੀ ਆ। ਸੋ ਅਸੀਂ ਇਹ ਚੀਜ਼ਾਂ ਤਾਂ ਦੇਖ ਲਈਆਂ। ਮਿਸਟੇਕ, ਪ੍ਰੈਕਟੀਕਲ ਮਿਸਟੇਕ ਕੀ ਹੁੰਦੀ ਆ? ਸੋ ਕਾਮਨ ਵੇਜ਼ ਟੂ ਬਲੋ ਯੋਰ ਅਕਾਊਂਟਸ। ਬੜਿਆਂ ਨੇ ਅਕਾਊਂਟ ਬਲੋ ਕੀਤੇ ਹੋਣਗੇ, ਆਪਣੇ ਗਰੁੱਪ ਦੇ ਵਿੱਚ ਵੀ ਹੈਗੇ ਆ ਕਈ ਜਾਣੇ ਜਿਨ੍ਹਾਂ ਅਕਾਊਂਟ ਬਲੋ ਕੀਤੇ ਆ, ਗਲਤੀਆਂ ਕੀਤੀਆਂ, ਰਾਈਟ। ਐਂਡ ਬਹੁਤ ਜਾਣੇ ਜਿਹੜੇ 3-3 4-4 ਸਾਲ ਤੋਂ ਟ੍ਰੇਡਿੰਗ ਕਰ ਰਹੇ ਆ ਐਂਡ ਨਾਓ ਦੇ ਆਰ ਟਰਾਈਂਗ ਟੂ ਗੈਟ ਬੈਟਰ। ਪਰ ਅਸੀਂ ਪ੍ਰੈਕਟੀਕਲ ਮਿਸਟੇਕਸ ਦੇਖਦੇ ਹਾਂ ਕੀ ਹੁੰਦਾ। ਨਾਟ ਹੈਵਿੰਗ ਐਸਐਲ, ਸੋ ਸਟਾਪ ਲਾਸ। ਸਟਾਪ ਲਾਸ ਇਹ ਟ੍ਰੇਡਿੰਗ ਦਾ ਕਿੰਗ ਆ। ਸਟਾਪ ਲਾਸ ਦਾ ਮਤਲਬ ਕੀ ਕਿ ਮੇਰਾ ਇੱਥੇ ਲਾਸ ਲੈਣਾ ਬੰਦ, ਮਾਰਕੀਟ ਮੇਰੀ ਫੇਵਰ 'ਚ ਜਾਂਦੀ ਆ, ਮੇਰੇ ਅਗੇਂਸਟ ਜਾਂਦੀ ਆ, ਮੈਨੂੰ ਕੋਈ ਪਰਵਾਹ ਨਹੀਂ। ਤੁਸੀਂ ਦੇਖਿਆ ਹੋਊਗਾ ਆਪਣੇ ਮੈਨੂੰ ਲੱਗਦਾ ਜੇ ਦੇਖੀਏ ਤਾਂ 30% ਐਸੇ ਟ੍ਰੇਡਸ ਆ ਜਿਹੜੇ ਸਟਾਪ ਲਾਸ ਹਿੱਟ ਕਰਕੇ ਬਾਅਦ 'ਚ ਫੇਵਰ 'ਚ ਜਾਂਦੇ ਆ। ਕੱਲ ਮੈਟਾ ਗਿਆ ਸੀਗਾ, ਹੇਮ ਬਾਈ ਨੇ ਮੈਟਾ ਥੱਲੇ ਬਾਏ ਕੀਤਾ ਸੀ ਐਂਡ ਮੈਟਾ ਇੰਨੀ ਘੈਂਟ ਮੂਵ ਦੇ ਕੇ ਗਿਆ ਸੀ। ਆਈ ਥਿੰਕ 3:1 4:1 ਦੀ ਮੂਵ ਦੇ ਕੇ ਗਿਆ ਸੀ ਆਫਟਰ ਸਟਾਪਿੰਗ ਅਸ ਆਊਟ। ਇੱਕ ਦਿਨ ਮੋਡਰਨਾ ਸੀਗਾ। ਸੋ ਬਹੁਤ ਵਾਰੀ ਐਂ ਹੁੰਦਾ ਕਿ ਆਪਣੇ ਜਿਹੜੇ ਸਟਾਪ ਲਾਸ ਹਿੱਟ ਹੁੰਦੇ ਆ ਬਾਅਦ 'ਚ ਫੇਵਰ 'ਚ ਚੱਲ ਜਾਂਦੇ ਆ। ਪਰ ਗੱਲ ਇਹ ਆ ਕਿ ਉੱਥੇ ਕੀ ਸਾਨੂੰ ਸਟਾਪ ਲਾਸ ਨਹੀਂ ਲਾਉਣਾ ਚਾਹੀਦਾ? ਇੱਦਾਂ ਦਾ ਕੁਛ ਨਹੀਂ ਹੈਗਾ। ਜਿਹੜਾ ਪਲਾਨ ਹੁੰਦਾ ਨਾ, ਪਲਾਨ ਮਤਲਬ ਮੈਂ ਇੰਨਾ ਕੁ ਰਿਸਕ ਤੇ ਲਾਉਣਾ, ਇਹ ਤੋਂ ਬਾਅਦ ਕੀ ਹੁੰਦਾ ਉਹ ਨਹੀਂ ਤੁਸੀਂ ਡਿਸਾਈਡ, ਉਹਦੇ ਬੇਸ ਤੇ ਨਹੀਂ ਤੁਸੀਂ ਡਿਸੀਜ਼ਨ ਲੈਣਾ। ਸੋ ਜਿਹੜੇ ਕਾਮਨ ਵੇਜ਼ ਹੁੰਦੇ ਆ ਅਸੀਂ ਇਹ ਐਲੀਮੀਨੇਟ ਕਰਨੇ ਆ, ਜਿੰਨੇ ਵੀ ਵੇਜ਼ ਹੈਗੇ ਆ। ਨੋ ਸਟਾਪ ਲਾਸ, ਕਦੇ ਸਟਾਪ ਲਾਸ ਤੋਂ ਬਿਨਾਂ ਟ੍ਰੇਡਿੰਗ ਨਹੀਂ ਕਰਨੀ, ਹਮੇਸ਼ਾ ਸਟਾਪ ਲਾਸ ਲਾ ਕੇ ਹੀ ਚੱਲਣਾ। ਦੂਜਾ ਤਰੀਕਾ ਵੀ ਬਹੁਤ ਜਾਣਿਆਂ ਨੇ ਕੀਤਾ ਹੋਊਗਾ, ਐਡਿੰਗ ਇਨਟੂ ਏ ਲੂਜ਼ਿੰਗ ਟ੍ਰੇਡ। ਸੋ ਇਹ ਨਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇੱਕ ਬੰਦੇ ਨੇ ਇਹ ਆਈ ਥਿੰਕ ਕੀਤਾ ਸੀਗਾ, ਮੈਨੂੰ ਲੱਗਦਾ ਟੈਸਲਾ 'ਚ ਕੀਤਾ ਸੀਗਾ। ਆਈ ਨੋ ਹਿਮ, ਆਪਣੇ ਇੰਸਟਾਗ੍ਰਾਮ 'ਤੇ ਮੇਰੇ ਨਾਲ ਉਹ ਕਾਫੀ ਟਾਈਮ ਤੋਂ ਬਾਈ ਜੁੜਿਆ ਹੋਇਆ। ਸੋ ਬਾਈ ਨੇ ਟੌਪ 'ਤੇ ਖਰੀਦਿਆ, ਉਦੋਂ ਸਪਲਿਟ ਨਹੀਂ ਸੀ ਹੋਇਆ ਟੈਸਲਾ ਐਂਡ 1100 ਦਾ ਸੀਗਾ। ਉੱਥੇ ਖਰੀਦਿਆ, ਉਹ ਤੋਂ ਬਾਅਦ ਸਪਲਿਟ ਹੋ ਕੇ ਥੱਲੇ ਆਉਂਦਾ ਗਿਆ। ਸੋ ਬਾਈ ਨਾ ਐਡ ਕਰਦਾ ਗਿਆ। ਸੋ ਐਵਰੇਜ ਡਾਊਨ ਕਰਕੇ ਉਹਨੇ ਕਾਫੀ ਥੱਲੇ ਲੈ ਆਂਦੀ ਤੇ ਜਦੋਂ ਜਮਾ ਥੱਲੇ ਬਾਟਮ ਤੇ ਸੀਗਾ ਉਹਨੂੰ ਲੱਗਿਆ ਵੀ ਹੁਣ ਤਾਂ ਇਹ ਉੱਪਰ ਜਾਣਾ ਨਹੀਂ। ਜਦੋਂ ਰੀਸੈਂਟਲੀ ਆਈ ਥਿੰਕ 108 110 ਦੇ ਨੇੜੇ ਹੋ ਕੇ ਗਿਆ ਐਂਡ ਉਦੋਂ ਉਹਨੇ ਸੈੱਲ ਕਰਤਾ ਵੀ ਹੁਣ ਨਹੀਂ ਜਾਣਾ। ਐਂਡ ਹੁਣ ਉਹ ਜਿੱਥੇ ਉਹ ਫਿਰ ਰਿਹਾ ਟੈਸਲਾ ਉਤੋਂ ਉਹਦੇ ਐਵਰੇਜ ਪ੍ਰਾਈਸ ਤੋਂ ਵੀ ਉੱਪਰ ਆ। ਸੋ ਗੱਲ ਇਹ ਆਉਂਦੀ ਆ ਕਿ ਬਹੁਤ ਜਾਣਿਆਂ ਨੇ ਆਹ ਕੀਤਾ ਹੋਊਗਾ, ਐਡਿੰਗ ਇਨਟੂ ਅ ਲੂਜ਼ਿੰਗ ਟ੍ਰੇਡ। ਜਦੋਂ ਇੱਕ ਵਾਰੀ ਟ੍ਰੇਡ ਲਾਸ ਚੱਲ ਜਾਂਦਾ, ਮੰਨ ਲਓ ਤੁਸੀਂ 100 ਤੇ ਕੋਈ ਟ੍ਰੇਡ ਖਰੀਦਿਆ ਤੇ ਮੇਬੀ ਤੁਹਾਡਾ ਦਾ ਮੋਟਿਵ ਇਹ ਹੋਏਗਾ ਮੈਂ ਸਵਿੰਗ ਕਰਨਾ, ਜ਼ਰੂਰੀ ਨਹੀਂ ਇੰਟਰਾਡੇ ਦੇ ਵਿੱਚ। ਮੇਬੀ ਸਵਿੰਗ ਕੀਤਾ ਹੋਏ ਤੁਸੀਂ 100 ਤੇ, ਉਹ 90 ਤੇ ਆ ਗਿਆ, ਤੁਸੀਂ ਹੋਰ ਐਡ ਕਰ ਲਏ। ਉਹ ਮੇਬੀ 80 ਤੇ ਆ ਗਿਆ, ਤੁਸੀਂ ਹੋਰ ਐਡ ਕਰ ਲਏ ਕਿ ਐਵਰੇਜ ਡਾਊਨ ਕਰਨ ਦੇ ਮਾਰੇ। ਪਰ ਉਹ ਕਰਦੇ ਕਰਾਉਂਦੇ ਕਈ ਵਾਰੀ ਪੈਨੀ ਸਟਾਕ ਬਣ ਜਾਂਦਾ। ਬਹੁਤ ਲੋਕਾਂ ਨੇ ਇਹਦੇ 'ਚ ਪੈਸੇ ਲੂਜ਼ ਕੀਤੇ, ਜਿਹੜੇ ਕਈ ਸਟਾਕ ਸੀਗੇ $40 ਦੇ, ਹੁਣ ਉਹ $2 ਦੇ ਰਹਿ ਗਏ। ਇੱਕ ਸੀਗਾ ਆਈ ਥਿੰਕ BBBY, ਉਹ ਸੀਗਾ ਵਿੱਚ ਜੇ $23-24 ਤੇ ਗਿਆ, ਉਸ ਤੋਂ ਬਾਅਦ ਉਹ 50 60 80 ਸੈਂਟ ਤੇ ਆ ਗਿਆ। ਉਹਦੇ ਵਿੱਚ ਬਹੁਤ ਲੋਕਾਂ ਪੈਸੇ ਲੂਜ਼ ਕੀਤੇ ਆ।
GME, GameStop, AMC, ਇਹਨਾਂ ਵਿੱਚ ਬਹੁਤ ਲੋਕਾਂ ਪੈਸੇ ਲੂਜ਼ ਕੀਤੇ ਐਵਰੇਜ ਡਾਊਨ ਕਰ ਕਰਕੇ। ਸੋ ਸਭ ਤੋਂ ਕਾਮਨ ਵੇ ਦੂਜਾ ਕਿਹੜਾ ਆ, ਐਡਿੰਗ ਇਨਟੂ ਅ ਲੂਜ਼ਿੰਗ ਟ੍ਰੇਡ, ਇਹ ਵੀ ਬੰਦ ਕਰ ਦਿਓ। ਸੋ ਕਾਈਂਡ ਆਫ ਸੇਮ ਹੀ ਆ, ਜੇ ਤੁਸੀਂ ਸਟਾਪ ਲਾਸ ਹਟਾਤਾ, ਮੰਨ ਲਓ 100 ਦੇ ਕੋਈ ਸਟਾਕ ਲਿਆ ਸੀ, 90 ਤੇ 95 ਤੇ ਤੁਹਾਡਾ ਸਟਾਪ ਲਾਸ ਆ, ਜਦੋਂ 90 ਤੇ ਆ ਗਿਆ ਤੁਸੀਂ ਪਹਿਲਾ ਕੰਮ ਕੀ ਕਰਦੇ ਆ? ਸੋ ਆ ਵੀ ਐਕਚੁਅਲੀ ਸਟੈਪਸ ਆ, ਥੀਸ ਆਰ ਐਕਚੁਅਲੀ ਸਟੈਪਸ ਟੂ ਬਲੋ ਯਰ ਅਕਾਊਂਟ। ਪਹਿਲਾ ਕੰਮ ਹੈਗਾ ਸਟਾਪ ਲਾਸ ਚੱਕਣਾ, ਦੂਜਾ ਕੰਮ ਹੈਗਾ ਉਸੇ ਟ੍ਰੇਡ ਦੇ ਵਿੱਚ ਜਿਹਦਾ ਸਟਾਪ ਲਾਸ ਚੱਕਿਆ ਸੀ ਉਹਦੇ ਵਿੱਚ ਐਵਰੇਜ ਡਾਊਨ ਕਰਨੀ, ਰਾਈਟ। ਤੇ ਤੀਜਾ ਉਹੀ ਆ, ਤੀਜਾ ਵੇ ਕੀ ਆ, ਸਾਈਜ਼ਿੰਗ ਅਪ ਆਫਟਰ ਹੈਵਿੰਗ ਅ ਲਾਸ। ਸੋ ਮੇ ਵੀ ਤੁਸੀਂ ਇਹਨੂੰ ਬੰਦ ਵੀ ਕਰਤਾ ਹੋਏਗਾ ਟ੍ਰੇਡ ਨੂੰ, ਲੈਟਸ ਸੇ ਜੇ ਤੁਸੀਂ ਇਹ 'ਚ 100 ਸ਼ੇਅਰ ਲਏ, ਤੁਸੀਂ ਲਾਸ 'ਚ ਬੰਦ ਕਰਤਾ, ਅਗਲਾ ਜਿਹੜਾ ਟ੍ਰੇਡ ਤੁਸੀਂ ਲੈਣਾ ਨਾ, ਉਹ ਤੁਸੀਂ ਅੱਖਾਂ ਬੰਦ ਕਰਕੇ 200 ਕੁਆਂਟੀਟੀ ਲੈ ਲੈਣੀ, ਬਿਕੋਜ਼ ਤੁਸੀਂ ਆਹ ਵਾਲੇ ਟ੍ਰੇਡ ਦੇ ਵਿੱਚ ਇਹਨੂੰ ਰਿਕਵਰ ਕਰਨਾ ਚਾਹੁੰਦੇ ਆ। ਸੋ ਮੇ ਬੀ ਜਿੱਥੇ ਤੁਹਾਡਾ ਰਿਸਕ ਪਹਿਲਾਂ $100 ਦਾ ਸੀਗਾ, ਉੱਥੇ ਤੁਸੀਂ ਹੁਣ $200 ਦਾ ਰਿਸਕ ਲਗਾਇਆ, ਇਹ ਸੋਚ ਕੇ ਕਿ ਮੈਂ ਇਹਨੂੰ ਰਿਕਵਰ ਵੀ ਕਰ ਲੂੰਗਾ ਪਲੱਸ ਮੈਂ ਗ੍ਰੀਨ 'ਚ ਚੱਲ ਜੂੰਗਾ। ਪਰ ਜਦੋਂ ਆ ਵੀ ਲਾਸ 'ਚ ਚੱਲ ਜਾਂਦਾ, ਜਿਹੜਾ 100 ਦਾ ਤੁਹਾਡਾ ਲਾਸ ਸੀਗਾ ਉਹ ਅਲਟੀਮੇਟਲੀ ਸਿੱਧਾ 200 ਐਡ ਹੋ ਗਿਆ, ਸੋ 300 ਦਾ ਲਾਸ ਹੋ ਗਿਆ। ਅਗਲੀ ਵਾਰੀ ਇਹਨੂੰ ਰਿਕਵਰ ਕਰਨ ਦੇ ਚੱਕਰ 'ਚ ਤੁਸੀਂ ਜਿਹੜੀ ਪੋਜੀਸ਼ਨ ਆ ਉਹਨੂੰ ਟ੍ਰਿਪਲ ਕਰ ਦਿੰਦੇ ਆ, ਜਿਹੜਾ ਆਹ ਲਾਸ ਆ ਮੇ ਬੀ 300 ਦਾ, ਉਹ ਅਗਲੀ ਵਾਰੀ 700-800 ਦੇ ਨੇੜੇ ਤੇੜੇ ਚੱਲ ਜਾਂਦਾ। ਸੋ ਇਹ ਵੀ ਚੀਜ਼ ਬਹੁਤ ਲੋਕ ਕਰਦੇ ਆ। ਉਸ ਤੋਂ ਬਾਅਦ ਆਉਂਦਾ ਰਿਵੈਂਜ ਐਂਡ ਓਵਰ ਟ੍ਰੇਡਿੰਗ। ਸੋ ਰਿਵੈਂਜ ਤੇ ਓਵਰ ਟ੍ਰੇਡਿੰਗ ਇਹ ਤਾਂ ਸਿੰਪਲ ਹੀ ਆ, ਤੁਹਾਨੂੰ ਪਤਾ ਹੈ ਸਾਰਿਆਂ ਨੇ ਕੀਤੀ ਆ, ਮੈਂ ਵੀ ਕੀਤੀ ਹੋਈ ਆ, ਤੇ ਆਈ ਥਿੰਕ ਇੱਕ ਬੰਦੇ ਨੇ ਕੀਤੀ ਹੈ ਕਿ ਜੇ ਲਾਸ ਹੁੰਦਾ ਉਹਨੂੰ ਰਿਕਵਰ ਕਰਨ ਦੇ ਚੱਕਰ 'ਚ ਸੇਮ ਚੀਜ਼ ਓਵਰ ਟ੍ਰੇਡ। ਮੇ ਬੀ ਜੇ ਤੁਸੀਂ ਪ੍ਰੋਫਿਟ 'ਚ ਵੀ ਹੋ, ਤੁਸੀਂ ਅੱਜ $100 ਬਣਾ ਲਿਆ, 100 ਨੂੰ 200 ਬਣਾਉਣ ਦੇ ਚੱਕਰ ਤੁਸੀਂ ਹੋਰ ਟ੍ਰੇਡ ਲੈ ਲੈਂਦੇ ਆ, ਜਿਹੜਾ 100 ਆ ਉਹ 100 ਨਹੀਂ ਰਹਿੰਦਾ, ਬਾਅਦ 'ਚ 500 ਜੋ ਲਾਸ ਹੁੰਦਾ ਉਦੋਂ ਡੇ ਕਲੋਜ਼ ਕਰਦੇ ਆ। ਸੋ ਇਹ ਵੀ ਸਾਰਿਆਂ ਨੇ ਕੀਤੀ ਆ। ਦੈਨ ਸੌਰੀ ਇੱਥੇ ਸਵਿੰਗ ਟ੍ਰੇਡ ਆਉਣਾ ਸੀ, ਮੈਂ ਇੱਥੇ ਮੇਰੀ ਮਿਸਟੇਕ ਹੋ ਗਈ ਆ। ਸੋ ਟਰਨਿੰਗ ਅ ਡੇ ਟ੍ਰੇਡ ਇਨਟੂ ਸਵਿੰਗ ਟ੍ਰੇਡ, ਇਹ ਵੀ ਬਹੁਤ ਜਣਿਆਂ ਨੇ ਕੀਤਾ ਹੋਊਗਾ ਕਿ ਡੇ ਟ੍ਰੇਡਿੰਗ ਲਈ ਕੋਈ ਸਟਾਕ ਲਿਆ, ਮੇ ਬੀ ਟੈਸਲਾ ਲਿਆ, ਟੈਸਲਾ ਲੌਂਗ ਕੀਤਾ, ਅੱਪ ਜਾਊਗਾ, ਤੇ ਟੈਸਲਾ ਮੇ ਬੀ 250 ਤੇ ਲਿਆ, ਉਹ ਥੱਲੇ ਆ ਗਿਆ 245 ਤੇ, ਸਟਾਪ ਲਾਸ ਨਹੀਂ ਲਾਇਆ, ਐਂਡ ਅਲਟੀਮੇਟਲੀ ਉਹ ਸੋਚ ਲਿਆ ਵੀ ਓਕੇ ਜੇ ਅੱਜ ਨਹੀਂ ਗਿਆ ਕੱਲ ਜਾਊਗਾ। ਸੋ ਡੇ ਟ੍ਰੇਡ ਨੂੰ ਸਵਿੰਗ ਟ੍ਰੇਡ 'ਚ ਕਨਵਰਟ ਕਰਨਾ, ਇਹ ਵੀ ਸਭ ਤੋਂ ਵੱਡੀ ਸਟੂਪਿਡ ਮਿਸਟੇਕਸ ਆ। ਸੋ ਆਹੀ ਵੇਜ਼ ਆ ਜਿਨ੍ਹਾਂ ਨਾਲ ਅਕਾਊਂਟ ਜਿਹੜੇ ਬਲੋ ਅਪ ਹੁੰਦੇ ਆ। ਇੱਕ ਦੋ ਹੋਰ ਐਡੀਸ਼ਨਲ ਵੇ ਹੈਗੇ ਵੀ ਕੋਈ ਸੋਸ਼ਲ ਮੀਡੀਆ ਤੋਂ ਦੇਖ ਕੇ ਕੋਈ ਸਟਾਕ ਦੇਖ ਲਿਆ, ਜਾਂ ਕਿਸੇ ਨੇ ਕਹਿਤਾ ਆਹ ਬਾਏ ਕਰ ਲਾ ਪੈਨੀ ਸਟਾਕ, ਜਾਂ ਕੋਈ ਕੋਇਨ ਬਾਏ ਕਰ ਲਾ, ਉਹਦੇ ਵਿੱਚ ਪੈਸੇ ਲੂਜ਼ ਕਰਾ ਲਏ। ਬਟ ਅਗੇਨ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ। ਜੇ ਤੁਸੀਂ ਕਹੋ ਕਿ ਇਹਨਾਂ ਦੇ ਵਿੱਚੋਂ ਤੁਹਾਨੂੰ ਸਕਸੈਸ ਮਿਲ ਜੇ, ਇਹ ਤਾਂ ਮੂਰਖਤਾ ਆ, ਤੁਹਾਨੂੰ ਮੈਂ ਸਿੰਪਲ ਭਾਸ਼ਾ 'ਚ ਕਹਿਣਾ। ਤੇ ਇਹਨੂੰ ਜਿੰਨੀ ਛੇਤੀ ਆਪਦੇ ਟ੍ਰੇਡਿੰਗ ਹੈਬਿਟਸ 'ਚੋਂ ਕੱਢ ਦੋਗੇ ਉਨਾ ਵਧੀਆ। ਓਕੇ, ਅਗਲਾ ਜਿਹੜਾ ਪੁਆਇੰਟ ਆਉਂਦਾ ਆ, ਮੈਂ ਕੱਲ ਗਰੁੱਪ 'ਚ ਵੀ ਪਾਇਆ ਸੀਗਾ, ਡੈਫੀਨੇਸ਼ਨ ਆਫ ਅ ਬੈਡ ਟ੍ਰੇਡ। ਐਕਚੁਅਲੀ ਮੈਂ ਸੋਚ ਰਿਹਾ ਸੀ ਕਿ ਇੱਕ ਬੈਡ ਟ੍ਰੇਡ ਜਿਹੜਾ ਕੀ ਹੋ ਸਕਦਾ, ਕਿ ਇੱਕ ਜਦੋਂ ਅਸੀਂ ਸਟਾਪ ਲਾਸ ਮੂਵ ਕਰਤਾ, ਇਹ ਕਰਤਾ, ਉਹ ਕਰਤਾ, ਰਾਈਟ। ਸੋ ਅਲਟੀਮੇਟਲੀ ਉਹ ਆਉਂਦਾ ਕਿੱਥੋਂ ਸਾਰਾ ਕੁਝ? ਉਹ ਇੱਕੋ ਵਰਡ ਤੋਂ ਆਉਂਦਾ, ਦੈਟ ਇਜ਼ ਪਲਾਨ, ਰਾਈਟ। ਸੋ ਜਦੋਂ ਜਿਹੜੀ ਚੀਜ਼ ਤੁਹਾਡੇ ਪਲਾਨ ਬੁੱਕ 'ਚ ਨਹੀਂ ਹੈਗੀ, ਜਿਹੜੀ ਚੀਜ਼ ਤੁਸੀਂ ਸੋਚੀ ਨਹੀਂ ਹੋਈ ਕਿ ਆ ਮੈਂ ਕਰਨੀ ਨਹੀਂ, ਜਦੋਂ ਤੁਸੀਂ ਉਹ ਕਰਦੇ ਆ, ਦੈਟ ਇਜ਼ ਆਫ ਕੋਰਸ ਅ ਬੈਡ ਟ੍ਰੇਡ। ਸੋ ਅ ਲੂਜ਼ਿੰਗ ਟ੍ਰੇਡ ਵਿਦ ਦਾ ਪਲਾਨ ਇਜ਼ ਨਾਟ ਅ ਬੈਡ ਟ੍ਰੇਡ। ਮੰਨ ਲਓ ਤੁਸੀਂ ਕੋਈ ਪਲਾਨ ਕੀਤਾ ਸੀ ਕਿ ਓਕੇ ਮੈਂ 100 ਤੇ ਬਾਏ ਕਰਨਾ, 98 ਮੇਰਾ ਸਟਾਪ ਲਾਸ ਆ, ਮੇਰਾ ਸਟਾਪ ਲਾਸ ਹਿੱਟ ਕਰਕੇ ਤੁਹਾਨੂੰ ਮੇ ਵੀ $500 ਦਾ ਵੀ ਲਾਸ ਹੋਇਆ ਹੋਊਗਾ, 1000 ਦਾ ਵੀ ਹੋਇਆ, 1500 ਦਾ ਵੀ, ਜਿੰਨੇ ਦਾ ਵੀ ਹੋਇਆ, ਤੁਸੀਂ ਉਹਨਾਂ ਸੋਚਿਆ ਸੀ ਵੀ ਇੰਨਾ ਹੀ ਕਰਨਾ ਮੈਂ ਲਾਸ, ਇਸ ਤੋਂ ਵੱਧ ਨਹੀਂ ਕਰਨਾ, ਉਹ ਜੇ ਹੋਇਆ, ਦੈਟ ਇਜ਼ ਨਾਟ ਅ ਬੈਡ ਟ੍ਰੇਡ, ਦੈਟ ਇਜ਼ ਗੁੱਡ ਟ੍ਰੇਡ। ਅ ਵਿਨਿੰਗ ਟ੍ਰੇਡ ਵਿਦਾਊਟ ਅ ਪਲਾਨ ਇਜ਼ ਅ ਬੈਡ ਟ੍ਰੇਡ। ਮੰਨ ਲਓ ਤੁਸੀਂ ਸੋਚਿਆ ਹੀ ਨਹੀਂ ਸੀ ਕੋਈ ਟ੍ਰੇਡ ਕਰਨਾ, ਕੋਈ ਦੇਖ ਲਿਆ, ਮੇ ਬੀ ਸਕੈਨਰ ਤੇ ਸਰਚ ਕੀਤਾ ਕਿ ਸਭ ਤੋਂ ਵੱਧ ਵੋਲੇਟਾਈਲ ਸਟਾਕ ਕਿਹੜਾ ਆ, ਪੈਨੀ ਸਟਾਕ ਕੋਈ ਮੇ ਬੀ 50 ਸੈਂਟ ਦਾ ਸੀਗਾ, ਉਹ ਅੱਜ ਖੁੱਲੇ ਜਾ ਕੇ $3 ਤੇ ਆ। ਹੁਣ ਉਹ 'ਚ ਛੇਤੀ ਤੁਸੀਂ ਐਂਟਰ ਕਰਕੇ ਵੱਡੀ ਪੋਜੀਸ਼ਨ ਲੈ ਲਈ, ਤੁਹਾਡੇ $2000 ਬਣ ਗਏ। ਤੁਸੀਂ ਸੋਚਿਆ ਵਾਹ 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 ਕਿਆ ਬਾਤ ਹੈ ਕਿ ਮੈਂ ਸਰਚ ਕੀਤੀ ਸੀਗੀ ਸਟਾਕ ਦੀ ਐਂਡ ਮੇਰੇ ਪੈਸੇ ਬਣ ਗਏ। ਐਕਚੁਅਲੀ ਦੈਟਸ ਅ ਬੈਡ ਟ੍ਰੇਡ, ਦੈਟਸ ਐਕਚੁਅਲੀ ਵਰਸਟ ਮਿਸਟੇਕ ਯੂ ਹੈਵ ਡਨ, ਕਿਉਂਕਿ ਉਹਨੇ ਤੁਹਾਨੂੰ ਕੌਨਫੀਡੈਂਸ ਇੰਨਾ ਕੁ ਕਰ ਦੇਣਾ, ਤੁਸੀਂ ਅੱਜ ਉਹ ਚੀਜ਼ ਕੀਤੀ ਆ, ਕੱਲ ਸੇਮ ਚੀਜ਼ ਕਰੋਗੇ, ਐਂਡ ਅਲਟੀਮੇਟਲੀ ਯੂ ਵਿਲ ਬਲੋ ਅਪ ਯੂਰ ਅਕਾਊਂਟ। ਅੱਜ ਨਹੀਂ ਤਾਂ ਕੱਲ, ਮੇ ਬੀ ਅੱਜ ਉਹਨੇ $2000 ਤੁਹਾਨੂੰ ਬਣਾ ਕੇ ਦੇ ਦਿੱਤਾ, ਪਰ ਉਹ ਤੁਹਾਡੇ ਜੇ ਕਰਦੇ ਰਹੋਗੇ ਉਹ ਤੁਹਾਡੇ $10,000 ਲੈ ਕੇ ਵੀ ਜਾਊਗਾ ਇੱਕ ਦਿਨ। ਸੋ ਇਹਦੇ ਤੋਂ ਕੀ ਆਉਂਦੀ ਹੈ ਕਿ ਜਿਹੜੇ ਬੈਡ ਟ੍ਰੇਡ ਆ ਉਹ ਐਲੀਮੀਨੇਟ ਕਰੋ, ਮਤਲਬ ਪਲੈਨਿੰਗ ਤੋਂ ਬਾਹਰ ਕੁਝ ਵੀ ਨਾ ਕਰੋ। ਉਸ ਤੋਂ ਬਾਅਦ ਆਉਂਦੀ ਹੈ ਕਿ ਗਲਤੀਆਂ ਕਰ ਲੈਂਦੇ ਆ ਲੋਕ, ਸਾਰਾ ਕੁਝ ਕਰਦੇ ਆ, ਵਰਸਟ ਮਿਸਟੇਕਸ ਕਰਦੇ ਆ, ਸਾਰਾ ਕੁਝ ਕਰਕੇ ਵੀ ਨਾ ਤਾਂ ਵੀ ਟ੍ਰੇਡਿੰਗ ਕਰਦੇ ਰਹਿੰਦੇ ਆ। ਸੋ ਇਹਦੇ ਤੋਂ ਕਨਕਲੂਜਨ ਕੀ ਨਿਕਲਦੀ ਆ, ਟ੍ਰੇਡਿੰਗ ਇਜ਼ ਐਨ ਐਡਿਕਸ਼ਨ। ਇਹ ਮੈਂ ਤੁਹਾਨੂੰ ਦੱਸਦਾ, ਜੇ ਤੁਸੀਂ ਟ੍ਰੇਡਿੰਗ ਸਟਾਰਟ ਕਰਦੇ ਆ, ਤੁਸੀਂ ਛੱਡ ਨਹੀਂ ਸਕਦੇ ਥੋੜੀ ਕੀਤੇ। ਬਹੁਤ ਲੋਕ ਆ ਜਿਹੜੇ ਬਰਬਾਦ ਹੋ ਗਏ ਇਸ ਚੀਜ਼ 'ਚ, ਕਿਉਂਕਿ ਆਪਾਂ ਜਦੋਂ ਇੰਡੀਆ ਸੀਗੇ ਜਾਂ ਈਵਨ ਇੱਥੇ ਵੀ, ਤੁਸੀਂ ਹੁਣ ਵੀ ਲੋਕ ਬਹੁਤ ਕਹਿੰਦੇ ਆ, ਜੇ ਤੁਸੀਂ ਕਿਸੇ ਨਾਲ ਗੱਲ ਕਰੋਗੇ ਨਾ ਨਾਰਮਲੀ, ਜੇ ਐਕਚੁਅਲੀ ਜਿਨ੍ਹਾਂ ਨੇ ਇਸ ਚੀਜ਼ 'ਚ ਸਵਾਦ ਪੂਰਾ ਲਿਆ ਹੋਇਆ, ਲਾਸ ਖਾਦੇ ਹੋਏ ਆ, ਜਾਂ ਮੈਂ ਵੀ ਪੈਸੇ ਡੁਬਾਏ ਆ, ਜਾਂ ਸਕੈਮ ਵੀ ਹੋਏ ਆ, ਜਾਂ ਉੱਦਾਂ ਇਨ ਜਨਰਲ ਵੀ, ਜੇ ਕਿਸੇ ਨੂੰ ਤੁਸੀਂ ਕਹਿ ਦੋਗੇ, ਜਿੱਦਾਂ ਕਹਿੰਦੇ ਸ਼ੇਅਰ ਬਾਜ਼ਾਰ ਨੂੰ ਸੱਟਾ ਬਾਜ਼ਾਰ ਕਹਿੰਦੇ ਆ, ਵੀ ਯਾਰ ਇਹਦੇ 'ਚ ਨਾ ਜਾਓ, ਵੀ ਇਹ ਜੂਆ ਕਿਉਂ ਕਹਿੰਦੇ ਆ?
ਆਹ ਵਰਡ ਆ ਐਡਿਕਸ਼ਨ, ਕਿਉਂਕਿ ਇਹਦੇ ਵਿੱਚ ਕੀ ਆ, ਸਾਰਿਆਂ ਨੂੰ ਪਤਾ ਕਿ ਪੈਸੇ ਬਣਦੇ ਆ। ਈਵਨ ਜਿਹੜਾ ਬੰਦਾ ਲਾਸ ਕਰਾ ਕੇ ਹਟਿਆ ਉਹਨੂੰ ਵੀ ਪਤਾ ਕਿ ਪੈਸੇ ਬਣਦੇ ਆ, ਐਵਰੀਵਨ ਨੋਜ਼। ਪਰ ਪ੍ਰੋਬਲਮ ਕਿੱਥੇ ਆਉਂਦੀ ਆ ਕਿ ਬਣਦੇ ਸਾਰਿਆਂ ਨੂੰ ਪਤਾ ਕਿ ਬਣਦੇ ਆ, ਪਰ ਪ੍ਰੋਬਲਮ ਇਹ ਵੀ ਉਹਨਾਂ ਦੇ ਨਹੀਂ ਬਣਦੇ, ਰਾਈਟ। ਲੈਟਸ ਸੇ ਜੇ ਮੈਂ ਲਾਸ ਕਰ ਰਿਹਾ, ਮੈਨੂੰ ਪਤਾ ਪੈਸੇ ਬਣ ਰਹੇ ਆ ਪਰ ਮੇਰੇ ਨਹੀਂ ਬਣ ਰਹੇ, ਸੋ ਮੈਂ ਬਣਾਉਣੇ ਆ ਕਿਸੇ ਤਰੀਕੇ। ਸੋ ਇਹਦੇ ਤੋਂ ਗੱਲ ਕੀ ਨਿਕਲ ਕੇ ਆਉਂਦੀ ਕਿ ਟ੍ਰੇਡਿੰਗ ਇਜ਼ ਅ ਐਡਿਕਸ਼ਨ। ਇੱਕ ਵਾਰੀ ਜੋ ਤੁਸੀਂ ਸਟਾਰਟ ਕਰ ਲਈ, ਤੁਹਾਡੇ ਪੈਰ ਨਹੀਂ ਪਿੱਛੇ ਮੋੜ ਸਕਦੇ ਥੋੜੀ ਕੀਤੇ, ਮਤਲਬ ਤੁਸੀਂ ਬਹੁਤ ਜਾਂ ਤਾਂ ਇੰਨੇ ਕੁ ਸਟਰੋਂਗ ਹੋ ਜਾਓਗੇ ਕਿ ਟ੍ਰੇਡਿੰਗ ਛੱਡ ਦੋਗੇ, ਰਾਈਟ, ਤੇ ਜਾਂ ਫਿਰ ਇੰਨੇ ਕੁ ਸਟਰੋਂਗ ਹੋ ਜਾਓਗੇ ਕਿ ਯਾਰ ਮੈਂ ਲਾਸ ਲੈ ਲੂੰਗਾ ਪਰ ਇਹ ਆ ਵੀ ਮੈਂ ਕਰਨੀ ਆ, ਰਾਈਟ। ਸੋ ਉਹਦੇ ਵਿੱਚ ਡਿਫਰੈਂਟ ਵੇਜ਼ ਨਿਕਲਦੇ ਆ। ਕਈ ਜਿਹੜੇ ਆ 10-10 ਸਾਲ ਬਾਅਦ ਵੀ ਸਕਸੈਸਫੁਲ ਹੋਏ ਆ, ਕਈ ਜਿਹੜੇ ਆ ਉਹ ਘਰ-ਬਾਰ ਵੇਚ ਕੇ ਸੜਕਾਂ ਤੇ ਵੀ ਆ ਗਏ ਆ। ਐਂਡ ਆਮ ਟੈਲਿੰਗ ਯੂ ਦ ਟਰੂਥ, ਯੂਐਸ ਦੇ ਵਿੱਚ ਬਹੁਤ ਲੋਕ ਨੇ ਜਿਨ੍ਹਾਂ ਨੇ ਸਟਾਕ ਮਾਰਕੀਟ ਦੇ ਵਿੱਚ ਬਹੁਤ ਕੁਝ ਡੁਬਾਇਆ ਹੋਇਆ। ਐਂਡ 2008 ਦੇ ਵਿੱਚ ਤਾਂ ਇਨਵੈਸਟਰਸ ਦਾ ਜੋ ਹਾਲ ਹੋਇਆ ਸੀ, ਬਹੁਤ ਲੋਕ ਸੜਕਾਂ 'ਤੇ ਰੁਲ ਗਏ ਸੀਗੇ, ਤੇ ਸਾਰਿਆਂ ਨੂੰ ਪਤਾ ਕਿ ਕਿੱਦਾਂ ਚੀਕਾਂ ਕਢਾਈਆਂ ਸੀ ਮਾਰਕੀਟ ਨੇ। ਸੋ ਇਹ ਇੱਦਾਂ ਦੀ ਚੀਜ਼ ਆ, ਤੁਹਾਨੂੰ ਅਰਸ਼ਾਂ ਤੋਂ ਫਰਸ਼ਾਂ 'ਤੇ ਕਰ ਸਕਦੀ ਆ, ਫਰਸ਼ਾਂ ਤੋਂ ਅਰਸ਼ਾਂ 'ਤੇ ਕਰ ਸਕਦੀ ਆ। ਸਾਰਾ ਕੁਝ ਤੁਹਾਡੇ ਹੱਥ 'ਚ ਆ, ਕੋਈ ਆਊਟਸਾਈਡ ਫੋਰਸ ਨਹੀਂ ਚੇਂਜ ਕਰ ਸਕਦੀ ਉਹ ਚੀਜ਼ ਨੂੰ, ਰਾਈਟ। ਸੋ ਇਹਦੇ ਵਿੱਚ ਆਹ ਚੀਜ਼ ਆ ਕਿ ਡਰੱਗ ਐਡਿਕਟ ਕੈਨ ਕੁਇਟ ਡਰੱਗਸ। ਮੇ ਬੀ ਇੱਕ ਨਸ਼ੇੜੀ ਬੰਦਾ ਜਿਹੜਾ ਨਸ਼ੇ ਲੈ ਰਿਹਾ ਉਹ ਮੇ ਬੀ ਡਰੱਗਸ ਛੱਡ ਸਕਦਾ, ਪਰ ਇੱਕ ਟਰੇਡਰ ਜਿਹੜਾ ਨਾ, ਉਹਦੇ ਲਈ ਬਹੁਤ ਔਖਾ ਆ ਟ੍ਰੇਡਿੰਗ ਛੱਡਣਾ। ਬਹੁਤ ਲੋਕ ਇਹ ਚੀਜ਼ ਨਾਲ ਐਗਰੀ ਕਰਨਗੇ ਕਿ ਤੁਸੀਂ ਬਹੁਤ ਵਾਰੀ ਲਾਸ ਤੋਂ ਬਾਅਦ ਇਹ ਸੋਚਿਆ ਹੋਊ ਕਿ ਮੈਂ ਸਾਰੇ ਪੈਸੇ ਜਿਹੜੇ ਆ ਨਾ ਟ੍ਰੇਡਿੰਗ ਅਕਾਊਂਟ 'ਚੋਂ ਕਢਾ ਲੈਣੇ ਆ। ਤੁਸੀਂ ਕਢਾ ਵੀ ਲਏ ਆ, ਤੁਸੀਂ ਇਨਐਕਟਿਵ ਵੀ ਕਰਤਾ, ਉਹਦੀ ਸਬਸਕ੍ਰਿਪਸ਼ਨ ਵੀ ਕੈਂਸਲ ਕਰਾ ਲਈ, ਪਰ ਫਿਰ ਕਿਤੇ ਨਾ ਇੱਕ ਕੀੜਾ ਜਿਹਾ ਉੱਠਦਾ ਵੀ ਨਹੀਂ ਯਾਰ ਕਰਦੇ ਆ ਸ਼ੁਰੂ। ਫਿਰ ਤੁਸੀਂ ਐਡ ਕਰ ਲਏ ਥੋੜ੍ਹੇ ਬਹੁਤੇ, ਮੇ ਬੀ 5000 ਪਹਿਲਾਂ ਗਵਾਇਆ ਸੀਗਾ, ਤੇ ਜੋਬ ਜੂਬ ਤੇ ਜਾ ਕੇ ਪੈਸੇ ਫਿਰ ਇਕੱਠੇ ਕਰ ਲਏ, ਫਿਰ ਵਿੱਚ ਐਡ ਕਰਤੇ, ਫਿਰ ਟ੍ਰੇਡ ਲੈ ਲਿਆ। ਇਹ ਮੈਂ ਤੁਹਾਨੂੰ ਦੱਸਦਾ, ਮੇ ਬੀ ਤੁਸੀਂ ਤਾਂ ਕਰਕੇ ਛੱਡੀ ਹੋਊ ਕਿਉਂਕਿ ਤੁਹਾਡੇ ਕੋਲ ਕੈਪੀਟਲ ਹੀ ਨਹੀਂ ਬਚੀ ਟ੍ਰੇਡ ਕਰਨ ਦੀ, ਤੁਹਾਡੇ ਕੋਲ ਹੋਰ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ ਲਾਸ, ਐਂਡ ਦੈਟਸ ਵਾਈ ਕੁਇਟ। ਤੁਸੀਂ ਜੇ ਤੁਹਾਡੇ ਕੋਲ ਪੈਸੇ ਹੁੰਦੇ ਨਾ, ਮੰਨ ਲਓ ਤੁਹਾਡੇ ਕੋਲ $2 ਲੱਖ ਆ, ਤੁਸੀਂ 5000 ਦਾ ਲਾਸ ਲੈ ਲਿਆ, ਤੁਸੀਂ ਉਹ 2 ਲੱਖ ਵੀ ਉਡਾ ਕੇ ਹਟਣਾ ਸੀਗਾ। ਸਿਰਫ ਹੁਣ ਤੁਸੀਂ ਤਾਂ ਛੱਡੀ ਆ ਟ੍ਰੇਡਿੰਗ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਬਚੇ, ਤੇ ਜੇ ਤੁਹਾਡੇ ਕੋਲ ਕੱਲ ਨੂੰ ਪੈਸੇ ਆ ਗਏ ਤੁਸੀਂ ਫਿਰ ਇਹ ਪੰਗਾ ਲੈਣਾ। ਸੋ ਤੁਸੀਂ ਰਾਦਰ ਦੈਨ ਕਿ ਇਹੋ ਜਿਹੀਆਂ ਮੂਰਖਤਾ ਕਰਨ ਦੀ ਬਜਾਏ ਇਹ ਚੀਜ਼ ਕਨਫੈਸ ਕਿਉਂ ਨਹੀਂ ਕਰਦੇ ਕਿ ਯਾਰ ਮੈਂ ਟ੍ਰੇਡਿੰਗ ਪ੍ਰੋਪਰ ਵੇ ਨਾਲ ਕਰਨੀ ਹੈ, ਮੈਂ ਲਾਸ ਲੈਣੇ ਸਿੱਖਣੇ ਆ। ਤੁਸੀਂ ਅੱਜ ਟ੍ਰੇਡਿੰਗ ਕਰ ਰਹੇ ਆ, ਕੱਲ ਨੂੰ ਵੀ ਤੁਸੀਂ ਟ੍ਰੇਡਿੰਗ ਹੀ ਕਰਨੀ ਆ, ਤੁਸੀਂ 10 ਸਾਲ ਬਾਅਦ ਵੀ ਟ੍ਰੇਡ ਹੀ ਕਰਨਾ। ਤੁਸੀਂ ਜੇ ਨਹੀਂ ਕਰੋਗੇ, ਤੁਸੀਂ ਐਟਲੀਸਟ ਮਾਰਕੀਟ ਦੇਖੋਗੇ, ਤੁਸੀਂ ਸਟਾਕ ਸਰਚ ਕਰੋਗੇ। ਐਂਡ ਆਹ ਚੀਜ਼ ਮੈਂ ਖੁਦ ਪ੍ਰੈਕਟੀਕਲ ਸੋਚ ਕੀਤੀ ਹੋਈ ਆ। ਮੈਂ ਬਹੁਤ ਵਾਰੀ ਸੋਚਿਆ ਸੀ ਕਿ ਮੈਂ ਟ੍ਰੇਡਿੰਗ ਛੱਡਦਾ, ਪਰ ਨਹੀਂ ਛੱਡੀ ਜਾਂਦੀ ਹੈ। ਇਟ ਇਜ਼ ਐਨ ਐਡਿਕਸ਼ਨ। ਸੋ ਦ ਓਨਲੀ ਵੇ ਇਜ਼ ਟੂ ਗੈਟ ਸਕਸੈਸ, ਤੇ ਓਨਲੀ ਵੇ ਟੂ ਗੈਟ ਸਕਸੈਸ ਇਜ਼ ਡਿਸਿਪਲਿਨ। ਹੋਰ ਕੁਝ ਨਹੀਂ ਹੈਗਾ, ਹੋਰ ਕੋਈ ਇਹਦੇ 'ਚ ਤਰੀਕਾ ਨਹੀਂ ਆ, ਕੋਈ ਇਹਦੇ ਸਿਗਨਲ ਨਹੀਂ, ਕੋਈ ਇੰਡੀਕੇਟਰ, ਕੋਈ ਸਟ੍ਰੈਟੇਜੀ ਨਹੀਂ ਹੈ। ਆਹੀ ਇੱਕ ਸਿੰਪਲ ਵੇ ਆ। ਸੋ ਆਹੀ ਆ, ਬਟ ਦੇਰ ਇਜ਼ ਆਲਵੇਜ਼ ਐਨ ਈਗਰ ਟੂ ਟਰਾਈ ਵਨਸ ਮੋਰ ਵਿਲ ਨੈਵਰ ਗੋ ਵੇ। ਜਿਹੜਾ ਇੱਕ ਕੀੜਾ ਹੁੰਦਾ ਨਾ ਵੀ ਮੈਂ ਇੱਕ ਵਾਰੀ ਫੇਰ ਟਰਾਈ ਕਰਨਾ, ਉਹ ਕਦੇ ਨਹੀਂ ਤੁਹਾਡੇ ਤੋਂ ਜਾਊਗਾ। ਸੋ ਇਹ ਚੀਜ਼ ਦਾ ਧਿਆਨ ਰੱਖਿਓ, ਕਦੇ ਵੀ ਟ੍ਰੇਡਿੰਗ ਨੂੰ ਐਡਿਕਸ਼ਨ ਨਾ ਬਣਨ ਦਿਓ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਵੀਕ ਮਾਈਂਡਸੈਟ ਆ। ਠੀਕ ਆ, ਬ੍ਰੇਕ ਲੈਣੀ ਇੱਕ ਜੈਨੂਇਨ ਆ, ਪਰ ਬਾਅਦ 'ਚ ਜੋ ਰੀਸਟਾਰਟ ਕਰਨਾ ਜੇ ਸੇਮ ਮਿਸਟੇਕ ਕਰੋਗੇ, ਫਿਰ ਅਲਟੀਮੇਟਲੀ ਤਾਂ ਫਿਰ ਤੁਹਾਨੂੰ ਬਰਬਾਦ ਹੀ ਕਰੂਗੀ। ਅਲਟੀਮੇਟਲੀ ਫਿਰ ਉਹ 90% ਜਿਹੜੇ ਲਾਸ ਕਰ ਰਹੇ ਆ, ਚੀਕਾਂ ਮਾਰ ਰਹੇ, ਫਿਰ ਮਾਰਕੀਟ ਨੇ ਤਾਂ ਤੁਹਾਡੀਆਂ ਚੀਕਾਂ ਕਢਾਉਣੀਆਂ ਹੀ ਆ, ਤਾਂ ਤੁਹਾਡੇ ਹੱਥ 'ਚ ਆ। ਹੁਣ ਗੱਲ ਆਉਂਦੀ ਹੈ ਵੀ ਸਾਰਾ ਕੁਝ ਕਰ ਲਿਆ, ਪ੍ਰੋਬਲਮਸ ਵੀ ਆਪਾਂ ਦੇਖ ਰਹੇ ਹਾਂ, ਕਿਉਂਕਿ ਜਦੋਂ ਪ੍ਰੋਬਲਮਸ ਮੇਨ ਗੱਲ, ਜਦੋਂ ਅਸੀਂ ਸੋਲਿਊਸ਼ਨ ਲੱਭਣਾ ਪਹਿਲਾਂ ਆਪਾਂ ਪ੍ਰੋਬਲਮ ਲੱਭੀਏ। ਸੋ ਪ੍ਰੋਬਲਮ ਅਸੀਂ ਲੱਭ ਲਈ ਆ ਕਿ ਕਿੱਥੇ ਆ ਖੋਪੜੀ 'ਚ, ਖੋਪੜੀ 'ਚ ਹੁਣ ਪ੍ਰੋਬਲਮ ਆ, ਹੁਣ ਅਸੀਂ ਲੱਭੀਏ ਸੋਲਿਊਸ਼ਨ। ਸੋਲਿਊਸ਼ਨ ਮੈਂ ਤੁਹਾਨੂੰ ਦੱਸ ਤਾਂ ਸਕਦਾ, ਪਰ ਇੰਪਲੀਮੈਂਟ ਤੁਸੀਂ ਕਰਨਾ। ਮੈਂ ਤੁਹਾਨੂੰ ਦੱਸਿਆ ਸੀ ਮੈਂ ਇੱਕ ਚੀਜ਼ ਪ੍ਰਪੇਅਰ ਕੀਤੀ ਹੈ, ਕੁਝ ਆਰਟੀਕਲਸ ਤੋਂ ਕੁਝ ਕੋਟਸ ਲਏ ਆ, ਕੁਝ ਮੈਂ ਚੀਜ਼ਾਂ ਜਿਹੜੀਆਂ ਖੁਦ ਆਪਦੇ ਟ੍ਰੇਡ, ਜਿੱਥੇ ਮੈਂ ਉਦੋਂ ਕੀ ਸੋਚਦਾ ਹੁੰਦਾ ਸੀ ਉਹ ਗਲਤੀਆਂ ਕਰੀਆਂ, ਤੇ ਉਹ ਮੈਂ ਤੁਹਾਨੂੰ ਦੱਸੀਆਂ ਹੋਈਆਂ। ਹੁਣ ਲੱਭਦੇ ਸੋਲਿਊਸ਼ਨ ਕਿ ਇਸ ਚੀਜ਼ ਚੋਂ ਬਾਹਰ ਕਿੱਦਾਂ ਆਉਣਾ। ਪਹਿਲੀ ਗੱਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ, ਪਲੈਨਿੰਗ ਦੇ ਵਿੱਚ ਕੀ ਆਉਂਦਾ, ਨਾਓ ਹਾਊ ਟੂ ਸੋਲਵ ਦਿਸ ਇਸ਼ੂ। ਇਹਨੂੰ ਸੋਲਵ ਕਿੱਦਾਂ ਕਰਨਾ। ਪਹਿਲੀ ਚੀਜ਼ ਇਹਦੇ 'ਚ ਆ, ਆਸਕ ਯੋਰਸੈਲਫ ਬਿਫੋਰ ਯੂ ਸਟਾਰਟ ਦਾ ਡੇ। ਜੋ ਕੰਪਿਊਟਰ ਤੇ ਬੈਠਦੇ ਹੋ, ਪ੍ਰੀ ਮਾਰਕੀਟ ਓਪਨ ਹੁੰਦੀ ਆ, ਯੂਜਲੀ ਸਾਰਾ ਕੁਝ ਸਾਇਲੈਂਟ ਕਰਕੇ, ਫੋਨ ਨਹੀਂ ਤੁਸੀਂ ਟੱਚ ਕਰਨਾ, ਕੰਪਿਊਟਰ ਨਹੀਂ ਤੁਸੀਂ ਟੱਚ ਕਰਨਾ, ਮੇ ਬੀ ਤੁਸੀਂ ਚਾਰਟਸ ਵਗੈਰਾ ਦੇਖ ਲਏ, ਲੈਵਲਸ ਨੋਟ ਡਾਊਨ ਕਰ ਲਏ, ਠੀਕ ਆ। ਸਾਹ ਲਓ ਡੀਪ, ਉਸ ਤੋਂ ਬਾਅਦ ਸੋਚੋ ਕਿ ਓਕੇ ਮੇਰਾ ਪਰ ਡੇ ਰਿਸਕ ਕਿੰਨਾ ਤੇ ਮੇਰਾ ਟ੍ਰੇਡਿੰਗ ਪਲਾਨ ਕੀ ਆ। ਸੋ ਆਪਦੇ ਆਪ ਨੂੰ ਪੁੱਛੋ, ਡੂ ਆਈ ਹੈਵ ਅ ਟ੍ਰੇਡਿੰਗ ਪਲਾਨ। ਮੇਰਾ ਟ੍ਰੇਡਿੰਗ ਪਲਾਨ ਹੈਗਾ, ਮੇਰੇ ਕਿਹੜੀ ਵਾਚ ਲਿਸਟ ਆ, ਮੈਂ ਕੀ ਦੇਖ ਰਿਹਾ, ਮੇਰੇ ਕੋਲ ਮੂਵਰਸ ਕਿਹੜੇ ਹੈਗੇ ਆ, ਮਾਰਕੀਟ ਕਿੱਦਾਂ ਦੀ ਆ, ਮਾਰਕੀਟ ਪ੍ਰੀ ਮਾਰਕੀਟ ਦੇ ਵਿੱਚ ਅਪ ਆ ਡਾਊਨ ਆ, ਵੱਡੇ ਲੈਵਲ ਦੇ ਉੱਪਰ ਤਾਂ ਨਹੀਂ ਹੈਗੀ, ਸਾਰਾ ਕੁਝ ਪਲਾਨਡ ਆਊਟ ਹੈਗਾ, ਠੀਕ ਆ। ਹਾਊ ਮੈਨੀ ਟ੍ਰੇਡਸ ਆਈ ਐਮ ਗੋਨਾ ਟ੍ਰੇਡ, ਮੈਂ ਦਿਨ ਦੇ ਕਿੰਨੇ ਟ੍ਰੇਡ ਲੈਣੇ ਆ। ਆਹ ਚੀਜ਼ਾਂ ਆਪਦੇ ਆਪ ਨੂੰ ਪੁੱਛਣੀਆਂ। ਤੁਸੀਂ ਲਿਖ ਵੀ ਸਕਦੇ ਆ, ਮੇ ਬੀ ਇੱਕ ਸਟਿੱਕੀ ਨੋਟ ਲੈ ਕੇ ਉੱਤੇ ਲਿਖ ਲਓ, ਹਾਊ ਮਚ ਮਨੀ ਆਈ ਐਮ ਰਿਸਕਿੰਗ ਟੂਡੇ।
ਸੋ ਮੈਂ ਕਿੰਨੇ ਪੈਸੇ ਰਿਸਕ ਲਗਾ ਰਿਹਾ, ਮੈਂ $50 ਲਾ ਰਿਹਾ, ਮੈਂ $100 ਲਗਾ ਰਿਹਾ, ਮੈਂ 150 ਲਾ ਰਿਹਾ, 200 ਲਾ ਰਿਹਾ, ਜਿੰਨਾ ਤੁਹਾਡੀ ਅਫੋਰਡੇਬਿਲਿਟੀ ਹੈ, ਰਾਈਟ। ਹੁਣ ਨਾਓ ਬਿਫੋਰ ਯੂ ਕਲਿੱਕ ਐਨੀ ਬਟਨ ਵੇਟ, ਮਾਰਕੀਟ ਓਪਨ ਹੋ ਗਈ, ਸਾਰਾ ਕੁਝ ਤੁਸੀਂ ਪਲਾਨ ਆਊਟ ਕਰ ਲਿਆ ਸੀ, ਕੋਈ ਬਟਨ ਕਲਿੱਕ, ਕੋਈ ਚਾਰਟ ਦੇਖਿਆ, ਕੋਈ ਬਟਨ ਕਲਿੱਕ ਕਰਨ ਲੱਗੇ ਹੋ, ਵੇਟ ਵੇਟ ਵੇਟ, ਹੌਸਲਾ, ਆਸਕ ਅਗੇਨ, ਇਜ਼ ਦਿਸ ਦ ਟ੍ਰੇਡ ਪਾਰਟ ਆਫ ਯੂਰ ਪਲਾਨ? ਜਿਹੜਾ ਤੁਸੀਂ ਟ੍ਰੇਡ ਲੈਣ ਲੱਗੇ ਆ ਪਾਰਟ ਹੈਗਾ ਹੀ ਪਲਾਨ ਦਾ, ਪਲਾਨ ਦੇ ਵਿੱਚ ਸੀਗਾ, ਨਹੀਂ ਹੈਗਾ ਦੈਨ ਨਹੀਂ, ਕਲਿੱਕ ਨਹੀਂ ਕਰਨਾ ਬਟਨ। ਆਹੀ ਇੱਕ ਸਿੰਪਲ ਤਰੀਕਾ, ਆਹ ਚੀਜ਼ ਜੇ ਤੁਸੀਂ ਸਿੱਖ ਲਈ, ਆਪਦੇ ਆਪ ਨੂੰ ਕੰਟਰੋਲ ਕਰਨਾ ਸਿੱਖ ਲਿਆ, ਦੈਟ ਇਜ਼ ਦ ਫਰਸਟ ਸਟੈਪ ਟੂ ਗੈਟ ਸਕਸੈਸ। ਮੇ ਬੀ ਜਿਹੜਾ ਤੁਸੀਂ ਟ੍ਰੇਡ ਲੈਣ ਲੱਗੇ ਸੀਗੇ, ਹੋ ਸਕਦਾ ਤੁਹਾਨੂੰ 2:1 3:1 ਦੀ ਰੇਸ਼ੋ ਦੇ ਰਿਹਾ ਹੋਵੇ ਰਾਈਟ ਨਾਓ, ਮੇ ਬੀ ਤੁਸੀਂ ਸੋਚਿਆ ਸੀ ਓਕੇ ਮੈਂ ਇੱਥੇ ਸਟਾਪ ਲਾਸ ਲਾ ਇੱਦਾਂ ਕਰ ਲਾਂ, ਪਰ ਜੇ ਉਹ ਪਲਾਨ ਦੇ ਵਿੱਚ ਨਹੀਂ ਸੀਗਾ, ਜਸਟ ਸਟਾਪ, ਕੁਛ ਨਹੀਂ ਕਰਨਾ, ਉਹਨੂੰ ਟੱਚ ਵੀ ਨਹੀਂ ਕਰਨਾ, ਰਾਈਟ। ਸੋ ਆਹ ਇੱਕ ਸਿੰਪਲ ਪ੍ਰੀ ਮਾਰਕੀਟ ਪ੍ਰੈਪਰੇਸ਼ਨ ਦਾ ਤਰੀਕਾ। ਉਸ ਤੋਂ ਬਾਅਦ ਹੁਣ ਆਹ ਚੀਜ਼ ਆਉਂਦੀ ਆ, ਰਾਈਟ ਡਾਊਨ, ਆਹ ਚੀਜ਼ ਪ੍ਰੈਕਟੀਕਲ ਕਰਕੇ ਦੇਖਿਓ ਐਂਡ ਇਟ ਵਿਲ ਹੈਲਪ। ਰਾਈਟ ਡਾਊਨ ਦਾ ਅਮਾਊਂਟ ਆਫ ਮਨੀ ਯੂ ਆਰ ਵਿਲਿੰਗ ਟੂ ਲੂਜ਼ ਔਨ ਯੂਰ ਟ੍ਰੇਡਿੰਗ ਡੈਸਕ। ਜਿੱਦਾਂ ਤੁਹਾਡਾ ਡੇਲੀ ਦਾ ਜਿੰਨਾ ਰਿਸਕ ਆ ਨਾ, ਉਹਨੂੰ ਆਪਦੇ ਟ੍ਰੇਡਿੰਗ ਡੈਸਕ ਤੇ ਲਿਖ ਲਓ। ਮੇ ਵੀ ਤੁਹਾਡਾ ਰਿਸਕ ਹੋਏ ਲੈਟਸ ਸੇ $150 ਦਾ ਇੱਕ ਦਿਨ ਦਾ, ਤੁਸੀਂ 150 ਸਟਿਕੀ ਨੋਟ ਵੱਡਾ ਜਿਹਾ ਲਿਖ ਕੇ ਰੱਖ ਲੈਣਾ, ਦੈਟਸ ਯੋਰ ਲੂਜ਼ਿੰਗ ਬਾਉਂਡਰੀ। ਉਹ ਤੁਹਾਡੀ ਲਾਸ ਦੀ ਮੈਕਸਿਮਮ ਬਾਉਂਡਰੀ ਆ। ਚਾਹੇ ਤੁਸੀਂ ਅੱਧੇ ਮਿੰਟ ਵਿੱਚ ਉਹ ਹਿੱਟ ਕਰ ਗਏ, ਮੇ ਵੀ ਤੁਸੀਂ ਕੋਈ ਟ੍ਰੇਡ ਵੱਡੀ ਪੋਜੀਸ਼ਨ ਲੈ ਲਈ, $150 ਗਿਆ, ਬਸ ਖਤਮ, ਓਵਰ ਦੈਟ ਬਾਉਂਡਰੀ। ਹੁਣ ਉਹ ਬਾਉਂਡਰੀ ਤੋਂ ਪਾਰ ਕੀ ਆ, ਦੈਟਸ ਵੇਅਰ 90% ਆਫ ਪੀਪਲ ਆਰ ਲੂਜ਼ਰਸ ਆਰ ਸਿਟਿੰਗ। ਮਤਲਬ ਕੀ ਆ, ਜੇ ਤੁਹਾਡਾ ਲਾਸ $150 ਦਾ ਨਾ, ਜਿਹੜੇ 90% ਬੈਠੇ ਆ ਨਾ, ਜਿਹੜੇ ਚੀਕਾਂ ਮਾਰ ਰਹੇ ਕਿ ਸਾਨੂੰ ਕੋਈ ਟ੍ਰੇਡਿੰਗ ਸਿਖਾ ਦੇ, ਸਾਨੂੰ ਕੋਈ ਮੈਜਿਕ ਸਟ੍ਰੈਟਜੀ ਦੱਸ ਦਿਓ, ਪਤਾ ਕੌਣ? ਜਿਹੜੇ 151 ਤੋਂ ਉੱਪਰ ਬੈਠੇ ਆ। ਮਤਲਬ ਜਿਹੜਾ ਡੇ ਦਾ ਲਾਸ ਐਕਸੀਡ ਕਰ ਗਿਆ, ਉਹ ਲਾਸ ਦੇ ਵਿੱਚ ਆ। ਸੋ ਤੁਹਾਨੂੰ 10% ਵਿੱਚ, ਮਤਲਬ ਸਕਸੈਸਫੁਲ ਹੋਣ ਲਈ ਆਹ ਵਾਲਾ ਜਿਹੜਾ ਪੁਆਇੰਟ ਹੈ ਨਾ 150, ਇਹਦੇ ਅੰਡਰ ਰਹਿਣਾ ਪੈਣਾ। ਮਤਲਬ ਇਹਦੇ ਜੇ ਤੁਸੀਂ 1 ਪੁਆਇੰਟ ਵੀ ਚੱਲ ਗਏ ਉੱਪਰ, ਦੈਟਸ ਇਟ, ਉੱਥੇ ਕੰਮ ਫਿਨਿਸ਼। ਸੋ ਉਹਦੇ ਅੰਡਰ ਰਹਿ ਕੇ ਹੀ ਟ੍ਰੇਡ ਕਰੋ। ਮੇ ਵੀ ਤੁਹਾਡਾ ਪਹਿਲਾ ਟ੍ਰੇਡ ਆ $50 ਦਾ ਲਾਸ ਹੋਇਆ, ਤੁਹਾਡੇ ਕੋਲ ਸਟਿਲ ਰੂਮ ਹੈਗਾ। ਸੋ ਤੁਹਾਡਾ ਜਿਹੜਾ ਮੈਕਸ ਲਾਸ ਆ, ਉਹ ਵੀ ਟਰਾਈ ਕਰਨਾ ਵੀ ਉਹ ਵੀ ਨਾ ਹਿੱਟ ਹੋਵੇ। ਹੁਣ ਜਿੱਦਾਂ ਮੈਂ ਟ੍ਰੇਡ ਕਰਦਾ, ਮੈਨੂੰ ਪਤਾ ਹੁੰਦਾ ਮੇਰਾ ਡੇ ਦਾ ਲਾਸ ਕਿੰਨਾ, ਮੇ ਵੀ ਮੈਂ $2200 ਰੱਖਿਆ ਹੈ, $1800 ਰੱਖਿਆ ਹੈ, ਪਰ ਮੈਂ ਟਰਾਈ ਕਰਦਾ ਕਿ ਇਹਨੂੰ 1000 ਦੇ ਅੰਦਰ ਹੀ ਬੰਦ ਕਰਦਾ, ਮੇ ਵੀ 1200 ਦੇ ਕਰਦਾ। ਮੈਂ 2000 ਵੀ ਕਦੇ ਹੁੰਦਾ ਹਿੱਟ ਮੇਰਾ ਹੋ ਜੇ, ਮੇ ਵੀ ਕੋਈ ਜ਼ਿਆਦਾ 3 ਟ੍ਰੇਡ ਲਏ, ਤਿੰਨੋਂ ਲਾਸ ਚੱਲ ਗਏ, ਤਿੰਨੋਂ ਵੱਡੀਆਂ ਪੋਜੀਸ਼ਨ ਸੀਗੀਆਂ, 2000 2200 2500 3000 ਆਊਟ। ਪਰ ਉਹ ਵੀ ਡਿਫਾਈਨਡ ਹੁੰਦਾ ਕਿ ਓਕੇ ਯਾਰ ਵੱਡੀ ਪੋਜੀਸ਼ਨ ਲਈ ਸੀ, ਦੈਟਸ ਓਕੇ, ਪਲਾਨ ਦੇ ਅਕੋਰਡਿੰਗ ਹੁੰਦਾ। ਆਊਟ ਆਫ ਪਲਾਨ ਕੁਛ ਵੀ ਨਹੀਂ ਕਰਨਾ। ਸੌਰੀ, ਓਕੇ। ਹੁਣ ਅਗਲੀ ਫੇਰ ਗੱਲ ਆਉਂਦੀ ਆ, ਅਸੀਂ ਸਾਰਾ ਕੁਝ ਕਰ ਲਿਆ। 150 ਵਾਲਾ ਜਿਹੜਾ ਮੈਂ ਤੁਹਾਨੂੰ ਦੱਸੀ ਸੀ ਐਗਜ਼ਾਮਪਲ, ਕਿ ਇਹ ਵਾਲਾ ਜਿਹੜਾ 150 ਵਾਲਾ ਪੁਆਇੰਟ ਆ, ਇਹਨੂੰ ਸਟਿੱਕੀ ਨੋਟ ਨਾਲ ਰੱਖੋ। ਉਸ ਤੋਂ ਬਾਅਦ ਜਦੋਂ ਤੁਹਾਡਾ ਮੈਚ ਕਰ ਗਿਆ, PNL 150 ਮਾਈਨਸ ਹੋ ਗਿਆ, ਤੁਹਾਡਾ ਜਿਹੜਾ ਪਰ ਡੇ ਲਾਸ ਸੀਗਾ 150 ਗਿਆ, ਆਊਟ। ਹੋਰ ਕੋਈ ਟ੍ਰੇਡ ਨਹੀਂ ਲੈਣਾ, ਕੋਈ ਕੁਛ ਨਹੀਂ ਕਰਨਾ, ਕਿਸੇ ਦੀ ਜਿਹੜੀ ਆਊਟਸਾਈਡ ਨੋਇਸ ਆ ਉਹ ਨਹੀਂ ਸੁਣਨੀ, ਜਸਟ ਕਲੋਜ਼ ਯੂਰ ਡੇ। ਅਗਲਾ ਪੁਆਇੰਟ ਆਉਂਦਾ, ਲਰਨ ਹਾਊ ਟੂ ਕਲੋਜ਼ ਦਾ ਡੇ। 90% people struggle to find appropriate close, that's the key for unlocking the success. ਟ੍ਰੇਡਿੰਗ ਦੇ ਵਿੱਚ ਨਾ ਲੋਕਾਂ ਨੂੰ ਡੇ ਸਟਾਰਟ ਕਰਨਾ ਹਰ ਇੱਕ ਨੂੰ ਆਉਂਦਾ, ਪਲੈਨਿੰਗ ਆਉਂਦੀ ਆ, ਪ੍ਰੀ ਮਾਰਕੀਟ ਦੇਖਣੀ ਆਉਂਦੀ ਆ, ਲੈਵਲਸ ਨੋਟ ਡਾਊਨ ਕਰਨੇ ਆਉਂਦੇ, ਇਹ ਉਹ ਫਲਾਣਾ ਧਮਕਾਣਾ ਸਾਰਾ ਕੁਝ ਆਉਂਦਾ, ਪਰ ਉਹਨਾਂ ਨੂੰ ਡੇ ਕਲੋਜ਼ ਨਹੀਂ ਕਰਨਾ ਆਉਂਦਾ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਕਰਨਾ ਕਦੋਂ ਆ। ਕਈ ਲੋਕ ਪਹਿਲੇ 5 ਮਿੰਟ ਲਈ ਇੱਕ ਅੱਧਾ ਟ੍ਰੇਡ ਉਹਨਾਂ ਦਾ ਪਲਾਨ ਹੁੰਦਾ ਹੈ, ਉਹ ਸਾਰਾ ਦਿਨ ਹੀ ਚਾਰਟਸ ਤੇ ਬੈਠੇ ਰਹਿਣਗੇ। ਚਾਰਟ ਤੇ ਬਹਿਣਾ ਕੋਈ ਮਾੜੀ ਗੱਲ ਨਹੀਂ ਆ, ਤੁਸੀਂ ਸਾਰਾ ਦਿਨ ਟ੍ਰੇਡ ਕਰ ਸਕਦੇ ਹੋ, ਕੋਈ ਮਾੜੀ ਗੱਲ ਨਹੀਂ ਆ। ਪਰ ਮੈਂ ਤੁਹਾਨੂੰ ਤਰੀਕਾ ਦੱਸਦਾ ਉਹਦਾ। ਜੇ ਤੁਹਾਡਾ ਪਹਿਲਾ ਟ੍ਰੇਡ ਵਧੀਆ ਪ੍ਰੋਫਿਟ ਚਲਾ ਗਿਆ ਨਾ, ਆਪਦੇ ਪ੍ਰੋਫਿਟਸ ਨਾਲ ਪਲੇ ਅਰਾਊਂਡ ਕਰੋ। ਮੇ ਵੀ ਤੁਸੀਂ $1000 ਬਣਾ ਲਿਆ, ਅਗਲੇ ਟ੍ਰੇਡ ਦੇ ਵਿੱਚ 100 ਕਰਕੇ ਰਿਸਕ ਤੇ ਲਾਓ। ਮੇ ਵੀ ਤੁਸੀਂ ਜੇ 5 ਟ੍ਰੇਡ ਵੀ ਲੈਟਸ ਸੇ ਅਗਲੇ ਲੈ ਲਏ 100 ਕਰਕੇ, 5 ਲਾਸ 'ਚ ਚਲ ਗਏ, ਸਟਿਲ ਤੁਹਾਡਾ ਦਿਨ ਦਾ $500 ਅਪ ਹੈਗਾ। ਜੇ $100 ਅਪ ਆ ਮੇਰਾ ਪਹਿਲੇ ਟ੍ਰੇਡ 'ਚ, ਮੈਂ ਕੀ ਕਰੂੰਗਾ, ਮੈਂ ਮੇ ਵੀ ਪਹਿਲੇ ਅਗਲਾ ਟ੍ਰੇਡ ਜੇ ਲੈਣਾ, ਮੈਂ ਉਹਦੇ 'ਚ ਮੇ ਵੀ ਵੱਧ ਤੋਂ ਵੱਧ $25 ਰਿਸਕ ਤੇ ਲਗਾਊਂਗਾ। ਜੇ ਮੇਰਾ ਪ੍ਰੋਫਿਟ ਚਲਾ ਗਿਆ, ਮੈਂ ਉਹਦੇ 'ਚ ਟਾਰਗੇਟ ਰੱਖੂੰਗਾ ਕਿ ਜੇ ਮੈਂ 25 ਰਿਸਕ ਤੇ ਲਗਾ ਰਿਹਾ, ਘੱਟ ਤੋਂ ਘੱਟ 35 ਜਾਂ 40 ਮੇਰੇ ਪ੍ਰੋਫਿਟ ਬਣ। ਮੰਨ ਲਓ ਮੇਰਾ ਲਾਸ 'ਚ ਚਲਾ ਗਿਆ, $25 ਮੇਰੇ ਗਏ, ਅਗਲੀ ਵਾਰੀ ਮੈਂ ਸੋਚੂੰਗਾ ਕਿ ਓਕੇ ਯਾਰ ਲਾਸਟ ਟ੍ਰੇਡ ਲੈਣਾ, $20 ਲਾ ਕੇ ਦੇਖਦੇ ਹਾਂ ਰਿਸਕ ਤੇ। ਜੇ ਮੰਨ ਲਓ ਮੇਰੇ 20 ਵੀ ਚਲੇ ਗਏ, ਰਾਈਟ, ਸੋ ਮੇਰੇ $45 ਚਲੇ ਗਏ, ਬਟ ਸਟਿਲ ਮੈਂ $55 ਜਿਹੜੇ ਮੇਰੇ ਪ੍ਰੋਫਿਟ ਦੇ ਵਿੱਚ ਆ, ਮੈਂ ਡੇ ਕਲੋਜ਼ ਕਰ ਦੂੰਗਾ। ਓਕੇ ਯਾਰ ਠੀਕ ਆ, 3 ਟ੍ਰੇਡ ਲਏ ਸੀ, ਇੱਕ ਵਧੀਆ ਗਿਆ, 2 ਬੈਡ ਗਏ, ਕਰਤਾ ਬੰਦ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਮੈਂ ਡੇ ਕਲੋਜ਼ ਕਿੱਦਾਂ ਕਰਨਾ। ਬਹੁਤ ਸਾਰੇ ਇੱਦਾਂ ਦੇ ਲੋਕ ਹੁੰਦੇ ਜਿਹੜੇ $100 ਜਿਨ੍ਹਾਂ ਨੇ ਬਣਾਇਆ ਹੁੰਦਾ, ਉਹ ਇੱਕ ਅੱਧਾ ਹੋਰ ਟ੍ਰੇਡ ਲੈਣ ਲਈ
$200 ਰਿਸਕ ਤੇ ਲਗਾ ਦਿੰਦੇ ਆ। ਸੋ ਅਲਟੀਮੇਟਲੀ ਜਿਹੜਾ 100 ਬਣਾਇਆ ਹੁੰਦਾ ਉਹ ਵੀ ਜਾਂਦਾ ਪਲੱਸ 100 ਐਡੀਸ਼ਨਲ ਹੋਰ ਚੱਲ ਜਾਂਦਾ। ਉਸ ਤੋਂ ਬਾਅਦ ਫਿਰ ਹੁੰਦੀ ਆ ਅਸਲੀ ਗੇਮ ਸ਼ੁਰੂ, ਓਵਰ ਟ੍ਰੇਡਿੰਗ, ਰਿਵੈਂਜ ਟ੍ਰੇਡਿੰਗ। ਜਿਹੜਾ 100 ਆ ਉਹ ਵੀ ਬਣਾਉਣਾ ਆ, ਜਿਹੜਾ ਪਹਿਲਾਂ 100 ਬਣਾਇਆ ਸੀ ਉਹ ਵੀ ਰਿਕਵਰ ਕਰਨਾ ਆ। ਸੋ ਫਿਰ ਤਾਂ ਅਕਾਊਂਟ ਜਾਂਦੇ ਰਹਿੰਦੇ ਆ। ਸੋ ਹਮੇਸ਼ਾ ਸਿੱਖੋ ਮੈਂ ਆਪਦਾ ਡੇ ਕਲੋਜ਼ ਕਦੋਂ ਤੇ ਕਿੱਦਾਂ ਕਰਨਾ। You should know when it is time to shut down the computer, just run away, don't look at the charts. ਜੋ ਤੁਹਾਨੂੰ ਪਤਾ ਲੱਗ ਗਿਆ ਮੇਰੀ ਡੇਲੀ ਮੇ ਵੀ ਜਿੰਨਾ ਕਿ ਮੇਰੇ ਬਾਨੇ ਸੀ, ਇੱਕ ਟ੍ਰੇਡ ਵਧੀਆ ਚਲਾ ਗਿਆ ਮੇ ਵੀ ਤੁਸੀਂ ਉਦੋਂ ਕਲੋਜ਼ ਕਰ ਦਿਓ, ਇੱਕ ਟ੍ਰੇਡ ਬਹੁਤ ਬੈਡ ਚਲਾ ਗਿਆ ਉਦੋਂ ਕਲੋਜ਼ ਕਰ ਦਿਓ। ਸੋ ਅਲਟੀਮੇਟਲੀ ਗੱਲ ਕਿੱਥੇ ਮੁੱਕਦੀ ਆ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਡੇ ਕਲੋਜ਼ ਕਦੋਂ ਕਰਨਾ। ਦੈਟ ਇਜ਼ ਇਟ। ਉਹ ਤੋਂ ਅਗਲਾ ਪੁਆਇੰਟ ਆਉਂਦਾ ਲਰਨ ਵੈਨ ਨਾਟ ਟੂ ਟ੍ਰੇਡ। ਇੰਪੋਰਟੈਂਟ ਇਹ ਆ। ਯੂਜਲੀ ਕੀ ਹੁੰਦਾ ਕਿ ਸੌਰੀ ਮੈਂ ਪਾਣੀ ਪੀ ਲਾਂ ਥੋੜਾ ਜਿਹਾ। ਓਕੇ, ਯੂਜਲੀ ਕੀ ਹੁੰਦਾ ਕਿ ਤੁਸੀਂ ਦੇਖਿਆ ਹੋਊਗਾ ਜੇ ਤੁਸੀਂ ਟ੍ਰੇਡਿੰਗ ਕਰਦੇ ਹੋ ਨਾ, ਤੁਸੀਂ ਬਾਰ-ਬਾਰ ਚਾਰਟਸ ਖੋਲ ਕੇ ਦੇਖਦੇ ਹੋ ਐਂਡ ਮੋਸਟਲੀ ਜੋ ਮਾਰਕੀਟ ਬੋਰਿੰਗ ਹੋ ਜਾਂਦੀ ਆ, ਚੌਪੀ ਹੋ ਜਾਂਦੀ ਆ, ਸਲੋ, ਜਿਹਨੂੰ ਸਲੋ ਮਾਰਕੀਟ ਕਹਿੰਦੇ ਆ। often when the market is moving slow, market is slow and boring, we want something interesting, ਪਰ ਸਾਡਾ ਜਿਹੜਾ ਦਿਮਾਗ ਹੈ ਨਾ ਉਹ ਇਹ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾਉਂਦਾ ਕਿ ਕੁਝ ਬੋਰਿੰਗ ਆ। ਅਸੀਂ ਕੋਈ ਇੰਟਰਸਟਿੰਗ ਚਾਹੁੰਦੇ ਵੀ ਕੁਝ ਹੋਵੇ, ਕੋਈ ਹਲਚਲ ਜੀ ਹੋਵੇ। ਸੋ ਵੀ ਟੇਕ ਅ ਟ੍ਰੇਡ ਅਸਿਊਮਿੰਗ ਦੈਟ ਦਿਸ ਚੌਪੀਨੈਸ ਵਿਲ ਬ੍ਰੇਕ ਐਂਡ ਗਿਵ ਅਸ ਪ੍ਰੋਫਿਟ। ਸਾਨੂੰ ਨਾ ਧੱਕੇ ਜਿਹੇ ਨਾਲ ਇੱਕ ਅਜ਼ੰਪਸ਼ਨ ਬਣ ਜਾਂਦੀ ਕਿ ਜਿਹੜੀ ਚੌਪੀਨੈਸ ਨਾ ਹੁਣ ਹਟੂਗੀ। ਮੇ ਵੀ 12 ਵੱਜ ਰਹੇ ਮਿਡ ਆਫ ਦਾ ਡੇ ਆ, ਰਾਈਟ। ਤੇ ਕੋਈ ਸਟਾਕ ਆ ਜਿਹੜਾ ਜਦੋਂ ਦਾ ਓਪਨ ਹੋਇਆ ਚੌਪੀ ਆ ਉਸੇ ਜ਼ੋਨ 'ਚ ਹੀ, ਅਸੀਂ ਧੱਕੇ ਜਿਹੇ ਨਾਲ ਹੀ ਐਂਟਰੀ ਕਰ ਲੈਂਦੇ ਹਾਂ ਕਿ ਇਹ ਬ੍ਰੇਕ ਕਰੂਗਾ, ਪਤਾ ਨਹੀਂ ਕਿੱਧਰਲੀ ਸਾਈਡ ਕਰੂਗਾ ਤੇ ਸਾਨੂੰ ਪ੍ਰੋਫਿਟ ਦਊਗਾ। ਅਸੀਂ ਟ੍ਰੇਡ ਲੈ ਲੈਂਦੇ ਹਾਂ ਜਿਹਦਾ ਨਾ ਕੋਈ ਸੈਂਸ ਬਣਦੀ ਆ। ਜਸਟ ਅਸੀਂ ਇਸ ਕਰਕੇ ਲਿਆ ਟ੍ਰੇਡ ਕਿਉਂਕਿ ਅਸੀਂ ਬੋਰ ਹੋ ਰਹੇ ਸੀ ਦੇਖ ਕੇ। ਉਹ ਚੀਜ਼ ਨਹੀਂ ਕਰਨੀ। ਹਮੇਸ਼ਾ ਇਹ ਸਿੱਖੋ ਟ੍ਰੇਡ ਕਦੋਂ ਨਹੀਂ ਲੈਣਾ, ਇਹ ਇੰਪੋਰਟੈਂਟ ਆ। ਬਟ ਰਿਮੈਂਬਰ, ਇਹਦੇ ਵਿੱਚ ਕਿਹੜੀ ਚੀਜ਼ ਯਾਦ ਰੱਖਣ ਵਾਲੀ ਆ, ਬਟ ਰਿਮੈਂਬਰ ਦੈਟਸ ਵਟ ਯੂ ਫੀਲ। ਇਹ ਉਹ ਚੀਜ਼ ਆ ਜਿਹੜੀ ਤੁਸੀਂ ਫੀਲ ਕਰ ਰਹੇ ਹੋ। ਐਂਡ 90% ਆਫ ਦਾ ਫੇਲੀਅਰ ਜਿਹੜਾ ਆ ਉਹ ਕਿੱਥੋਂ ਆਉਂਦਾ ਆ? 90% of the failure comes from feelings and emotions. You could have just waited, but you took that trade that made no sense. ਹੋ ਸਕਦਾ ਟ੍ਰੇਡ ਜਿਹੜਾ ਤੁਹਾਡਾ ਲਿਆ ਪ੍ਰੋਫਿਟ 'ਚ ਵੀ ਦੇ ਜੇ ਤੁਹਾਨੂੰ, ਮੇ ਬੀ ਤੁਹਾਨੂੰ 3:1 4:1 ਦੀ ਰੇਸ਼ੋ, ਮੇ ਬੀ ਜਿੰਨੀ ਮਰਜ਼ੀ ਕਿ ਪ੍ਰੋਫਿਟ ਦੇ ਗਿਆ, ਪਰ ਤੁਹਾਨੂੰ ਲੱਗਦਾ ਵੀ ਯਾਰ ਇਹ ਟ੍ਰੇਡ ਮੈਂ ਅਵੋਇਡ ਕਰ ਸਕਦਾ ਸੀ, ਮੈਨੂੰ ਨਹੀਂ ਸੀ ਲੈਣਾ ਚਾਹੀਦਾ। ਜੇ ਲੱਗਦਾ ਦੈਟ ਮੀਨਸ ਤੁਸੀਂ ਉਹ ਮਿਸਟੇਕ ਕੀਤੀ ਆ। ਸੋ ਜਿਹੜੇ ਤੁਸੀਂ ਫੀਲਿੰਗਸ ਦੇ ਬੇਸ ਤੇ, ਇਮੋਸ਼ਨਸ ਦੇ ਬੇਸ ਤੇ ਤੁਹਾਨੂੰ ਲੱਗ ਰਿਹਾ, ਜੋ ਤੁਹਾਡਾ ਦਿਲ ਕਹਿ ਰਿਹਾ ਵੀ ਯਾਰ ਆਹ ਚੀਜ਼ ਹੋ ਸਕਦੀ ਵਿਦਆਊਟ ਐਨੀ ਐਨਾਲਿਸਿਸ, ਵਿਦਆਊਟ ਐਨੀ ਜਿਹੜੀ ਸੈਂਸਲੈਸ ਆ ਨਾ, ਉਹ ਚੀਜ਼ ਜੇ ਹੋ ਰਹੀ ਆ ਉਹਦੇ ਵਿੱਚ ਹਮੇਸ਼ਾ ਅਵੋਇਡ ਕਰੋ ਟ੍ਰੇਡ ਕਰਨਾ। ਸੋ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਚੀਜ਼ ਆ, ਲਰਨ ਵੈਨ ਨਾਟ ਟੂ ਟ੍ਰੇਡ, ਰਾਈਟ। ਉਸ ਤੋਂ ਬਾਅਦ ਗੱਲ ਆਹ ਚੀਜ਼ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੋਈ ਆ, ਅੰਡਰਸਟੈਂਡਿੰਗ ਦਾ ਪ੍ਰੈਕਟੀਕੈਲਿਟੀ ਆਫ ਸਕਸੈਸ ਐਂਡ ਡਿਸਿਪਲਿਨ। ਸੋ ਹੁਣ ਆਪਾਂ ਨਾ ਇੱਕ ਇਹ ਚੀਜ਼ ਨੂੰ ਫਰੇਮਵਰਕ ਦੇ ਵਿੱਚ ਡਿਫਾਈਨ ਕਰਦੇ ਹਾਂ ਵੀ ਜਿਹੜੀ ਟ੍ਰੇਡ ਮੈਨੇਜਮੈਂਟ, ਰਿਸਕ ਮੈਨੇਜਮੈਂਟ, ਟ੍ਰੇਡ ਪਲੈਨਿੰਗ, ਇਹ ਸਾਰਾ ਕੁਝ ਕੀ ਆ। ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਕੋਈ ਸਪੋਰਟਸ ਟੀਮ ਆ, ਮੰਨ ਲਓ ਇੰਡੀਆ ਦੀ ਕ੍ਰਿਕਟ ਟੀਮ ਆ। ਇੰਡੀਆ ਦੀ ਕ੍ਰਿਕਟ ਟੀਮ ਜਿਹੜੀ ਪਲੇ ਕਰ ਰਹੀ ਹੈ ਕਿਸੇ ਨੌਕਆਊਟ ਟੂਰਨਾਮੈਂਟ ਦੇ ਵਿੱਚ। ਨੌਕਆਊਟ ਟੂਰਨਾਮੈਂਟ ਕੀ ਹੁੰਦਾ ਕਿ ਤੁਸੀਂ ਮੈਚ ਹਾਰ ਗਏ, ਤੁਸੀਂ ਟੂਰਨਾਮੈਂਟ ਤੋਂ ਬਾਹਰ ਹੋ। ਸੇਮ ਚੀਜ਼ ਮੰਨ ਲਓ ਹੁੰਦੀ ਹੈ। ਐਂਡ if they lose a game, they are out of the tournament. ਜੇ ਕੋਈ ਉਹ ਗੇਮ ਹਾਰ ਜਾਂਦੇ ਆ, they are out. Why is that? ਮੰਨ ਲਓ ਇੰਡੀਆ ਦੀ ਟੀਮ ਆ, ਕੋਈ ਨੌਕਆਊਟ ਟੂਰਨਾਮੈਂਟ ਹੋਇਆ ਜਿੱਥੇ 8-10 ਟੀਮਾਂ ਇਕੱਠੀਆਂ ਕੰਪੀਟ ਕਰ ਰਹੀਆਂ ਐਂਡ ਉਹਨਾਂ ਦੇ ਆਪਸ ਦੇ ਵਿੱਚ ਮੈਚ ਹੋ ਰਹੇ ਆ। ਕੋਈ ਵੀ ਟੀਮ ਜਦੋਂ ਹਾਰ ਜਾਂਦੀ ਆ ਉਹ ਬਾਹਰ ਹੋ ਜਾਂਦੀ ਆ। ਹੁਣ ਕਿਉਂ ਬਾਹਰ ਹੋਊਗੀ ਉਹ? ਲੈਟਸ ਸੇ ਇੰਡੀਆ ਵਾਲੇ ਕਹਿੰਦੇ ਵੀ ਆਪਾਂ ਤਾਂ ਨਹੀਂ ਬਾਹਰ ਹੁੰਦੇ, ਰਾਈਟ, ਪਰ because that have the set of rules and management who will not let them play. ਪਰ ਉੱਥੇ ਕੋਈ ਮੈਨੇਜਮੈਂਟ ਬੈਠੀ ਆ, ਉੱਥੇ ICC ਬੈਠੀ ਆ ਜਿਹੜੀ ਕੋਈ ਕੰਟਰੋਲ ਕਰ ਰਹੀ, ਕੋਈ ਕਾਉਂਸਲਿੰਗ ਬੋਡੀ ਬੈਠੀ ਆ, ਕੋਈ ਆਰਗੇਨਾਈਜੇਸ਼ਨ ਆ ਜਿਹੜੀ ਕਹਿ ਰਹੀ ਹੈ ਵੀ ਨਹੀਂ ਤੁਸੀਂ ਹਾਰ ਗਏ ਹੋ, ਤੁਸੀਂ ਆਊਟ ਹੋ। ਪਰ ਇੰਡੀਆ ਵਾਲੇ ਕਹਿਣਗੇ ਨਾ ਆਪਾਂ ਤਾਂ ਖੇਡਾਂਗੇ, ਰਾਈਟ। ਐਂਡ ਤੁਸੀਂ ਦੇਖਿਆ ਹੋਊਗਾ ਯੂਜਲੀ ਐ ਪਿੰਡਾਂ ਦੇ ਵਿੱਚ ਹੁੰਦਾ ਜਿੱਥੇ ਕੋਈ ਮੈਨੇਜਮੈਂਟ ਨਹੀਂ, ਕੋਈ ਕੁਛ ਨਹੀਂ, ਉੱਥੇ ਇਹ ਚੀਜ਼ਾਂ ਹੁੰਦੀਆਂ। ਕ੍ਰਿਕਟ ਤੋਂ ਲੜਾਈਆਂ ਹੁੰਦੀਆਂ, ਟੂਰਨਾਮੈਂਟ ਦੇ ਵਿੱਚ ਲੜਾਈਆਂ ਹੁੰਦੀਆਂ, ਕਿਉਂਕਿ ਇੱਕ ਕੋਈ ਉਹ ਬੋਡੀ ਨਹੀਂ ਹੁੰਦੀ ਜਿਹਦੀ ਕੋਈ ਸੁਣ ਸਕੇ। ਇੰਟਰਨੈਸ਼ਨਲ ਲੈਵਲ ਤੇ ਇਹ ਚੀਜ਼ ਕਿਉਂ ਨਹੀਂ ਹੁੰਦੀ? ਫੀਫਾ ਆ, ਫੀਫਾ ਦੇ ਵਿੱਚ ਕੋਈ ਟੀਮ ਬਾਹਰ ਹੋ ਗਈ, ਵਾਪਸ ਕਿਉਂ ਨਹੀਂ ਐਂਟਰ ਕਰ ਸਕਦੀ? ਬਿਕੋਜ਼ ਕੋਈ ਉਸ ਚੀਜ਼ ਨੂੰ ਕੋਈ ਕੰਟਰੋਲ ਕਰ ਰਿਹਾ। ਬਟ ਇਨ ਟ੍ਰੇਡਿੰਗ ਦੇयर ਇਜ਼ ਨੋ ਸੱਚ ਮੈਨੇਜਮੈਂਟ। ਪਰ ਟ੍ਰੇਡਿੰਗ ਦੇ ਵਿੱਚ ਕੋਈ ਐਸੀ ਮੈਨੇਜਮੈਂਟ ਨਹੀਂ ਹੁੰਦੀ। ਪਰ
ਇਹਦੇ ਵਿੱਚ you have to create one that can tell you when you are out of the tournament. ਇਹਦੇ ਵਿੱਚ ਤੁਹਾਨੂੰ ਉਹ ਮੈਨੇਜਮੈਂਟ ਬਣਾਉਣੀ ਪੈਣੀ ਆ ਜਿਹੜੀ ਤੁਹਾਨੂੰ ਦੱਸ ਸਕੇ ਵੀ ਮੈਂ ਇਹਦੇ ਵਿੱਚੋਂ, ਮੈਂ ਡੇ ਦੇ ਵਿੱਚੋਂ, ਟ੍ਰੇਡ ਦੇ ਵਿੱਚੋਂ, ਇਸ ਟੂਰਨਾਮੈਂਟ ਦੇ ਵਿੱਚੋਂ ਕਦੋਂ ਬਾਹਰ ਆਉਣਾ। ਉਹ ਜਿਹੜੀ ਮੈਨੇਜਮੈਂਟ ਬਣਾਉਣੀ ਹੈ ਨਾ, ਰਾਦਰ ਦੈਨ ਤੁਸੀਂ ਟ੍ਰੇਡਿੰਗ 'ਚ ਪ੍ਰੋਫਿਟ ਬਣਾਓ, ਤੁਸੀਂ ਜੇ ਉਹ ਮੈਨੇਜਮੈਂਟ ਬਣਾ ਲਓ, ਪ੍ਰੋਫਿਟ ਆਪਣੇ ਆਪ ਬਣ ਜਾਣਗੇ, ਰਾਈਟ। ਸੋ ਇਹ ਚੀਜ਼ ਆ, ਜਦੋਂ ਕੋਈ ਟੀਮ ਨੌਕਆਊਟ ਦੇ ਵਿੱਚੋਂ ਬਾਹਰ ਹੁੰਦੀ ਆ, ਜੇ ਕੋਈ ਕ੍ਰਿਕਟ ਦਾ ਫੈਨ ਉਹਨੂੰ ਪਤਾ ਹੋਊਗਾ ਕਿ ਜਦੋਂ ਜਿਹੜੀਆਂ ਛੋਟੇ ਲੈਵਲ ਦੀਆਂ ਟੀਮਾਂ ਹੁੰਦੀਆਂ, ਜਿਹੜੀਆਂ ਛੋਟੀਆਂ ਕੰਟਰੀ, ਜਿਹੜੀਆਂ ਵੱਡੇ ਲੈਵਲ 'ਤੇ ਨਹੀਂ ਜ਼ਿਆਦਾ ਪਲੇ ਕਰਦੇ, ਉਹਨਾਂ ਨੂੰ ਕੁਆਲੀਫਾਈ ਕਰਨ ਵਾਸਤੇ ਪਹਿਲਾਂ ਕੁਆਲੀਫਾਈਂਗ ਮੈਚ ਖੇਡਣੇ ਪੈਂਦੇ ਆ। ਟ੍ਰੇਡਿੰਗ ਦੇ ਵਿੱਚ ਵੀ ਸੇਮ ਚੀਜ਼ ਹੁੰਦੀ ਆ। ਜਦੋਂ ਤੁਸੀਂ ਮੇਨ ਮਾਰਕੀਟ ਟ੍ਰੇਡ ਕਰਨੀ ਆ, ਰਾਦਰ ਦੈਨ ਵੱਡੀਆਂ ਪੋਜੀਸ਼ਨ ਲੈਣੇ, ਮੰਨ ਲਓ ਤੁਹਾਡੇ ਵੱਡੇ ਪੋਜੀਸ਼ਨ 'ਚ ਲਾਸ ਵੀ ਹੋ ਜਾਂਦੇ ਆ, ਟਰਾਈ ਟੂ ਕੱਟ ਡਾਊਨ ਦਾ ਪੋਜੀਸ਼ਨ। ਛੋਟੀਆਂ ਟੀਮਾਂ ਨਾਲ ਖੇਡੋ, ਛੋਟੀ ਪੋਜੀਸ਼ਨ ਲੈ ਕੇ ਖੇਡੋ, ਤਾਂ ਕਿ ਤੁਸੀਂ ਵੱਡੇ ਲਈ ਕੁਆਲੀਫਾਈ ਕਰ ਸਕੋ, ਤਾਂ ਕਿ ਤੁਹਾਡੀ ਜਿਹੜੀ ਕੰਸਿਸਟੈਂਸੀ ਬਣ ਸਕੇ ਐਂਡ ਅਲਟੀਮੇਟਲੀ ਯੂ ਕੈਨ ਜੰਪ ਇਨਟੂ ਦ ਬਿਗ ਓਸ਼ਨ, ਰਾਈਟ। ਸੋ ਇਹ ਚੀਜ਼ ਨੂੰ ਥੋੜਾ ਪ੍ਰੈਕਟੀਕਲੀ ਸਮਝੋ, ਰਾਦਰ ਦੈਨ ਕਿ ਇਕੱਲਾ ਪੈਸੇ ਮਤਲਬ ਪੈਸਾ ਅੱਗੇ ਰੱਖ ਕੇ ਟ੍ਰੇਡਿੰਗ ਨੂੰ ਸਮਝਣ ਨੂੰ, ਇਹਦੀ ਥੋੜੀ ਫੰਕਸ਼ਨੈਲਿਟੀ ਸਮਝੋ ਵੀ ਇਹ ਕੰਮ ਕਿੱਦਾਂ ਕਰਦਾ ਸਾਰਾ ਸਿਸਟਮ, ਇਹ ਮਾਰਕੀਟ ਚੱਲਦੀ ਕਿੱਦਾਂ। ਸੋ ਇਹਨੂੰ ਕੰਪੇਅਰ ਕਰੋ ਜਿੰਨਾ ਰੀਅਲ ਲਾਈਫ ਨਾਲ ਕੰਪੇਅਰ ਕਰ ਸਕਦੇ ਹਾਂ। ਪਰ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਜਦੋਂ ਅਸੀਂ ਡੈਸਕ ਦੇ ਸਾਹਮਣੇ ਬਹਿ ਜਾਂਦੇ ਨੇ, ਇਹ ਕੋਈ ਚੀਜ਼ਾਂ ਮੰਨਣ ਨੂੰ ਹੀ ਨਹੀਂ ਤਿਆਰ ਹੁੰਦਾ, ਸਾਡਾ ਦਿਮਾਗ ਹੀ ਇਸ ਤਰੀਕੇ ਨਾਲ ਬਣਿਆ ਹੋਇਆ, ਤਾਂ ਫਿਰ ਉਹਦੇ ਵਿੱਚ ਤਾਂ ਹੱਲ ਕੋਈ ਨਹੀਂ ਹੈਗਾ। ਹੁਣ ਅੱਗੋਂ ਇੱਕ ਯੂਜਲੀ ਤੁਸੀਂ ਦੇਖਿਆ ਹੋਊਗਾ, ਵਟ ਇਜ਼ ਦ ਐਜ, ਵਟ ਇਜ਼ ਐਨ ਐਜ ਜਾਂ ਦਾ ਐਜ। ਬੜੇ ਜਿਹੜੇ ਟ੍ਰੇਡਰ ਆ ਉਹ ਕਹਿੰਦੇ ਫਾਈਂਡ ਯੋਰ ਐਜ। ਐਜ ਦੀ ਡੈਫੀਨੇਸ਼ਨ ਕੀ ਆ ਕਿ ਮੈਨੂੰ ਕੀ ਪੁੱਛਦੇ ਕਿ ਵੀ ਵਟ ਇਜ਼ ਯੋਰ ਐਜ। ਐਜ ਦੇ ਵਿੱਚ ਲੋਕ ਜਿਹੜੇ ਸਟਾਰਟ ਕਰਦੇ ਨਾ ਲੋਕ, ਉਹਨਾਂ ਨੂੰ ਇਦਾਂ ਲੱਗਦਾ ਕਿ ਐਜ ਦਾ ਮਤਲਬ ਆ ਕੋਈ ਸਟ੍ਰੈਟੇਜੀ, ਪਰ ਐਜ ਸਟ੍ਰੈਟੇਜੀ ਨਹੀਂ ਹੈ ਕੋਈ ਵੀ। ਦੇयर ਇਜ਼ ਨੋ ਸਟ੍ਰੈਟੇਜੀ ਇਨ ਟ੍ਰੇਡਿੰਗ, ਟੂ ਬੀ ਓਨੈਸਟ। ਮੈਂ ਤੁਹਾਨੂੰ ਆਪਦੇ ਐਕਸਪੀਰੀਅੰਸ ਤੋਂ ਦੱਸ ਰਿਹਾ, ਜੇ ਕੋਈ ਕਹਿੰਦਾ ਨਾ ਟ੍ਰੇਡਿੰਗ 'ਚ ਕੋਈ ਸਕਸੈਸਫੁਲ ਸਟ੍ਰੈਟੇਜੀ ਹੈ, ਨਹੀਂ। ਯੈਸ ਦੇयर ਆਰ ਡਿਫਰੈਂਟ ਵੇਜ਼ ਟੂ ਟ੍ਰੇਡ। ਹਰ ਇੱਕ ਸਟਾਕ ਨੂੰ ਟ੍ਰੇਡ ਕਰਨ ਦੇ ਵੱਖਰੇ ਤਰੀਕੇ ਆ। ਕੋਈ ਇੰਡੈਕਸ ਟ੍ਰੇਡ ਕਰਨਾ ਪਸੰਦ ਕਰਦਾ, ਕੋਈ ਸਵਿੰਗ ਕਰਨੇ, ਕੋਈ ਸਕੈਲਪਿੰਗ ਕਰਨੇ, ਕੋਈ ਰਿਵਰਸਲ ਲੈਣੇ ਪਸੰਦ ਕਰਦਾ। ਪਰ ਜੇ ਕੋਈ ਮੈਜਿਕ ਸਟ੍ਰੈਟੇਜੀ ਜਿਹੜੀ ਤੁਸੀਂ ਕਾਪੀ ਪੇਸਟ ਕਰ ਸਕਦੇ ਆ, ਉਹ ਨਹੀਂ ਹੈਗੀ ਕੋਈ ਵੀ। ਸੋ ਹਰ ਇੱਕ ਦੇ ਸੁਭਾਅ 'ਤੇ ਡਿਪੈਂਡ ਕਰਦਾ ਉਹ ਕਿੱਦਾਂ ਦਾ, ਉਹਦਾ ਨੇਚਰ ਕਿਵੇਂ ਦਾ ਆ, ਹਰ ਇੱਕ ਦੀ ਅਫੋਰਡੇਬਿਲਿਟੀ ਦੀ, ਉਹਦਾ ਰਿਸਕ ਟੋਲਰੈਂਸ ਕਿੰਨੀ ਆ। ਸੋ ਐਜ ਦਾ ਮਤਲਬ ਕੀ ਆ, ਕਹਿੰਦੇ ਨੇ ਨਾ ਕਿ ਫਾਈਂਡ ਯੋਰ ਐਜ। ਹੁਣ ਐਜ ਮੈਂ ਤੁਹਾਨੂੰ ਦੱਸਦਾ, ਪਲਾਨ ਯੋਰ ਟ੍ਰੇਡ ਐਂਡ ਟ੍ਰੇਡ ਯੋਰ ਪਲਾਨ। ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਦਾ ਜਿਹੜਾ ਟ੍ਰੇਡ ਆ ਉਹਨੂੰ ਪਲਾਨ ਕਰੋ, ਫਿਰ ਉਹਦੇ ਅਕੋਰਡਿੰਗ ਜਿਹੜਾ ਆ ਟ੍ਰੇਡ ਕਰੋ। ਫਾਈਂਡ ਦ ਲੈਵਲਸ, ਵੇਟ ਫॉर ਦ ਲੈਵਲਸ ਟੂ ਟੱਚ ਬਿਫੋਰ ਯੂ ਐਂਟਰ। ਸੋ ਕੋਈ ਵੀ ਤੁਸੀਂ ਲੈਵਲ ਮਾਰਕ ਕਰਦੇ ਆ, ਵੇਟ ਕਰੋ, ਜਦੋਂ ਇਹ ਲੈਵਲ ਤੇ ਆ ਗਿਆ ਐਂਟਰ ਕਰ ਦਿਓ, ਸਟਾਪ ਲਾਸ ਥੱਲੇ ਲਾ ਦਿਓ, ਟਾਰਗੇਟ ਰੱਖ ਲਓ, ਸਿੰਪਲ, ਕੋਈ ਔਖੀ ਗੱਲ ਨਹੀਂ ਹੈਗੀ। ਸੋ ਐਜ ਦਾ ਮਤਲਬ ਕਿ ਐਜ ਇਜ਼ ਦਾ ਸੈਟਅਪ ਐਂਡ escape from those nonsense expectation you have। ਸੋ ਮੇਰੇ ਅਕੋਰਡਿੰਗ ਐਜ ਦੀ ਜਿਹੜੀ ਡੈਫੀਨੇਸ਼ਨ ਆ ਉਹ ਆ, ਐਜ ਇਜ਼ ਅ ਸੈਟਅਪ। ਐਜ ਇੱਕ ਸੈਟਅਪ ਆ, ਉਹਦੇ ਵਿੱਚ ਰੂਲਸ ਆ, ਉਹਦੇ ਵਿੱਚ ਤੁਹਾਡੇ ਟੈਕਨੀਕਲਸ ਆ, ਉਹਦੇ ਵਿੱਚ ਤੁਹਾਡੀ ਨੌਲੇਜ ਆ, ਉਹਦੇ ਵਿੱਚ ਤੁਹਾਡਾ ਸਾਰਾ ਕੁਝ ਆ, ਜਿਹੜਾ ਹੈਗਾ escape from all those nonsense expectation you have। ਜਿਹੜੇ ਤੁਹਾਡੇ ਦਿਮਾਗ 'ਚ ਐਕਸਪੈਕਟੇਸ਼ਨ ਭਰੀਆਂ ਕਿ ਮੈਂ ਮਹੀਨੇ 'ਚ ਅਕਾਊਂਟ ਡਬਲ ਕਰ ਲੂੰਗਾ, ਮੈਂ ਮਹੀਨੇ 'ਚ $1000 ਤੋਂ 5000 ਬਣਾ ਲੂੰਗਾ, ਜਾਂ ਮੈਂ ਹਰ ਇੱਕ ਦਿਨ ਹਰ ਇੱਕ ਟ੍ਰੇਡ ਮੇਰਾ ਵਿਨਿੰਗ ਚੱਲ ਜੂਗਾ, ਉਹਦੇ ਤੋਂ ਐਸਕੇਪ, ਮਤਲਬ ਉਹ ਤੁਹਾਡੇ ਜਿਹੜੇ ਜਿੱਥੇ ਇਮੋਸ਼ਨਸ, ਉਹ ਜਿਹੜੀਆਂ ਚੀਜ਼ਾਂ ਖਤਮ ਹੋ ਜਾਂਦੀਆਂ, ਉੱਥੇ ਤੁਹਾਡਾ ਐਜ ਆ। ਐਜ ਇਜ਼ ਦਾ ਡੋਰਵੇ ਵਿਚ ਡਜ਼ਨਟ ਅਲਾਓ ਯੂ ਟੂ ਬ੍ਰੇਕ ਯੂਰ ਬਾਉਂਡਰੀਜ਼। ਐਜ ਇੱਕ ਐਸਾ ਡੋਰਵੇ ਆ ਜਿਹੜਾ ਤੁਹਾਨੂੰ ਤੁਹਾਡੀਆਂ ਬਾਉਂਡਰੀਜ਼ ਪਾਰ ਨਹੀਂ ਕਰਨ ਦਿੰਦਾ, ਜਿਹੜਾ ਤੁਹਾਨੂੰ ਰੋਕ ਦਿੰਦਾ, ਕਿਉਂਕਿ ਤੂੰ ਇੰਨਾ ਲਾਸ ਲੈਣਾ ਸੀ, ਲੈ ਲਿਆ, ਇੰਨੇ ਤੇਰੇ ਨੰਬਰ ਆਫ ਟ੍ਰੇਡ ਸੀਗੇ, ਲੈ ਲਏ, ਜਸਟ ਸਟਾਪ। ਐਜ ਇਜ਼ ਡੂਇੰਗ ਸੇਮ ਥਿੰਗ ਓਵਰ ਐਂਡ ਓਵਰ। ਮਤਲਬ ਐਜ ਦਾ ਮਤਲਬ ਕੀ ਆ, ਇੱਕੋ ਚੀਜ਼ ਰੋਜ਼ ਕਰ ਰਹੇ ਹੋ। ਕਿਹੜੀ ਕਰ ਰਹੇ ਹੋ? ਟ੍ਰੇਡ ਵਿਦ ਡਿਸਿਪਲਿਨ ਰੱਖ ਕੇ ਕਰ ਰਹੇ ਹੋ, ਰਿਗਾਰਡਲੈਸ ਆਫ ਦਾ ਆਊਟਕਮਸ। ਤੁਸੀਂ ਇਹ ਨਹੀਂ ਸੋਚ ਰਹੇ ਕਿ ਆਊਟਕਮ ਕੀ ਹੈ ਇਹਦੀ। ਜਿਹੜੀ ਡਿਸਿਪਲਿਨ ਟ੍ਰੇਡਿੰਗ ਹੁੰਦੀ ਹੈ ਨਾ, ਇਟ ਇਜ਼ ਬੋਰਿੰਗ। ਬੋਰਿੰਗ ਦਾ ਮਤਲਬ ਕਿ ਤੁਹਾਨੂੰ ਪਤਾ ਮੈਂ ਰੋਜ਼ ਸੇਮ ਚੀਜ਼ ਕਰਨੀ ਆ, 3 ਟ੍ਰੇਡ ਲੈਣੇ ਆ। ਬਹੁਤ ਵਾਰੀ ਐ ਹੁੰਦਾ ਕਿ ਤੁਹਾਡੇ ਜਿਹੜੇ ਲੂਜ਼ਿੰਗ ਟ੍ਰੇਡ ਆ ਉਹ ਤੁਹਾਨੂੰ ਲਾਸ ਦੇ ਕੇ ਬਾਅਦ ਤੁਹਾਡੀ ਫੇਵਰ 'ਚ ਚੱਲ ਜਾਂਦੇ। ਜਦੋਂ ਤੁਸੀਂ ਐਂਡ ਆਫ ਦੀ ਡੇ ਦੇਖਦੇ ਵੀ ਯਾਰ ਮੈਂ ਸਟਾਪ ਲਾਸ ਨਾਲ ਲਾਇਆ ਹੁੰਦਾ, ਯਾਰ ਮੈਨੂੰ ਹੋਲਡ ਕਰ ਲੈਂਦਾ। ਉਹ ਜਿਹੜੀ ਓਵਰ ਐਂਡ ਓਵਰ ਚੀਜ਼ ਕਰਨੀ ਹੈ ਨਾ, ਉਹ ਤੁਹਾਡਾ ਐਜ ਆ। ਆਈ ਨੋ ਇਟ ਇਜ਼ ਬੋਰਿੰਗ, ਆਈ ਨੋ ਤੁਹਾਨੂੰ ਇੱਕ ਅੱਧਾ ਦਿਨ ਸਟਰਗਲ ਮਿਲ ਸਕਦੀ ਹੈ, ਹਫਤਾ ਸਟਰਗਲ ਮਿਲ ਸਕਦੀ ਹੈ, ਮੇ ਵੀ ਮਹੀਨਾ ਸਟਰਗਲ ਮਿਲ ਸਕਦੀ ਆ, ਪਰ ਓਵਰਆਲ ਲੌਂਗ ਰਨ ਤੁਹਾਨੂੰ ਕਦੇ ਵੀ ਡਿਸਿਪਲਿਨ ਤੁਹਾਨੂੰ ਪਿੱਛੇ ਨਹੀਂ ਰੱਖ ਕੇ ਚੱਲੂਗਾ। ਡਿਸਿਪਲਿਨ ਹਮੇਸ਼ਾ ਤੁਹਾਨੂੰ ਪੁਸ਼ ਕਰੂਗਾ ਅੱਗੇ ਨੂੰ, ਜੇ ਤੁਸੀਂ ਸੇਮ ਚੀਜ਼ ਓਵਰ ਐਂਡ ਓਵਰ ਕਰੋਗੇ। ਸੋ ਆਹ ਸੀਗਾ ਗਾਇਜ਼ ਅੱਜ ਦਾ ਟ੍ਰੇਡਿੰਗ ਸਾਈਕੋਲੋਜੀ। ਹੁਣ ਥੋੜੇ ਛੋਟੇ ਟੌਪਿਕ ਆ ਕਿ
ਬੇਸਿਕਲੀ ਕਿ ਇੱਕ ਸੀਗਾ ਬਾਈ ਨੇ ਪੁੱਛਿਆ ਸੀ ਕਿ ਟ੍ਰੇਲਿੰਗ ਸਟਾਪ ਲਾਸ ਦਾ ਜ਼ਰੂਰ ਦੱਸਿਓ ਕਿ ਉਹ ਕਿੱਦਾਂ ਲਾਉਣਾ ਹੁੰਦਾ। ਮੈਂ ਸਿੰਪਲ ਉਹਦਾ ਵੈਸੇ ਆਊਟ ਆਫ ਦ ਟੌਪਿਕ ਆ, ਪਰ ਮੈਂ ਤੁਹਾਨੂੰ ਦੱਸ ਦਿੰਦਾ। ਲੈਵਲ 2 ਦੇ ਵਿੱਚ ਆਰਡਰ ਟਾਈਪ 'ਚ ਜਾ ਕੇ TRL ਸਟਾਪ ਪਾਓਗੇ, ਉਹ ਜਿੰਨੇ ਸੈਂਟ ਦਾ ਪਾਓਗੇ। ਲੈਟਸ ਸੇ ਜੇ ਕੋਈ ਸਟਾਕ ਹੈਗਾ $100 ਦਾ, ਰਾਈਟ, ਤੁਹਾਨੂੰ 101 ਤੇ ਪ੍ਰੋਫਿਟ ਦੇ ਗਿਆ, ਤੁਸੀਂ ਆਪਦੇ ਪਾਰਸ਼ਲ ਚੱਕ ਲਏ। ਹੁਣ ਤੁਸੀਂ 50 ਸੈਂਟ ਦਾ ਸਟਾਪ ਲਾਸ ਲਾਓਗੇ ਨਾ, ਜੋ 101 ਤੇ ਆ ਤੇ ਉਹ 50 ਸੈਂਟ ਮਤਲਬ 100.50 ਤੇ ਰਹੂਗਾ। ਜੇ ਉਹ 101.50 ਤੇ ਚਲਾ ਗਿਆ, ਟ੍ਰੇਲਿੰਗ ਸਟਾਪ ਲਾਸ ਨਾਲ ਚੱਲਦਾ ਰਹਿੰਦਾ ਇਦਾਂ। ਸੋ ਜਦੋਂ ਵੀ ਉਹ 50 ਸੈਂਟ ਥੱਲੇ ਆ ਗਿਆ, ਉਹ ਹਿੱਟ ਹੋਏ ਨਾ ਤੁਹਾਡਾ, ਰਾਈਟ। ਸੋ ਟ੍ਰੇਲਿੰਗ ਸਟਾਪ ਲਾਸ ਦਾ ਇਹੀ ਮਤਲਬ ਆ। ਪਰ ਟ੍ਰੇਲਿੰਗ ਸਟਾਪ ਲਾਸ ਦਾ ਇੱਕ ਨਾ ਥੋੜਾ ਜਿਹਾ ਨੈਗੇਟਿਵ ਪੁਆਇੰਟ ਕੀ ਆ ਕਿ ਇੱਕ ਤਾਂ ਜੇ ਵੱਡੀ ਸਪਾਈਕ ਆਉਂਦੀ ਹੈ, ਤੁਹਾਨੂੰ ਇਹ ਸਪਾਈਕ ਆਊਟ ਕਰਕੇ ਚੱਲ ਜਾਂਦਾ। ਦੂਸਰੀ ਗੱਲ ਆ ਇਹ ਆ ਕਿ ਮਾਰਕੀਟ ਕਿੱਦਾਂ ਦੀ ਚੱਲ ਰਹੀ ਹੈ, ਟ੍ਰੇਲਿੰਗ ਸਟਾਪ ਲਾਸ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਕਿਸੇ ਲੈਵਲ ਤੇ ਨਹੀਂ ਲੱਗਾ ਹੁੰਦਾ। ਇਹ ਜਸਟ ਤੁਸੀਂ ਇੱਕ ਇਮੈਜਨਰੀ ਲਾਉਂਦੇ ਆ ਕਿ ਇੰਨਾ ਕੁ ਥੱਲੇ ਆ ਗਿਆ ਤਾਂ ਮੈਂ ਆਊਟ ਕਰ ਜੂੰਗਾ। ਸੋ ਇਹਦੇ ਪੋਜ਼ਿਟਿਵ ਨੈਗੇਟਿਵ ਪੱਖ ਦੋਨੋਂ ਹੈਗੇ ਆ ਕਿ ਜ਼ਿਆਦਾ ਪੁੱਲ ਬੈਕ ਆਵੇ, ਤੁਹਾਨੂੰ ਇਹ ਫਿਰ ਛੇਤੀ ਟੌਪ ਦੇ ਉੱਪਰ ਪ੍ਰੋਫਿਟ ਚੱਕਣ 'ਚ ਹੈਲਪ ਕਰ ਦੂਗਾ। ਪਰ ਇਹ ਹੈ ਕਿ ਜੇ ਪੁੱਲ ਬੈਕ ਲੈ ਕੇ ਉੱਪਰ ਚਲਾ ਗਿਆ, ਤੁਸੀਂ ਉਹ ਮੂਵ ਵੀ ਮਿਸ ਕਰ ਜਾਓਗੇ। ਸੋ ਇਹ ਚੀਜ਼ਾਂ ਆ, ਡਿਪੈਂਡ ਕਰਦਾ ਅਗੇਨ ਕਿ ਤੁਹਾਡਾ ਪਲਾਨ ਕਿੱਦਾਂ ਦਾ ਸੀਗਾ। ਤੁਸੀਂ ਟ੍ਰੇਡ ਤੁਹਾਡਾ ਆਲ ਡੇ ਰਨ ਕਰ ਰਿਹਾ, ਤੁਸੀਂ ਉੱਚ ਟ੍ਰੇਲਿੰਗ ਲਗਾ ਰਹੇ ਹੋ ਕਿ ਐਂਟਰੀ ਤੇ ਸਟਾਪ ਲਾਸ ਲਗਾ ਰਹੇ ਹੋ। ਯੂਜੂਲੀ ਮਾਰਕੀਟ ਦੇ ਅਕੋਰਡਿੰਗ ਹੀ ਚੱਲਣਾ ਚਾਹੀਦਾ। ਜਿੱਦਾਂ ਦੀ ਅੱਜ ਕੱਲ ਮਾਰਕੀਟ ਆ, ਮੈਂ ਟਰਾਈ ਕਰਦਾ ਹੁੰਦਾ ਕਿ ਐਂਟਰੀ ਤੇ ਸਟਾਪ ਲਾਸ ਰੱਖਾਂ ਰਾਦਰ ਦੈਨ ਉਹਨੂੰ ਟ੍ਰੇਲ ਕਰਾਂ। ਕਈ ਵਾਰੀ ਟ੍ਰੇਲ ਕਰਕੇ ਆਪ ਮੈਨੂਅਲੀ ਕਰ ਦਈਦਾ ਵੀ ਓਕੇ ਇੱਥੇ ਖਿਲਾ ਦਿਓ, ਪਰ ਯੂਜੂਲੀ ਮੈਂ ਹੁਣ ਆਹ ਚੀਜ਼ ਘੱਟ ਕਰਦਾ। ਮੰਨ ਲਓ ਟੈਸਲਾ ਦਾ ਟ੍ਰੇਡ ਵਧੀਆ ਜਾ ਰਿਹਾ ਕਿ ਓਕੇ ਚ $2 ਦਾ ਟ੍ਰੇਲਿੰਗ ਲਗਾ ਦਿਓ, ਕਿਉਂਕਿ ਯੂਜੂਲੀ ਕੀ ਹੋ ਰਿਹਾ ਹੁਣ, ਪੁੱਲ ਬੈਕਸ ਬਹੁਤ ਵੱਡੇ ਆ ਰਹੇ ਆ। ਕਈ ਵਾਰੀ ਮਿਡ ਆਫ ਦਾ ਡੇ 'ਚ ਪੁੱਲ ਬੈਕ ਲੈ ਕੇ ਫਿਰ ਮਾਰਕੀਟ ਜਿਹੜੀ ਉੱਪਰ ਚੱਲ ਜਾਂਦੀ ਆ। ਤੇ ਇੱਕ ਸੀਗਾ ਆਈ ਥਿੰਕ ਰਿਸਕ ਮੈਨੇਜਮੈਂਟ ਬਾਰੇ ਵਿੱਚ ਆਪਾਂ ਕਵਰ ਕਰ ਲਿਆ, ਰਿਸਕ ਮੈਨੇਜਮੈਂਟ, ਟ੍ਰੇਡਿੰਗ ਸਾਈਕੋਲੋਜੀ, ਤੇ that was pretty much ਆਪਾਂ ਕਾਫੀ ਕੁਝ ਕਰ ਲਿਆ। ਹੁਣ ਇੱਕ ਦੋ ਕੁਐਸਚਨ ਕਰ ਲੈਣੇ ਡਿਸਕਸ। ਲੈਟ ਮੀ ਚੈੱਕ, ਇੱਕ ਮਿੰਟ। ਵੀਰੇ ਬਸ ਡਨ ਆ। ਹਾਂਜੀ ਵੀਰੇ, ਆਲਮੋਸਟ ਡਨ ਆ। ਮੈਂ ਇੱਕ ਮਿੰਟ ਕੁਐਸਚਨ, ਹਾਂਜੀ ਵੀਰੇ, ਵਿਲ ਪੋਸਟ ਇਟ ਔਨ YouTube। ਓਕੇ, ਸੋ ਜੇ ਕਿਸੇ ਨੂੰ ਕੋਈ ਇਹਦੇ ਰਿਗਾਰਡਿੰਗ ਕੋਈ ਕੁਐਸਚਨ, ਆਪਾਂ ਹੁਣ ਉਹ ਡਿਸਕਸ ਕਰਦੇ ਹਾਂ। ਬਾਕੀ ਇੱਕ ਦੋ ਮੈਂ ਟਰਾਈ ਕਰਦਾ ਜੇ ਹਰਪਾਲ ਭਾਜੀ ਥੋੜਾ ਬਹੁਤ ਇਹ 'ਚ ਐਡ ਆਨ ਕਰਨਾ ਚਾਹੁੰਦੇ ਆ ਤਾਂ। ਜੇ ਕਿਸੇ ਨੂੰ ਪਹਿਲਾਂ ਕੁਐਸਚਨ, ਆਪਾਂ ਉਹ ਕਰਦੇ ਹਾਂ ਡਿਸਕਸ ਟ੍ਰੇਡਿੰਗ ਸਾਈਕੋਲੋਜੀ ਦੇ ਰਿਲੇਟਡ। ਹਾਂਜੀ ਵੀਰੇ, YouTube ਤੇ ਆਪਾਂ ਪੋਸਟ ਕਰਾਂਗੇ, YouTube ਦੇ ਉੱਪਰ ਇਹ ਪੋਸਟ ਹੋਊਗੀ। ਹਾਂਜੀ ਹਾਂਜੀ, YouTube ਤੇ ਕਰਨਾ। ਓਕੇ, ਹਾਂਜੀ ਹਰਪਾਲ ਭਾਜੀ, ਜੇ ਤੁਸੀਂ ਇਹਦੇ ਵਿੱਚ ਕੁਝ ਐਡ ਕਰਨਾ ਚਾਹੋਗੇ ਤਾਂ। ਹਾਂਜੀ ਭਾਜੀ, ਆਈ ਗੈਸ ਆਈ ਐਮ ਹੇਅਰ ਰਾਈਟ ਫਰੋਮ ਦਾ ਬਿਗਨਿੰਗ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੁਝ ਛੱਡਿਆ। ਪਹਿਲਾਂ ਤੇ ਆਈ ਰੀਅਲੀ ਐਪਰੀਸ਼ੀਏਟ ਕਿ ਮੈਨੂੰ ਲੱਗਦਾ ਕਿ ਘੱਟੋ ਘੱਟ ਪਤਾ ਨਹੀਂ ਕਿੰਨੇ ਦਿਨ ਲਾਏ ਹੋਣੇ ਆ ਤੁਸੀਂ ਸਿਰਫ ਇਹ ਸਲਾਈਡ ਸਾਰਾ ਕੁਝ ਇਕੱਠਾ ਕਰਨ ਤੇ ਦੈਨ ਸਲਾਈਡ ਬਣਾਉਣ ਤੇ। ਆਈ ਰੀਅਲੀ ਐਪਰੀਸ਼ੀਏਟ। ਕੋਈ ਸੌਖੀ ਕਹਾਣੀ ਨਹੀਂ ਹੈ ਜਿਹੜੀ ਤੁਸੀਂ ਕੀਤੀ ਆ। ਮੈਂ ਜਿਹੜੀ ਤੁਸੀਂ ਹੁਣੇ ਆਈ ਗੈਸ ਲਾਸਟ 1 ਆਵਰ ਦੇ ਵਿੱਚ ਕੰਪਰਾਈਜ਼ ਕਰਕੇ ਤੇ ਸਾਰਿਆਂ ਨੂੰ ਦੱਸੀ ਆ। ਰੀਅਲੀ ਐਪਰੀਸ਼ੀਏਟ ਦੈਟ, ਬਿਕਾਜ਼ ਮੈਂ ਤੁਹਾਨੂੰ ਐਵੇਂ ਕਹਾਂ, ਮੈਂ ਇਟਸ ਬਿਨ ਅ ਵਾਈਲ, ਮੈਂ ਵੀਡੀਓ ਸਾਰੀਆਂ ਦੇਖੀਆਂ ਹੁੰਦੀਆਂ ਟ੍ਰੇਡਿੰਗ ਸਾਈਕੀ ਦੀਆਂ, ਓਬਵੀਅਸ ਤੁਸੀਂ ਵੀ ਬਹੁਤ ਦੇਖੀਆਂ ਹੋਣਗੀਆਂ, ਬਟ ਆਈ ਗੈਸ ਜਿਵੇਂ ਤੁਸੀਂ ਕੰਪਰਾਈਜ਼ ਕਰਕੇ ਆਪਣਾ ਟ੍ਰੇਡਿੰਗ ਐਕਸਪੀਰੀਅੰਸ ਪਾਇਆ, ਪਹਿਲਾਂ ਆਪਣੀ ਜਰਨੀ ਵਿੱਚ ਪਾਈ ਆ। ਓਬਵੀਅਸ ਆਈ ਕੈਨ ਸੀ ਫਰੋਮ ਯੂਅਰ ਦ ਵੇ ਯੂ ਵਰ ਟੈਲਿੰਗ। ਐਂਡ ਸਾਰਿਆਂ ਤੋਂ ਵੱਡੀ ਗੱਲ ਕਿ ਸਾਰਾ ਕੁਝ ਕੰਪਰਾਈਜ਼ ਕਰਕੇ ਤੁਸੀਂ ਜਿਹੜਾ ਇੱਕ ਸਲਾਈਡ ਸ਼ੋ 'ਚ ਉਹਨੂੰ ਕੱਲੇ ਪੁਆਇੰਟ ਨੂੰ ਐਗਜ਼ਾਮਪਲ ਦੇ ਕੇ ਸਮਝਾਇਆ। ਆਈ ਗੈਸ that was the best thing I have ever heard. Really appreciate that ਭਾਜੀ, really appreciate. ਐਂਡ ਜਿਨ੍ਹਾਂ ਦੀ ਵਿੱਚ ਮਿਸ ਵੀ ਹੋਈ ਆ, ਆਬਵੀਅਸ ਇਹ ਰਿਕਾਰਡ ਹੋ ਰਿਹਾ ਹੈ। ਮੈਂ ਸਾਰਿਆਂ ਨੂੰ ਇਨਕਰੇਜ ਕਰੂੰਗਾ ਕਿ ਮੇਰੇ ਹਿਸਾਬ ਦੇ ਨਾਲ ਇਹਨੂੰ ਕੱਲੀ ਇੱਕ ਵਾਰੀ ਨਾ ਦੇਖਿਓ, ਬਿਕਾਜ਼ ਇਹ ਤੁਹਾਡੀ ਜਰਨੀ ਦਾ ਪਾਰਟ ਆ। ਤੇ ਕੁਝ ਚੀਜ਼ਾਂ ਹੁੰਦੀਆਂ ਆ ਆਪਾਂ ਨੂੰ ਇੱਕ ਵਾਰੀ ਕੰਨ 'ਚ ਪਈ ਹੁੰਦੀ ਆ, ਬਟ ਜਦੋਂ ਆਪਾਂ ਖੁਦ ਐਕਸਪੀਰੀਅੰਸ ਕਰਦੇ ਹਾਂ 4-5 ਮਹੀਨਿਆਂ ਬਾਅਦ ਫਿਰ ਆਉਂਦਾ ਯਾਰ ਹਾਂ ਇਹ ਤਾਂ ਮਨਸਿਮਰਨ ਵੀਰ ਨੇ ਨਾ ਜਦੋਂ ਸਾਈਕੀ ਦੀ ਵੀਡੀਓ ਹੈ ਨਾ ਉਹਦੇ 'ਚ ਵੀ ਦੱਸੀ ਸੀਗੀ ਗੱਲ, ਉਦੋਂ ਮੇਰੇ ਦਿਮਾਗ 'ਚ ਨਹੀਂ ਪਈ। ਰਾਈਟ ਯਾ ਸੋ ਮੈਂ ਜਿਹੜੀ ਇੱਕ ਚੀਜ਼ ਐਡ ਕਰਨੀ ਚਾਹੂੰਗਾ ਵਿੱਚ, ਐਡ ਤੇ ਨਹੀਂ ਆ, ਪਾਰਟ ਆਫ ਦੀ ਪਾਰਟ ਹੀ ਆ, ਵੀਰੇ ਨੇ ਆਲਰੇਡੀ ਕਵਰ ਕੀਤਾ ਹੈ। ਐਡ ਕਰਨ ਨੂੰ ਕੁਝ ਰਿਹਾ ਹੀ ਨਹੀਂ। ਆਈ ਰੀਅਲੀ ਮੈਂ ਐਕਨੋਲੇਜ ਕਰਨਾ ਇਹ ਚੀਜ਼ ਦੂਜੀ ਤੀਜੀ ਵਾਰੀ। ਮੈਂ ਡਿਪੈਂਡ ਕਦੀ ਇਹ ਨਹੀਂ ਕਰਦਾ ਕਿ
ਤੁਹਾਡਾ ਜਿਹੜਾ ਲਾਸ ਆ ਕਿਉਂਕਿ ਜਦੋਂ ਆਪਾਂ ਜਾਣਾ ਆ, ਜਿਵੇਂ ਵੀਰੇ ਨੇ ਕਿਹਾ ਆ, ਮੇਰੇ ਹਿਸਾਬ ਦੇ ਨਾਲ ਜਦੋਂ ਤੁਸੀਂ ਇੱਕ ਟ੍ਰੇਡ 'ਚ ਐਂਟਰ ਕਰਦੇ ਹੋ ਨਾ, ਉਹ ਐਂਟਰ ਕਰਨ ਤੋਂ ਪਹਿਲਾਂ ਤੁਹਾਡਾ ਇੱਕ ਪੂਰਾ ਟ੍ਰੇਡ ਪਲਾਨ ਜੇ ਬਣਿਆ ਹੈ ਕਿ ਮੈਂ ਕਿੰਨਾ ਲਾਸ ਲੈਣਾ, ਉਹ ਪਰ ਟ੍ਰੇਡ ਦਾ ਲਾਸ ਹੋਵੇ, ਪਰ ਡੇ ਦਾ ਲਾਸ ਹੋਵੇ, ਜਿਵੇਂ ਵੀਰੇ ਨੇ ਦੱਸਿਆ ਹੈ, ਠੀਕ ਹੈ, ਤੇ ਉਹ ਆਬਵੀਅਸ ਪਰ ਵੀਕ ਦਾ ਲਾਸ ਵੀ ਆਪੇ ਆ ਜਾਂਦਾ। ਉਹ ਤੁਹਾਡੀ ਮੈਨੇਜਮੈਂਟ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਮੈਨੇਜ ਕਰ ਰਹੇ ਹੋ ਚੀਜ਼ਾਂ। ਬਟ ਜੇ ਆਪਾਂ ਪਲਾਨ ਕੀਤੇ ਬਿਨਾ ਕੋਈ ਆ ਜਾਂਦੇ ਆ ਵਿੱਚ ਵੜ ਜਾਂਦੇ ਆ, I guess that is one of the worst trading strategy you can ever do। I guess ਵੀਰੇ ਨੇ 4-5 ਵਾਰੀ ਲਾਈਨ ਇਹ ਰਿਪੀਟ ਕਰਕੇ ਤੇ ਸਟ੍ਰੈਸ ਕੀਤਾ ਆ। ਇੱਕ ਨਵੇਂ ਟ੍ਰੇਡਰ ਲਈ ਸਾਰਿਆਂ ਤੋਂ ਵੱਡੀ ਕਹਾਣੀ ਆ, ਇੱਕ ਪ੍ਰੋਸੈਸ ਨੂੰ ਸਿੱਖੋ, ਠੀਕ ਹੈ ਜੀ। ਉਹ ਪ੍ਰੋਸੈਸ ਨੂੰ ਸਿੱਖ ਕੇ ਉਹਨੂੰ ਫੋਲੋ ਕਰੋ ਤੇ ਫੋਲੋ ਕਰਕੇ ਉਹਨੂੰ ਰਿਪੀਟ ਕਰੋ ਰੋਜ਼-ਰੋਜ਼। ਜਿਵੇਂ ਵੀਰੇ ਨੇ ਵਰਡ ਵੀ ਯੂਜ਼ ਕੀਤਾ, ਇਟ ਮਾਈਟ ਲੁੱਕ ਬੋਰਿੰਗ, ਠੀਕ ਹੈ ਜੀ, ਬਟ ਦੈਟ ਇਜ਼ ਦਾ ਓਨਲੀ ਵੇ। ਬੋਰਿੰਗ ਕਿੱਦਾਂ ਆ? ਤੁਸੀਂ A1 ਸੈਟਅਪ ਲਈ ਏਦਾਂ ਦਾ ਵੀ ਸੈਟਅਪ ਹੁੰਦਾ ਹੈ। ਹੁਣ ਕੱਲ ਦੀ ਐਗਜ਼ਾਮਪਲ ਦੇਣਾ, ਕੱਲ ਫਰਾਈਡੇ ਅਸੀਂ ਦਿਨੇ ਟ੍ਰੇਡ ਕੀਤਾ, ਐਜ਼ ਵੈਲ ਕੁਡ ਹੈਵ ਇਟ, ਵੀ ਵਰ ਆਲ ਗ੍ਰੀਨ, ਰਾਈਟ ਭਾਜੀ, ਵੀ ਵਰ ਗ੍ਰੀਨ ਓਵਰਆਲ, ਠੀਕ ਹੈ ਜੀ। ਆਪਾਂ ਨੂੰ ਮੈਟਾ ਨੇ ਥੋੜਾ ਜਿਹਾ ਧੋਖਾ ਦਿੱਤਾ ਸੀ ਆਪਣਾ ਸਟਾਪ ਲਾਸ ਹਿੱਟ ਕਰਕੇ, ਬਟ ਵੀ ਵਰ ਓਵਰਆਲ ਗ੍ਰੀਨ। ਬਟ ਤੁਸੀਂ ਦੇਖੋ 2:30 ਵਜੇ ਤੋਂ ਬਾਅਦ ਮਾਰਕੀਟ ਨੇ ਜਿਵੇਂ ਮੂਵ ਦਿੱਤਾ, ਠੀਕ ਹੈ ਜੀ, ਐਂਡ ਉਸ ਤੋਂ ਬਾਅਦ ਇਟ ਵਾਸ ਆਲ ਮਨੀ ਪ੍ਰਿੰਟਿੰਗ ਥਿੰਗ ਜਿੰਨੇ ਉਹ ਚੀਜ਼ ਫੜੀ, ਰਾਈਟ। ਬਟ ਜੇ ਤੁਸੀਂ ਇਹ ਦੇਖੋ, ਸਾਰਾ ਦਿਨ ਮਾਰਕੀਟ ਨੇ ਬੋਰ ਕੀਤਾ, ਠੀਕ ਹੈ ਜੀ, ਬਿਕੋਜ਼ ਜਿਹੜੀਆਂ ਆਪਾਂ ਸੈਟਅਪ ਫੜੀਆਂ ਸੀ ਸਵੇਰੇ, ਇਟ ਵਾਸ ਨਾਟ ਈਜ਼ੀ ਸੈਟਅਪਸ ਜਿਹੜੀਆਂ ਆਪਾਂ ਫੜੀਆਂ ਸੀ, ਬਟ ਵੀ ਵਰ ਵੈਰੀ ਲੱਕੀ ਦੈਟ ਵੀ ਆਰ ਮੇਕਿੰਗ ਮਨੀ ਐਂਡ ਆਈ ਰੀਅਲੀ ਐਪਰੀਸ਼ੀਏਟ। ਆ ਸਾਰੇ ਟਾਈਮ ਦੇ ਵਿੱਚ ਆ ਪੂਰਾ ਵੀਕ ਹੀ ਦੇਖ ਲਓ, ਜਿੱਦਾਂ ਮਰਜੀ ਆ, ਆਵਰ ਵੀਕ ਵਾਸ ਗ੍ਰੀਨ ਐਂਡ ਇਟ ਵਾਸ ਵਨ ਆਫ ਦਾ ਟਫੈਸਟ ਵੀਕ। ਵੈਸੇ ਵੀ ਫੋਮਿਕ ਵੀਕ ਬਹੁਤ ਟਫ ਹੁੰਦਾ ਹੈ ਟ੍ਰੇਡ ਕਰਨਾ, ਰਾਈਟ। ਐਂਡ 2:30 ਵਜੇ ਤੋਂ ਬਾਅਦ ਉਹ ਜਿਹੜੀ ਮੂਵ ਆਈ, ਬਟ ਤੁਸੀਂ ਇਹ ਦੇਖੋ ਕਿ ਉਹ 2:30 ਵਜੇ ਤੱਕ ਬਹਿਣ ਲਈ ਤੁਹਾਡੇ 'ਚ ਪੇਸ਼ੈਂਸ ਵੀ ਚਾਹੀਦਾ ਆ, ਠੀਕ ਹੈ ਜੀ, ਐਂਡ ਸਾਰਿਆਂ ਤੋਂ ਵੱਡੀ ਗੱਲ 2:30 ਵਜੇ ਤੱਕ ਬਹਿਣ ਲਈ ਤੁਹਾਡੇ ਕੋਲ ਹੌਸਲਾ ਵੀ ਚਾਹੀਦਾ। ਐਂਡ ਉਹ ਜਿਹੜਾ ਹਾਂਜੀ, ਉਹ ਜਿਹੜਾ ਲਾਸਟ 1 ਆਵਰ ਹੀ ਪ੍ਰੀਟੀ ਮਚ ਮੈਂ ਆਈ ਗੈਸ ਦੇਖ ਰਿਹਾ ਸੀਗਾ। ਮੈਂ 4 ਵਜੇ, ਹਾਲਾਂਕਿ ਆਈ ਵਾਸ ਨਾਟ ਟ੍ਰੇਡਿੰਗ ਐਟ ਦੈਟ ਟਾਈਮ, ਬਟ ਆਈ ਵਾਸ ਵਾਚਿੰਗ ਦਾ ਮਾਰਕੀਟ ਐਂਡ ਮੈਂ ਸਾਰਿਆਂ ਦੇ PNL ਵੀ ਦੇਖ ਰਿਹਾ ਸੀਗਾ। ਆਈ ਗੈਸ ਮੋਸਟ ਆਫ ਦਾ ਪੀਪਲ ਪ੍ਰਿੰਟਡ ਲੋਟ ਆਫ ਮਨੀ ਇਨ ਦੈਟ ਲਾਸਟ 1 ਆਵਰ। ਬਿਲਕੁਲ। ਬਟ ਉਹ ਉੱਥੋਂ ਤੱਕ ਪਹੁੰਚਣ ਲਈ ਤੁਹਾਡੀ ਇੱਕ ਸਾਈਕੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ। ਐਂਡ 2:30 ਵਜੇ ਤੱਕ ਉਹੀ ਬੰਦੇ ਬੈਠੇ ਸੀ ਜਿਨ੍ਹਾਂ ਨੇ ਦਿਨ ਦੇ ਵਿੱਚ ਆਪਣੀ ਕੈਪੀਟਲ ਬਚਾ ਕੇ ਰੱਖੀ ਸੀ। ਰਾਈਟ। ਇਹ ਨਹੀਂ ਕਿ ਦਿਨ ਦੇ ਵਿੱਚ ਮੈਂ 5-6 ਟ੍ਰੇਡ ਲਾਏ, ਮੈਂ ਉਹਨਾਂ 'ਚ ਲੂਜ਼ ਕੀਤੇ, ਦਿਨ 2:30 ਵਜੇ ਮੈਂ ਫੇਰ ਜਾ ਕੇ ਉਹ ਕਰੀ ਜਾਊਂਗਾ। ਸੋ ਇਹੀ ਕਹਾਣੀ ਹੈ। ਐਂਡ ਲਾਸਟ ਜਿਹੜੀ ਵੀਰੇ ਨੇ ਇੱਕ ਗੱਲ ਦੱਸੀ ਜਿਹੜੀ ਸਾਰਿਆਂ ਤੋਂ ਇੰਪੋਰਟੈਂਟ ਹੈ, ਮੈਂ ਇੱਕ ਵਾਰੀ ਨਾ ਵੀਰੇ ਨਾਲ ਆਪਣਾ ਟ੍ਰੇਡਿੰਗ ਜ਼ਿਲ੍ਹਾ ਦਾ, ਹੁਣ ਕਾਫੀ ਚਿਰ ਹੋ ਗਿਆ ਸ਼ੇਅਰ ਨਹੀਂ ਕੀਤਾ, ਬਟ ਕਾਫੀ ਪੁਰਾਣੀ ਗੱਲ ਹੈ, ਮੈਂ ਵੀਰੇ ਦੇ ਨਾਲ ਨਾ ਟ੍ਰੇਡਿੰਗ ਜ਼ਿਲ੍ਹਾ ਸ਼ੇਅਰ ਕੀਤਾ ਸੀਗਾ ਆਪਣਾ। ਐਂਡ ਵੀਰੇ ਨੇ, ਇੱਕ ਟ੍ਰੇਡਰ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਆ ਵੀ ਬੰਦੇ ਦੀ ਟ੍ਰੇਡਿੰਗ ਸਾਈਕੀ ਕੀ ਆ ਤੇ ਬੰਦੇ ਦਾ ਟ੍ਰੇਡਿੰਗ ਬਿਹੇਵੀਅਰ ਕੀ ਆ। ਵੀਰ ਜੀ ਮੈਨੂੰ ਕਹਿੰਦੇ ਕਿ ਭਾਜੀ ਤੁਹਾਡੇ ਓਵਰਆਲ ਟ੍ਰੇਡ ਆ ਉਹ ਓਕੇ ਹੀ ਆ, ਬਟ ਜਿਹੜੀ ਚੀਜ਼ ਮੈਨੂੰ ਸਾਰਿਆਂ ਤੋਂ ਵਧੀਆ ਚੀਜ਼ ਲੱਗੀ ਆ ਕਿ ਜਿਹੜੇ ਤੁਹਾਡੇ ਪੋਜ਼ਿਟਿਵ ਜਾਂਦੇ ਆ ਨਾ, ਉਹਨਾਂ ਦੀ ਰੇਸ਼ੋ ਆ ਉਹ 5:1 ਵੀ ਹੋਊਗੀ, 6:1 ਵੀ ਹੋਊਗੀ ਤੇ 10:1 ਵੀ ਹੋਊਗੀ। ਐਂਡ ਮੈਂ ਨਹੀਂ ਸਮਝਿਆ ਕਿ ਵੀਰੇ ਨੂੰ ਪਤਾ ਕਿੱਦਾਂ ਲੱਗਾ, ਬਿਕੋਜ਼ ਕੰਪਰਾਈਜ਼ਡ ਹੀ ਆ ਸਾਰਾ ਕੁਝ। ਬਟ ਇਵੈਂਚੁਅਲੀ ਦੈਨ ਆਈ ਰੀਅਲਾਈਜ਼ਡ, ਵੀਰੇ ਨੇ ਮੈਨੂੰ ਦੱਸਿਆ ਵੀ ਆ ਵੇਖੋ ਭਾਜੀ, ਤੁਹਾਡੀ ਵਿਨ ਰੇਸ਼ੋ ਜਿਹੜੀ ਆ ਇਟ ਇਜ਼ ਜਸਟ ਅਰਾਊਂਡ 40%। ਐਂਡ 40% ਵਿਨ ਰੇਸ਼ੋ ਦੇ ਵਿੱਚ ਵੀ ਤੁਸੀਂ ਜੇ ਇੰਨਾ ਪ੍ਰੋਫਿਟ ਕੱਢ ਰਹੇ ਹੋ, ਇਟ ਮੀਨਸ ਕਿ ਤੁਹਾਡੇ ਜਿਹੜੇ ਲਾਸ ਆ ਉਹ ਜਾਂ ਉਹ ਤੁਸੀਂ ਬ੍ਰੇਕ ਈਵਨ ਲੈ ਰਹੇ ਹੋ ਜਾਂ ਉਹ ਛੋਟੇ ਲਾਸ ਲੈ ਰਹੇ ਹੋ, ਐਂਡ ਜਿਹੜੇ ਪ੍ਰੋਫਿਟ ਹੋ ਰਹੇ ਆ ਤੁਹਾਡੇ ਬਹੁਤ ਬਹੁਤ ਵੱਡੇ ਹੋਏ ਆ। ਐਂਡ ਮੈਂ ਕਿਹਾ ਹਾਂਜੀ ਭਾਜੀ ਇਦਾਂ ਹੀ ਆ। ਸੋ ਇਹ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਕੇ ਦੱਸ ਰਿਹਾ ਆ ਕਿ ਮੇਰੀ ਐਗਜ਼ੀਕਿਊਸ਼ਨ ਏਡੀ ਕੋਈ ਵਧੀਆ ਨਹੀਂ ਹੈਗੀ, ਬਟ ਜਿਹੜੇ ਪ੍ਰੋਫਿਟ ਮੇਰੇ ਹੁੰਦੇ ਆ, ਠੀਕ ਹੈ ਜੀ, ਉਹ ਬਹੁਤ ਵੱਡੇ ਹੁੰਦੇ ਆ। ਐਂਡ ਜਿਹੜੇ ਮੈਂ ਲਾਸ ਲੈਣਾ ਆ ਉਹ ਹਮੇਸ਼ਾ, ਜਿਵੇਂ ਵੀਰੇ ਨੇ ਮੈਨੂੰ ਹਮੇਸ਼ਾ ਸਿਖਾਇਆ ਆ, ਜਾਂ ਉਹ ਬ੍ਰੇਕ ਈਵਨ ਹੋਣਗੇ ਜਾਂ ਬਹੁਤ ਛੋਟੇ ਲਾਸ ਹੋਣਗੇ ਜਾਂ ਉਹ ਇੰਨੇ ਕੁ ਹੋਣਗੇ ਜਿੰਨੇ ਕੁ ਮੇਰੀ ਮੈਂ ਰੋਜ਼ ਉਹਨਾਂ ਨੂੰ ਆਪਣੀ ਰਿਸਕ ਮੈਨੇਜਮੈਂਟ ਨਾਲ ਸਹਿ ਸਕਦਾ। ਐਂਡ ਆਈ ਗੈਸ ਦੈਟਸ ਆ ਓਨਲੀ ਵੇ ਫਾਰਵਰਡ। ਐਂਡ ਸਪੈਸ਼ਲੀ ਜਿਹੜੇ ਨਵੇਂ ਆ, ਮੈਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਰੂੰਗਾ, ਬਿਨਾ ਪ੍ਰੋਪਰ ਟੈਕਨੀਕਲਸ ਸਿੱਖੇ, ਬਿਨਾ ਪ੍ਰੋਪਰ ਫੰਡਾਮੈਂਟਲ ਸਿੱਖੇ, ਬਿਨਾ ਪ੍ਰੋਪਰ ਰਿਸਕ ਮੈਨੇਜਮੈਂਟ ਸਿੱਖੇ, ਜਿਹੜੀ ਹੁਣ ਆਪਣੀ ਖਾਸ ਕਰਕੇ ਜਿਹੜੀ ਅੱਜ ਵੀਡੀਓ ਵੀਰੇ ਨੇ ਅਪਲੋਡ ਕਰਨੀ ਆ, ਇਹਨਾਂ ਤੋਂ ਬਿਨਾਂ ਜੇ ਆਪਾਂ ਮਾਰਕੀਟ 'ਚ ਜਾਂਦੇ ਆ ਤੇ ਆਈ ਗੈਸ ਵੀ ਵਿਲ ਐਂਡ ਅਪ ਇਨ
50% ਪੀਪਲ ਜਿਹੜੇ ਐਂਡ ਅਪ ਕਰਦੇ ਆ ਮਨੀ ਲੂਜ਼ ਕਰਨ ਤੇ। ਕਦੀ ਵੀ ਇਦਾਂ ਨਾ ਕਰਿਓ। ਮੈਂ ਬੜੀ ਵਾਰੀ ਇਹ ਗੱਲ ਰਿਪੀਟ ਕੀਤੀ ਹੈ, ਮੈਂ ਬੰਦ ਕਰਨ ਤੋਂ ਪਹਿਲਾਂ ਦੁਬਾਰਾ ਰਿਪੀਟ ਕਰਦਾ, ਕਦੀ ਵੀ ਤੁਹਾਡਾ ਇਦਾਂ ਨਾ ਹੋਵੇ ਕਿ ਜਿੰਨੇ ਚਿਰ ਨੂੰ ਤੁਹਾਨੂੰ ਮਾਰਕੀਟ ਦੀ ਜਾਂ ਜਿੰਨੇ ਚਿਰ ਨੂੰ ਤੁਹਾਨੂੰ ਗੇਮ ਪਲਾਨ ਸਮਝ ਲੱਗਾ ਆ, ਉਨੇ ਚਿਰ ਨੂੰ ਤੁਹਾਡੀ ਜਿਹੜੀ ਕੈਪੀਟਲ ਆ ਉਹ ਖਤਮ ਨਾ ਹੋ ਜਾਏ ਕਿਤੇ। ਮੇਕ ਸ਼ੋਰ, ਬਿਕੋਜ਼ ਇੱਕ ਵਾਰੀ ਜਦੋਂ ਆਪਾਂ ਕੈਪੀਟਲ ਲੂਜ਼ ਕਰ ਜਾਂਦੇ ਆ ਨਾ, ਦੈਟ ਇਜ਼ ਵਨ ਆਫ ਦਾ ਵਰਸਟ ਨਾਈਟਮੇਅਰ ਆਫ ਅ ਟਰੇਡਰ, ਕਿ ਮੈਨੂੰ ਸਾਰਾ ਕੁਝ ਹੀ ਆ ਗਿਆ ਆ, ਠੀਕ ਹੈ ਜੀ। ਕਿਉਂਕਿ ਬੜਿਆਂ ਮਨਸਿਮਰਨ ਵੀਰੇ ਨੇ ਕਈ ਵਾਰੀ ਇਹ ਗੱਲ ਕਹੀ ਆ ਕਿ ਮੈਨੂੰ ਕਈ ਵਾਰੀ ਮੈਸੇਜ ਆਉਂਦੇ ਆ ਕਿ ਭਾਜੀ ਹੁਣ ਨਾ ਸਾਡੀ ਟ੍ਰੇਡਿੰਗ ਲੱਗਦਾ ਸਹੀ ਹੋ ਗਈ ਆ, ਬਟ ਹੁਣ ਸਾਡੇ ਕੋਲ ਕੈਪੀਟਲ ਖਤਮ ਹੋ ਗਈ ਹੈ। ਸੋ ਦਿਸ ਇਜ਼ ਵਨ ਆਫ ਦਾ ਵਰਸਟ ਨਾਈਟਮੇਅਰ ਆਫ ਅ ਟਰੇਡਰ, ਕਿ ਸਾਰਾ ਕੁਝ ਜਿੰਨੇ ਚਿਰ ਨੂੰ ਸਿੱਖ ਲਿਆ, ਜਾਂ ਆਬਵੀਅਸ ਸਿੱਖ ਬੰਦਾ ਸਾਰਾ ਕੁਝ ਨਹੀਂ ਰਹਿੰਦਾ, ਬਟ ਆਬਵੀਅਸ ਜਦੋਂ ਬੰਦੇ ਨੂੰ ਲੱਗਦਾ ਕਿ ਹਾਂ ਹੁਣ ਥੋੜਾ ਮੈਂ ਬੈਟਰ ਹੋ ਗਿਆ, ਪਰ ਜੇ ਉਨੇ ਚਿਰ ਨੂੰ ਮੇਰੀ ਕੈਪੀਟਲ ਖਤਮ ਹੋ ਜਾਂਦੀ ਆ, that is one of the worst thing of a trader. So please work on this, work on your risk management, work on your fundamentals, work on your technicals. And ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ, ਮਨਸਿਮਰਨ ਵੀਰ pretty much he works, I don't know when he sleeps, but he works 24 hours for all of you guys. ਭਾਜੀ thank you so much, I really appreciate. Thank you with folded hands, ਚੜ੍ਹਦੀ ਕਲਾ ਚ ਰਹੋ। Thank you so much ਜੀ, thank you so much ਭਾਜੀ। Thank you ਭਾਜੀ, thanks a lot, means a lot। ਤੇ ਹਾਂਜੀ ਸਨੀ ਨੂੰ ਤਾਂ ਵੀਰੇ ਜਿਹੜਾ ਤੁਸੀਂ ਕੁਐਸਚਨ ਪੁੱਛਿਆ, ਜਿੱਦਾਂ ਭਾਜੀ ਨੇ ਐਕਸਪਲੇਨ ਕਰ ਹੀ ਦਿੱਤਾ ਆ, ਐਂਡ ਭਾਜੀ ਨੂੰ ਟ੍ਰੇਡਿੰਗ ਕਰਦੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ। ਹਰਪਾਲ ਭਾਜੀ ਹੀ ਸਟਾਰਟਡ ਇਨ ਲਾਸਟ ਜੁਲਾਈ ਔਰ ਅਗਸਤ। ਸੋ ਭਾਜੀ ਅਗਸਤ ਜੀ ਸ਼ੁਰੂ ਕੀਤੀ, ਹਾਂਜੀ ਅਗਸਤ ਸ਼ੁਰੂ ਕੀਤੀ ਆ। ਸੋ ਇਹ ਚੀਜ਼ਾਂ ਐ ਨਹੀਂ ਹੈਗਾ ਕਿ ਮੈਂ ਵੀ ਕੋਈ ਬੋਲ ਰਿਹਾ ਕਿ ਮੈਨੂੰ ਕਿਹੜੀਆਂ ਸਦੀਆਂ ਹੋ ਗਈਆਂ ਟ੍ਰੇਡਿੰਗ ਕਰਦਿਆਂ। ਬਸ ਇਹ ਚੀਜ਼ ਆ ਜਿਹੜੀ ਮੈਂ ਤੁਹਾਨੂੰ ਹੁਣ ਗੱਲ ਦੱਸ ਰਿਹਾ, ਜਿਹੜੇ ਬੰਦੇ ਨੇ ਸਕਸੈਸ ਇਹਦੇ ਵਿੱਚ ਅਚੀਵ ਕੀਤੀ ਆ, ਉਹ ਤੁਹਾਨੂੰ ਸੇਮ ਚੀਜ਼ ਦੱਸੂਗਾ। ਜਸਟ ਸੇਵ ਯੂਰ ਕੈਪੀਟਲ, ਡੋਂਟ ਥਿੰਕ ਅਬਾਊਟ ਪ੍ਰੋਫਿਟਸ, ਡੋਂਟ ਥਿੰਕ ਅਬਾਊਟ ਐਨੀਥਿੰਗ। ਤੁਹਾਡਾ ਪਹਿਲਾ ਕੰਮ ਆ ਜਸਟ ਸੇਵ ਯੂਰ ਕੈਪੀਟਲ। ਐਂਡ ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਇੱਦਾਂ ਦੇ ਲੋਕ ਆ ਜਿਹੜੇ ਕੀ ਕਰਦੇ ਆ, ਉਹਨਾਂ ਦਾ ਪਹਿਲਾ ਟ੍ਰੇਡ ਕੀ ਹੁੰਦਾ, ਉਹਨਾਂ ਦਾ ਪਹਿਲਾ ਟ੍ਰੇਡ ਮੇਨ ਟ੍ਰੇਡ ਹੁੰਦਾ ਅਕੋਰਡਿੰਗ ਟੂ ਦਾ ਪਲਾਨ। ਜੇ ਉਹ ਲਾਸ 'ਚ ਚਲਾ ਗਿਆ, ਦੇ ਵਿਲ ਟਰਾਈ ਟੂ ਅਵੋਇਡ ਕਿਉਂਕਿ ਮੈਂ ਹੁਣ ਟ੍ਰੇਡ ਕਰਾਂ। ਜੇ ਉਹ ਪ੍ਰੋਫਿਟ 'ਚ ਚਲਾ ਗਿਆ ਨਾ, ਜੇ ਉਹਨੇ ਵਧੀਆ ਪ੍ਰੋਫਿਟ ਦੇ ਦਿੱਤਾ, ਉਹ ਸਾਰਾ ਦਿਨ ਆਪਦੇ ਪ੍ਰੋਫਿਟਸ ਨਾਲ ਪਲੇ ਅਰਾਊਂਡ ਕਰਦੇ ਰਹਿੰਦੇ ਆ। ਮੰਨ ਲਓ ਜੇ ਕਿਸੇ ਨੇ $100 ਪ੍ਰੋਫਿਟ ਬਣਾਇਆ, ਉਹਨੇ ਅਗਲੇ ਟ੍ਰੇਡ 'ਚ $25 ਰਿਸਕ ਤੇ ਲਗਾ ਕੇ ਫਿਰ ਐਕਸਪੈਕਟ ਕਰਨਾ ਘੱਟ ਤੋਂ ਘੱਟ ਮੈਨੂੰ 2:1 ਮਿਲੇ, ਮਤਲਬ $50 ਹੋਰ ਮੈਨੂੰ ਮਿਲਣ। ਸੋ 150 ਪ੍ਰੋਫਿਟ ਹੋ ਗਿਆ। ਫਿਰ ਉਹਨੇ ਕੋਈ ਵਧੀਆ ਪਲਾਨ ਲੱਭਣਾ ਜਿਹਦੇ ਵਿੱਚ ਫਿਰ ਉਹਨੇ $25 ਲਾਉਣੇ ਆ, ਫਿਰ ਉਹਨੇ ਟਰਾਈ ਕਰਨਾ 30-40 ਹੋਰ ਡਾਲਰ ਬਣਾਉਣੇ। ਸੋ ਅਲਟੀਮੇਟਲੀ ਸਿਰਫ ਕੀ ਉਹਨਾਂ ਦਾ ਕੰਮ ਹੁੰਦਾ, ਜਦੋਂ ਇੱਕ ਵਾਰੀ ਗ੍ਰੀਨ 'ਚ ਆ ਗਏ, ਬਾਅਦ 'ਚ ਨਹੀਂ ਰੈੱਡ 'ਚ ਜਾਣਾ। ਸੋ ਇੱਦਾਂ ਦੀ ਜਿਹੜੀ ਪਲੈਨਿੰਗ ਆ ਨਾ, ਉਹ ਵੀ ਇੱਕ ਸਿੰਪਲ ਜੀ, ਕੋਈ ਇਹਦੇ ਵਿੱਚ ਮੰਤਰ ਨਹੀਂ ਆ, ਕੋਈ ਕੁਝ ਨਹੀਂ ਹੈਗਾ, ਸਿੰਪਲ ਇੱਕ ਸਟ੍ਰੈਟਜੀ ਆ। ਜਸਟ ਪਲੇ ਅਰਾਊਂਡ ਵਿਦ ਯੂਰ ਪ੍ਰੋਫਿਟਸ, ਰਾਈਟ। ਸੋ ਭਾਜੀ ਇੱਥੇ ਮੈਂ ਕੁਝ ਐਡ ਕਰ ਸਕਦਾ ਨੰਬਰਸ ਦੇ ਵਿੱਚ? ਹਾਂਜੀ ਸ਼ੋਰ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਕੱਲ ਨਾ ਅਸੀਂ ਸਾਰਿਆਂ ਤੋਂ ਪਹਿਲਾਂ ਟ੍ਰੇਡ ਲਿਆ ਸੀਗਾ NVIDIA। ਮੇਰੇ ਪਹਿਲੇ ਟ੍ਰੇਡ ਦੇ ਵਿੱਚ ਮੇਰੀ ਰਿਸਕ ਮੈਨੇਜਮੈਂਟ ਦੇ ਹਿਸਾਬ ਨਾਲ ਹੀ ਹੁੰਦੀ ਹੈ, ਐਂਡ ਇਟ ਵੈਂਟ ਰੀਅਲੀ ਵੈਲ। ਮਨਸਿਮਰਨ ਵੀਰੇ ਨੂੰ ਪਤਾ ਹੋਣਾ, ਆਈ ਵਾਸ ਅਪ ਅਰਾਊਂਡ $800 ਐਟ ਅ ਗੁੱਡ ਪੁਆਇੰਟ, ਬਟ ਉਸ ਤੋਂ ਬਾਅਦ ਉਹ ਸਾਡਾ ਪ੍ਰੋਫਿਟ ਸਕਵੀਜ਼ ਵੀ ਹੋਇਆ ਹੈਗਾ, ਐਂਡ ਅਸੀਂ ਅੱਧਕ ਦੇ ਵਿੱਚ ਆਪਣਾ ਸਟਾਪ ਲਾਸ ਲਾਇਆ, ਐਂਡ ਇਟ ਕੇਮ ਐਂਡ ਹਿਟ ਆਵਰ ਸਟਾਪ ਲਾਸ, ਬਟ ਐਟ ਦੈਟ ਪੁਆਇੰਟ ਆਫ ਟਾਈਮ ਅਸੀਂ ਇੱਕ ਚੰਗਾ ਖਾਸਾ ਉਹਦੇ ਚੋਂ ਪ੍ਰੋਫਿਟ ਚੁੱਕ ਲਿਆ ਸੀਗਾ। ਮੈਂ ਉਹਦਾ ਪ੍ਰੋਫਿਟ ਸਾਡੇ ਨਾਲ ਸ਼ੇਅਰ ਵੀ ਕੀਤਾ ਸੀਗਾ, ਅਰਾਊਂਡ $600 ਸਮਥਿੰਗ ਸੀਗੇ। ਹਾਂਜੀ। ਸੋ ਮੈਂ ਇੱਕ ਪਹਿਲੇ ਟ੍ਰੇਡ ਦੇ ਵਿੱਚ ਆਪਣੇ ਇੰਨੇ ਕੁ ਪੈਸੇ ਬਣਾ ਲਏ ਸੀਗੇ ਕਿ ਆਈ ਵਾਜ਼ ਔਨ ਅ ਗੁੱਡ ਗ੍ਰੀਨ ਡੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਮੇਰੀ ਅਗਲੀ ਮੈਨੇਜਮੈਂਟ ਸੀ, ਉਹ ਮੇਰੀ ਸਿਰਫ ਇੰਨੀ ਸੀਗੀ ਕਿ ਮੈਂ ਇਹਦੇ ਪ੍ਰੋਫਿਟ ਦੇ ਵਿੱਚੋਂ ਇੱਕ ਕੁਝ ਹਿੱਸੇ ਦੇ ਨਾਲ ਹੀ ਖੇਡਣਾ ਆ, ਐਂਡ ਮੈਂ ਮੇਕ ਸ਼ੋਰ ਇਹੀ ਕਰਨਾ, ਜਿਵੇਂ ਵੀਰੇ ਨੇ ਕਿਹਾ, ਕਿ ਮੈਨੂੰ ਉਹਦਾ 2-1 ਮਿਲੇ, ਠੀਕ ਹੈ ਜੀ। ਮੈਨੂੰ ਮੈਟਾ ਦੇ ਵਿੱਚ ਲਾਸ ਮਿਲਿਆ, ਬਟ ਦੈਟਸ ਫਾਈਨ। ਉਹ ਵੀ ਇਹਦੇ ਪ੍ਰੋਫਿਟਸ ਦਾ ਕੁਝ ਹਿੱਸਾ ਹੀ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਆਈ ਗੈਸ ਕਿਹੜਾ ਟ੍ਰੇਡ ਸੀਗਾ ਭਾਜੀ? BA ਆਈ ਥਿੰਕ, ਹਾਂਜੀ ਭਾਜੀ BA ਸੀ, ਜਿਸ 'ਚ 40% ਦਾ ਸਟਾਪ ਲਾਸ ਮੂਵੀ 60 ਦਾ ਕੀਤਾ ਸੀ। ਐਂਡ ਐਟ ਦੀ ਐਂਡ ਵੀ ਈਵਨ ਮਨਸਿਮਰਨ ਵੀਰੇ ਨੇ ਵੀ ਗ੍ਰੀਨ ਹੀ ਬੰਦ ਕੀਤਾ, ਐਂਡ ਮੈਂ ਵੀ ਗ੍ਰੀਨ ਮੇਰਾ ਭਾਜੀ ਰੈਡ ਕਿਉਂਕਿ ਟ੍ਰਿਪਲ ਕਿਊ ਆਪਣਾ ਚਲਾ ਗਿਆ ਸੀ ਨਾ, ਮੇਰਾ ਪੋਜੀਸ਼ਨ 'ਚ ਥੋੜਾ ਜਿਹਾ ਕਰਤਾ ਸੀਗਾ। ਓਕੇ ਹਾਂਜੀ। ਸੋ ਕੁੱਲ ਮਿਲਾ ਕੇ ਸਿਰਫ ਇੰਨੀ ਕਹਾਣੀ ਆ ਭਾਜੀ, ਪਰ ਉਹ ਡਿਫਰੈਂਟ ਆ ਨਾ, ਉਹ ਆਪਸ਼ਨ ਹੀਗਾ। ਮੈਂ ਸਿਰਫ ਸਟਾਕ ਦੀ ਗੱਲ ਕਰ ਰਿਹਾ। ਹਾਂਜੀ ਯਾ ਸੋ ਕੁੱਲ ਮਿਲਾ ਕੇ ਹੋਲ ਆਈਡੀਆ ਵਾਸ ਕਿ ਜੇ ਮੈਂ ਇੱਕ ਠੀਕ ਠਾਕ ਮੇਰਾ ਦਿਨ ਬਣ ਗਿਆ, ਹੁਣ ਇਸ ਤੋਂ ਜੇ ਇੱਕ ਫੁੱਲ ਗੁੱਡ ਗ੍ਰੀਨ ਡੇ ਤੋਂ ਮੇਰਾ ਜੇ ਗੁੱਡ ਰੈੱਡ ਜਾਂਦਾ ਆ, ਹੁਣ ਜੇ ਮਨਸਿਮਰਨ ਵੀਰੇ ਦੀ ਜੇ ਮੈਂ ਆਪਸ਼ਨ ਵੀ ਵਿੱਚ ਪਾਣਾ, ਤਾਂ ਵੀ ਮਨਸਿਮਰਨ ਵੀਰੇ ਦਾ ਦਿਨ ਆਲਮੋਸਟ ਬ੍ਰੇਕ ਈਵਨ ਦਿਨ ਸੀਗਾ, ਕੋਈ ਬਿਗ ਰੈੱਡ ਡੇ ਨਹੀਂ ਸੀਗਾ।
ਹਾਂਜੀ ਰਾਈਟ ਬਾਅਦ ਚ ਉਹ ਵੀ ਕਵਰ ਅਪ ਟੈਸਲਾ ਦੀਆਂ ਜੋ ਕਾਲਸ Yeah. ਲਈਆਂ ਕਵਰ ਅਪ ਸਾਰਾ ਗ੍ਰੀਨ ਚ ਚਲਾ ਗਿਆ ਸੀ ਬਾਅਦ ਚ ਅਲਟੀਮੇਟ ਸੋ ਮੈਂ ਤਾਂ ਹੀ ਕਹਿਣ ਜਾਣਾ ਕਿ ਆਪਸ਼ਨਸ ਇੱਕ ਵੱਖਰਾ ਮੈਂ ਐਡ ਕਰਨਾ ਸੀਗਾ ਟੈਸਲਾ ਵਾਲਾ, ਬਟ ਇਟਸ ਗੁੱਡ ਯੂ ਆਲਰੇਡੀ ਐਡਿਡ। ਸੋ ਜੇ ਮੈਂ ਇਕੱਲਾ ਸਟਾਕ ਆਫ ਪੁਆਇੰਟ ਆਫ ਵਿਊ ਵੇਖਾਂ ਕਿ ਜਿਹੜਾ ਪਹਿਲਾ ਸਾਡਾ, ਕਿਉਂਕਿ ਐਨਵੀਡੀਆ ਨੇ ਸਾਨੂੰ ਮੂਵੀ ਏਡੀ ਸੋਹਣੀ ਦੇ ਦਿੱਤੀ, ਸਾਡਾ ਆਲਰੇਡੀ ਦਿਨ ਬਣ ਗਿਆ ਸੀਗਾ ਉਸ ਦੇ ਨਾਲ। ਸੋ ਇੱਕ ਗੁੱਡ ਗ੍ਰੀਨ ਤੋਂ ਗੁੱਡ ਰੈਡ ਜੇ ਉਤੋਂ ਬਾਹਰ ਜਾਂਦਾ ਆ, that will be a worst risk management of a trader. ਸੋ ਇਸ ਤਰ੍ਹਾਂ, ਸੋ ਮੈਂ ਸਿਰਫ ਐਡ ਕਰਨਾ ਚਾਹੁੰਦਾ ਸੀਗਾ ਕਿ ਹਾਊ ਨੰਬਰ ਵਰਕਸ। ਦੈਟਸ ਪ੍ਰੀਟੀ ਮਚ ਇਟ। ਥੈਂਕ ਯੂ ਭਾਜੀ। ਬਿਲਕੁਲ ਭਾਜੀ ਬਿਲਕੁਲ, ਥੈਂਕਸ ਅ ਲੋਟ। ਤੇ ਆਈ ਥਿੰਕ ਮੇਨਲੀ ਮੈਂ ਤੁਹਾਨੂੰ ਜਿਹੜੀ ਚੀਜ਼ ਇੱਕ ਕੁਐਸਚਨ ਆਇਆ ਭਾਜੀ, ਮੇਰੀ ਟ੍ਰੇਡਿੰਗ ਵਧੀਆ ਚੱਲ ਰਹੀ ਸੀ, ਮੈਂ ਜਦੋਂ ਅਕਾਊਂਟ ਅਪ ਕੀਤਾ ਮੇਰੇ ਤੋਂ ਲਾਸ ਅਸੈਪਟ ਨਹੀਂ ਹੋਇਆ ਐਂਡ ਅਕਾਊਂਟ ਬਹੁਤ ਡਾਊਨ ਕਰਾ ਲਿਆ, ਤੇ ਮੈਨੂੰ ਕੀ ਕਰਨਾ ਚਾਹੀਦਾ ਸੀ, ਅਕਾਊਂਟ ਕਿੱਦਾਂ ਹੈਂਡਲ ਕਰਨਾ। ਓਕੇ, ਸੋ ਇਹ ਵੀ ਇੱਕ ਇੰਪੋਰਟੈਂਟ ਹੈ ਕਿ ਜਦੋਂ ਟ੍ਰੇਡਿੰਗ ਵਧੀਆ ਚੱਲਦੀ ਹੈ ਅਕਾਊਂਟ ਸਾਈਜ਼ ਕਿੱਦਾਂ ਗਰੋ ਕਰਨਾ। ਮੈਂ ਤੁਹਾਨੂੰ ਸੁਜੈਸਟ ਉਹਦਾ ਵਧੀਆ ਤਰੀਕਾ ਦੱਸਦਾ, ਪ੍ਰੈਕਟੀਕਲ ਤਰੀਕਾ ਆ ਜਿਸ ਤਰੀਕੇ ਨਾਲ ਮੈਂ ਅਕਾਊਂਟ ਗਰੋ ਅਪ ਕੀਤਾ ਸੀ। ਅਕਾਊਂਟ ਇੱਕ ਤਾਂ ਹੈਗਾ ਜੀ ਗਰੋ ਕਰਨਾ, ਯਾਨੀ ਕਿ ਕੈਪੀਟਲ ਐਡ ਕਰਨੀ ਆ, ਜਸਟ ਐਡ ਮੈਕਸਿਮਮ 25%। ਯੂਜਲੀ ਕੀ ਹੁੰਦਾ, ਜੇ ਕਿਸੇ ਦਾ ਵਧੀਆ ਵੀਕ ਚਲਾ ਗਿਆ, ਵਧੀਆ ਮੰਥ ਚਲਾ ਗਿਆ ਨਾ, ਜੇ ਕਿਸੇ ਦਾ 5000 ਦਾ ਅਕਾਊਂਟ ਉਹ 10000 ਦਾ ਕਰ ਲੂਗਾ, ਅਲਟੀਮੇਟਲੀ ਪੋਜੀਸ਼ਨਾਂ ਡਬਲ ਕਰ ਲੂ। ਤੇ ਜੇ ਅਗਲਾ ਰੈੱਡ ਵੀਕ ਆ ਗਿਆ ਜਿੱਥੇ ਤੁਹਾਨੂੰ ਮੇਬੀ $1000 ਇੱਕ ਵੀਕ ਦਾ ਬਣਿਆ ਹੋਊਗਾ, ਹੁਣ $2000 ਦਾ ਲਾਸ ਹੋਣਾ, ਕਿਉਂਕਿ ਤੁਸੀਂ ਅਕਾਊਂਟ ਡਬਲ ਕਰ ਲਿਆ, ਪੋਜੀਸ਼ਨਾਂ ਡਬਲ ਕਰ ਲਈਆਂ। ਸੋ ਅਕਾਊਂਟ ਫਿਰ ਉਹ ਸਾਰਾ ਜਿਹੜਾ ਮੈਨੇਜਮੈਂਟ ਆ, ਸਾਰੀ ਜਿਹੜਾ ਮੋਮੈਂਟਮ ਖਰਾਬ ਹੋ ਜਾਂਦਾ। ਐਂਡ ਬਹੁਤ ਵਾਰੀ ਇਹ ਚੀਜ਼ਾਂ ਹੁੰਦੀਆਂ, ਲੋਕ ਪ੍ਰੋਫਿਟ 'ਚ ਜਾਂਦੇ ਜਾਂਦੇ ਸਿੱਧਾ ਹੀ ਥੱਲੇ ਨੋਜ਼ ਡਾਈਵ ਥੱਲੇ ਨੂੰ ਵੱਜਦੀ ਆ, ਐਂਡ ਦੇ ਐਂਡ ਅਪ ਲੂਜ਼ਿੰਗ ਐਵਰੀਥਿੰਗ। ਸੋ ਅਕਾਊਂਟ ਕਿੱਦਾਂ ਗਰੋ ਕਰਨਾ, ਬੈਸਟ ਤਰੀਕਾ ਸਟਾਰਟ ਵਿਦ ਦ ਸਮਾਲ ਅਮਾਊਂਟ, ਮੇਬੀ 3-4000 5000 ਨਾਲ ਸਟਾਰਟ ਕਰਕੇ ਉਹਦੇ 'ਚ ਕੀ ਕਰਨਾ, ਜਿਹੜੇ ਡੇਲੀ ਲਾਸ ਹੁੰਦੇ ਆ ਉਹ ਐਡ ਕਰੋ। ਸੋ ਹੁਣ ਤੁਸੀਂ ਮੰਨ ਲਓ ਇੱਕ ਦਿਨ ਦਾ ਪ੍ਰੋਫਿਟ ਬਣਾਇਆ $200, ਤੁਹਾਡਾ ਅਕਾਊਂਟ 500 ਤੋਂ 5000 ਤੋਂ 5200 ਹੋ ਗਿਆ, $200 ਦਾ ਪ੍ਰੋਫਿਟ ਵਿੱਚ ਐਡ ਹੋ ਗਿਆ। ਅਗਲੇ ਦਿਨ ਤੁਸੀਂ ਲਾਸ ਲੈ ਲਿਆ $100 ਦਾ, ਉਹਦਾ $100 ਹੈ ਨਾ ਉਹ ਐਡ ਕਰ ਦਿਓ, ਠੀਕ ਹੈ ਜੀ। ਸੋ ਤੁਹਾਡਾ ਕੀ ਹੋਣਾ, ਜਿੰਨੇ ਲਾਸ ਆ ਤੁਹਾਡੇ ਉਹ ਉਨੇ ਰਹਿਣੇ, ਕਿਉਂਕਿ ਤੁਸੀਂ ਆਪਦੇ ਕੋਲੋਂ ਐਡ ਕਰ ਰਹੇ ਹੋ। ਅਕਾਊਂਟ ਵੀ ਗਰੋ ਕਰ ਰਿਹਾ, ਪ੍ਰੋਫਿਟ ਵੀ ਵਿੱਚ ਐਡ ਹੋ ਰਿਹਾ, ਉਹਨਾਂ ਤੁਹਾਡਾ ਡਿਸਪਲਿਨ ਇਹ ਬਣੂਗਾ ਕਿ ਤੁਹਾਨੂੰ ਪਤਾ, ਕਿਉਂਕਿ ਮੈਂ $100 ਐਡ ਕਰ ਸਕਦਾ, $200 ਐਡ ਕਰ ਸਕਦਾ, ਪਰ ਜੇ ਮੈਂ $1000 ਦਾ ਲਾਸ ਲੈ ਲਿਆ ਉਹ ਨਹੀਂ ਮੇਰੇ ਤੋਂ ਐਡ ਹੋਣਾ। ਸੋ ਜਿਹੜੀ ਅਕਾਊਂਟ ਗਰੋਥ ਹੈ ਨਾ ਉਹ ਇਦਾਂ ਦੀ ਹੋਣੀ ਚਾਹੀਦੀ, ਤੁਹਾਨੂੰ ਹੋਵੇ ਵੀ ਅਕਾਊਂਟ ਗਰੋਥ ਵੀ ਹੋਵੇ ਪਰ ਤੁਹਾਨੂੰ ਫੀਲ ਨਾ ਹੋਵੇ। ਸੋ ਫੀਲ ਕਿੱਦਾਂ ਨਾ ਹੋਵੇ, ਓਵਰਆਲ ਲੌਂਗ ਰਨ ਜਦੋਂ ਤੁਸੀਂ ਦੇਖੋਗੇ ਆਪਦਾ ਸਾਲ ਬਾਅਦ ਅਕਾਊਂਟ ਜਿਹੜਾ ਤੁਸੀਂ 5000 ਤੋਂ ਸ਼ੁਰੂ ਕੀਤਾ ਨਾ, ਮੇਬੀ ਉਹ 20000 ਤੇ ਜਾ ਕੇ ਬੈਠਾ ਹੋਊਗਾ। ਕਿਉਂ? ਕਿਉਂਕਿ ਤੁਸੀਂ ਹੌਲੀ ਹੌਲੀ ਚੱਲੇਂਗੇ ਇੱਕ ਕਛੂਏ ਦੀ ਚਾਲ। ਪਰ ਜਦੋਂ ਆਪਾਂ ਛਾਲਾਂ ਮਾਰ ਲੱਗ ਜਾਂਦੇ ਆ, ਫਿਰ ਉਹ ਛਾਲ ਪੁੱਠੀ ਵੱਜ ਜਾਂਦੀ ਕਈ ਵਾਰੀ, ਐਂਡ ਮਾਰਕੀਟ ਜਿਹੜੀ ਉਹ ਪੁੱਠੀਆਂ ਛਾਲਾਂ ਮਰਾਉਂਦੀ ਆ। ਸੋ ਇਹ ਚੀਜ਼ ਆ ਕਿ ਅਕਾਊਂਟ ਜੋ ਗਰੋ ਕਰਨਾ ਬਸ ਇਸ ਤਰੀਕੇ ਨਾਲ ਕਰੋ, ਤੁਹਾਨੂੰ ਫੀਲ ਹੀ ਨਾ ਹੋਵੇ, ਤੁਹਾਨੂੰ ਪਤਾ ਹੀ ਨਾ ਲੱਗੇ ਕਿ ਅਕਾਊਂਟ ਗਰੋ ਹੋ ਰਿਹਾ। ਸੋ ਇਹੀ ਬੈਸਟ ਤਰੀਕਾ। ਓਕੇ ਗਾਇਜ਼, ਆਈ ਥਿੰਕ ਪ੍ਰੈਟੀ ਮੱਚ ਸਾਰਾ ਕੁਝ ਆਪਾਂ ਕਵਰ ਅਪ ਕਰ ਲਿਆ। ਕਿਸੇ ਨੂੰ ਕੋਈ ਵੀਰੇ ਮੈਂ ਕੁਝ ਪੁੱਛਣਾ ਸੀ ਵੀਰੇ। ਮੈਂ ਰੋਜ਼ ਇੱਕ ਦਿਨ 'ਚ ਇੱਕ ਹੀ ਟ੍ਰੇਡ ਲੈਣਾ, ਚਾਹੇ ਉਹ ਵਿਨ ਹੋਵੇ ਚਾਹੇ ਲਾਸ ਹੋਵੇ, ਇਹ ਕੋਈ ਸਟ੍ਰੈਟਜੀ ਆ ਕਿ ਮੇਰੇ ਲਈ ਕੰਮ ਕਰ ਰਹੀ, ਕੀ ਆ ਇਹ ਚੀਜ਼? ਵਧੀਆ ਹੈ ਵੀਰੇ, ਵਧੀਆ, ਬਹੁਤ ਵਧੀਆ ਸਟ੍ਰੈਟਜੀ ਹੈ, ਐਂਡ ਬਹੁਤ ਲੋਕ ਕਰਦੇ ਆ। ਕਈ ਜਿਹੜੇ ਹੁਣ ਆਪਸ਼ਨ ਸਪੈਸ਼ਲੀ ਜਿਹੜੇ ਕਰਦੇ ਆ, ਉਹ ਸਾਰਾ ਦਿਨ ਇੱਕ ਟ੍ਰੇਡ ਹੀ ਲੈਂਦੇ ਆ। ਠੀਕ ਆ ਇੱਕ ਜੀ। ਟ੍ਰੇਡ ਜੇ ਉਹਨਾਂ ਦਾ ਚੱਲ ਪਿਆ ਤਾਂ ਬਹੁਤ ਵਧੀਆ ਹਾਂਜੀ ਜਾਊਗਾ। ਮੰਨ ਲਓ ਹੁਣ ਇੱਕ ਗੱਲ ਆ, ਲੈਟਸ ਸੇ ਜੇ ਤੁਸੀਂ ਰਿਸਕ ਟੂ ਰਿਵਾਰਡ ਰੱਖੀ ਆ, ਮੰਨ ਲਓ 4:1 ਜਾਂ 3:1 ਤੁਹਾਨੂੰ ਮਿਲ ਰਹੀ ਹੈ ਇੱਕ ਟ੍ਰੇਡ 'ਚ, ਤੁਸੀਂ ਮੈਂ ਗੁਰਮਨ ਆ ਵੀਰੇ। ਮੈਨੂੰ ਪਤਾ ਲੱਗ ਗਿਆ, ਹਾਂਜੀ ਹਾਂਜੀ ਵੀਰੇ। ਮੈਂ ਤੁਹਾਡੀ ਕੰਸਿਸਟੈਂਸੀ ਦੇਖੀ ਆ, ਤੁਹਾਡਾ 5 ਮਿੰਟ 'ਚ PNL ਆ ਜਾਂਦਾ ਹੁੰਦਾ, ਐਂਡ ਦੈਟਸ ਰੀਅਲੀ ਗੁੱਡ। ਹਾਂਜੀ ਸੋ ਹਾਂਜੀ ਇਹ ਚੀਜ਼ ਬਹੁਤ ਵਧੀਆ ਆ, ਕਿਉਂਕਿ ਮੇਨ ਕੀ ਗੱਲ ਆ, ਅਲਟੀਮੇਟਲੀ ਕਿੱਥੇ ਗੱਲ ਮੁੱਕਦੀ ਆ ਕੇ ਡਿਸਿਪਲਿਨ ਤੇ। ਤੁਹਾਨੂੰ ਪਤਾ ਵੀ ਇੱਕ ਦਿਨ ਦਾ ਮੇਰਾ ਲਾਸ ਵੀ, ਇੱਕ ਟ੍ਰੇਡ 'ਚ ਲਾਸ ਹੀ ਚਲਾ ਗਿਆ, ਮੇਰਾ ਦਿਨ ਸਾਰਾ ਕਲੋਜ਼ ਹੀ ਰਹੂਗਾ, ਮੈਂ ਨਹੀਂ ਕਿਸੇ ਹੋਰ ਟ੍ਰੇਡ ਵੱਲ ਦੇਖਣਾ। ਸੋ ਗੱਲ ਕਿੱਥੇ ਮੁੱਕਦੀ ਆ ਕੇ ਡਿਸਿਪਲਿਨ ਤੇ, ਰਾਈਟ? ਠੀਕ ਆ ਵੀਰੇ। ਹਾਂ, ਸੋ ਬਹੁਤ ਵਧੀਆ, ਜਸਟ ਕੀਪ ਇਟ ਅਪ। ਨਾਲੇ ਤੁਹਾਨੂੰ ਰਿਜ਼ਲਟ ਦਿਖ ਰਹੇ ਆ ਉਹਦੇ, ਕਿੰਨੇ ਮੈਨੂੰ ਲੱਗਦਾ 12-13 ਦਿਨ ਦੀ ਤੁਹਾਡੀ ਵਿਨਿੰਗ ਸਟ੍ਰੀਕ ਹੋ ਗਈ, ਰਾਈਟ? ਹਾਂਜੀ ਵੀਰੇ। ਹਾਂ, ਸੋ ਕੈਰੀ ਔਨ ਰੱਖੋ, ਕੀਪ ਇਟ ਅਪ। ਤੇ ਇਹ ਡਿਸਿਪਲਿਨ ਨਾ ਤੋੜਿਓ, ਲਾਸ 'ਚ ਜਾਂਦਾ ਕੋਈ ਚੱਕਰ ਨਹੀਂ, ਜਸਟ ਟੇਕ ਇਟ। ਠੀਕ ਹੈ ਜੀ। ਹਾਂਜੀ ਵੀਰੇ ਕੁਐਸਚਨ ਸੀਗਾ, ਜਿੱਦਾਂ ਮੈਂ ਤੁਹਾਨੂੰ ਪੁੱਛਣਾ ਸੀ, ਤੇ ਉਹ ਨਾ ਜਿੱਦਾਂ ਹੁਣ ਮੈਂ 3 ਮਹੀਨੇ ਤੋਂ ਫੁੱਲ ਟਾਈਮ ਬਿਲਕੁਲ ਕਰ ਰਿਹਾ, ਪਹਿਲਾਂ ਔਨ ਐਂਡ ਆਫ ਸੀ ਸਾਲ ਤੋਂ ਟ੍ਰੇਡਿੰਗ ਦੇ ਵਿੱਚ। ਤੇ ਹੁਣ ਇਦਾਂ ਕਿ ਜਿੱਦਾਂ ਨਾ ਮੈਂ ਲਾਸ ਮੇਰੇ ਬਹੁਤ ਮਿਨੀਮਲ ਆ, ਜਿੱਦਾਂ ਮੈਂ ਬਿਲਕੁਲ 1% ਤੋਂ ਜ਼ਿਆਦਾ ਲੈਂਦਾ ਹੀ ਨਹੀਂ ਲਾਸ, ਇਹ ਮੇਰੀ ਸਟ੍ਰੈਟੇਜੀ ਚੱਲਦੀ। ਬਟ ਜਿਹੜੇ ਮੇਰੇ ਪ੍ਰੋਫਿਟ ਆ ਨਾ, ਉਹ ਮਤਲਬ ਨਾ 1% ਹੀ ਮੈਂ ਲੈਣਾ, ਉਸ ਪਹਿਲਾਂ ਹੀ ਐਗਜ਼ਿਟ ਕਰ ਜਾਂਦਾ, ਵੱਡੇ ਮੂਵ ਕੈਚ ਨਹੀਂ ਕਰ ਪਾਉਂਦਾ। ਇਹ ਕਿੱਦਾਂ ਮੈਂ ਪਕੜ ਫੜਾਂ? ਡਿਸਿਪਲਿਨ ਦਾ ਹੀ ਇੱਕ ਪਾਰਟ ਆ, ਜਿੰਨੇ ਇੰਪੋਰਟੈਂਟ ਆ ਪ੍ਰੋਪਰ ਲਾਸ ਲੈਣੇ, ਉਨੇ ਇੰਪੋਰਟੈਂਟ ਆ ਪ੍ਰੋਪਰ ਪ੍ਰੋਫਿਟ ਵੀ ਲੈਣੇ। ਜਿੱਦਾਂ ਭਾਜੀ ਨੇ ਗੱਲ ਕਹੀ ਆ, ਜਾਂ ਜਿੱਦਾਂ ਮੈਂ ਵੀ ਤੁਹਾਨੂੰ ਐਕਸਪਲੇਨ ਕੀਤਾ, ਕਿ ਜਿਹੜੇ ਇੱਕ ਵਧੀਆ
ਟ੍ਰੇਡਰ ਦੇ P&L ਹੋਣਗੇ ਨਾ, ਉਹਦੇ ਵਿੱਚ ਕੁਝ ਕੁ ਟ੍ਰੇਡ ਹੁਣ ਆਪਣੇ ਜੇ ਤੁਸੀਂ ਦੇਖੋ ਹਫਤੇ ਦੇ ਵਿੱਚ 2 ਜਾਂ 3 ਟ੍ਰੇਡ ਐਸੇ ਹੋਣਗੇ ਜਿਹੜੇ ਪੂਰਾ ਦਿਨ ਚੱਲਦੇ ਆ। ਇੱਕ ਦਿਨ ਅਸੀਂ ਟੈਸਲਾ ਪੂਰਾ ਦਿਨ ਭਜਾਇਆ ਸੀਗਾ, ਇੱਕ ਦਿਨ ਅਸੀਂ ਭਜਾਇਆ ਸੀਗਾ ਆਈ ਥਿੰਕ ਵਾਲਮਾਰਟ ਭਾਜੀ। ਅਡੋਬੀ ਵਾਲਮਾਰਟ ਵੀ ਅਸੀਂ ਸਵਿੰਗ ਕਰਿਆ ਸੀ ਇੱਕ ਦਿਨ ਤਾਂ। ਸੋ ਹਾਂਜੀ ਭਾਈ। ਹਫਤੇ ਦੇ ਵਿੱਚ 2-3 ਟ੍ਰੇਡ ਹੀ ਐਸੇ ਮਿਲਦੇ ਆ ਜਿਹੜੇ ਸਾਰਾ ਦਿਨ ਰਨ ਕਰਦੇ। ਬਾਕੀ ਟ੍ਰੇਡ ਜਿਹੜੇ ਆ ਤੁਹਾਨੂੰ ਮੇਬੀ 0.5% ਲਾਸ ਦੇਣ ਜਾਂ ਮੇਬੀ 1% ਲਾਸ ਦੇਣ, ਪਰ ਜਿਹੜੇ ਉਹ 2-3 ਟ੍ਰੇਡ ਆ ਨਾ, ਉਹੀ ਡਿਫਰੈਂਸ ਉਹਨਾਂ ਨੇ ਤੁਹਾਡਾ ਪੋਰਟਫੋਲੀਓ ਮੂਵ ਕਰਨਾ। ਦੂਜੀ ਚੀਜ਼ ਇਹ ਆ ਜਾਂਦੀ ਹੈ ਕਿ ਜਿਹਦੇ ਕੈਨੇਡਾ 'ਚ ਵੀਰੇ ਪ੍ਰੋਬਲਮ ਇਹ ਆ, ਕਮਿਸ਼ਨਸ ਹਾਈ ਆ, ਟ੍ਰੇਡਿੰਗ ਦੇ ਖਰਚੇ ਆ। ਸੋ ਜੇ ਤੁਹਾਡਾ ਅਕਾਊਂਟ ਲੈਟਸ ਸੇ 4000 ਦਾ ਐਂਡ ਤੁਸੀਂ ਸੋਚੋ ਕਿ ਮੇਰਾ 4000 ਦਾ ਅਕਾਊਂਟ ਵੱਡੀ ਮੂਵ ਦੇਵੇ ਤੁਹਾਨੂੰ, ਥੋੜਾ ਮੂਵ ਕਰਨ ਨਹੀਂ, ਕਿਉਂਕਿ ਤੁਹਾਡੇ ਖਰਚੇ ਹੀ ਬਹੁਤ ਆ ਉਹਦੇ ਵਿੱਚ। ਸੋ ਇਹ ਇਸੇ ਕਰਕੇ ਮੈਂ ਇੱਕ ਵੀਡੀਓ ਪਾਈ ਸੀ ਕਿ ਤੁਸੀਂ ਸਟਾਕ ਟ੍ਰੇਡਿੰਗ ਕਰਨੀ ਆ ਕੈਨੇਡਾ ਸਪੈਸ਼ਲੀ, ਤੁਸੀਂ ਛੋਟੇ ਅਮਾਊਂਟ ਤੋਂ ਨਹੀਂ ਸਟਾਰਟ ਕਰ ਸਕਦੇ, ਬਿਕੋਜ਼ ਉਹ ਕੋਈ ਸੈਂਸ ਨਹੀਂ ਬਣਦੀ, ਤੁਹਾਡਾ ਅਕਾਊਂਟ ਡਾਊਨ ਜਾਣਾ ਹੀ ਜਾਣਾ। ਸੋ ਜੇ ਤੁਸੀਂ ਵਧੀਆ ਰਿਸਕ ਮੈਨੇਜ ਕਰ ਸਕਦੇ ਆ, ਟਰਾਈ ਟੂ ਗੋ ਵਿਦ ਲਿਟਲ ਕੈਪੀਟਲ। ਸੋ ਕੈਪੀਟਲ ਯੂਜ਼ ਕਰਕੇ ਉਹਦੇ ਵਿੱਚ ਮੂਵ ਮਿਲੂਗੀ ਤੁਹਾਨੂੰ ਸਟਾਕ ਦੇ ਵਿੱਚ। ਹਾਂ, ਜੇ ਤੁਸੀਂ ਆਪਸ਼ਨਸ ਕਰ ਰਹੇ ਹੋ ਫਿਰ ਥੋੜਾ ਡਿਫਰੈਂਟ ਸਿਨੈਰੀਓ ਆ। ਸੋ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਜੇ ਸਟਾਕ ਕਰ ਰਹੇ ਹੋ, ਜਸਟ ਟਰਾਈ ਟੂ ਗੈਟ 1 or 2 ਟ੍ਰੇਡਸ ਇਨ ਅ ਵੀਕ ਜਿਹੜੇ ਐਕਚੁਅਲ ਦੇ ਵਿੱਚ ਮੂਵ ਕਰਨ। ਚਲੋ ਠੀਕ ਹੈ ਓਕੇ ਵੀਰੇ, ਥੈਂਕ ਯੂ। ਆਈ ਵਿਲ ਟਰਾਈ ਕਿ ਮੈਂ ਕਰਾਂ ਇਹਨੂੰ। ਯਾ ਭਾਜੀ ਇੱਕ ਨਾ ਮੇਰਾ ਵੀ ਕੁਐਸਚਨ ਸੀਗਾ, ਜਿਹੜਾ ਕਿ ਮੈਨੂੰ ਲੱਗਦਾ ਟੌਪਿਕ ਥੋੜਾ ਜਿਹਾ ਅਨਟੱਚ ਜਿਹਾ ਰਹਿੰਦਾ ਜਦੋਂ ਟ੍ਰੇਡਿੰਗ ਸਾਈਕੋਲੋਜੀ ਦੀ ਗੱਲ ਹੁੰਦੀ ਹੈ। ਆਪਾਂ ਜਿਵੇਂ ਹੁਣ ਟ੍ਰੇਡਿੰਗ ਸਾਈਕੋਲੋਜੀ ਦੇ ਵਿੱਚ ਕਾਫੀ ਗੱਲ ਹੁੰਦੀ ਆ ਫੋਮੋ ਦੀ, ਰਾਈਟ? ਹਾਂਜੀ ਫੀਅਰ ਆਫ ਮਿਸਿੰਗ ਆਊਟ। ਹਾਂਜੀ ਬਟ ਇੱਕ ਉਹਦੇ ਆਪੋਜ਼ਿਟ ਵੀ ਚੀਜ਼ ਹੈਗੀ ਆ ਜੋ ਮੈਨੂੰ ਬਹੁਤ ਫੀਲ ਹੁੰਦੀ ਆ, ਕਿ ਮੈਂ ਕਈ ਵਾਰੀ ਦੇਖਦਾ ਹੁੰਦਾ ਟ੍ਰੇਡਿੰਗ ਵਿਊ ਤੇ ਬੈਠਾ ਹੁੰਦਾ, ਰਾਈਟ, ਆਪਣੇ ਚਾਰਟ ਵਗੈਰਾ ਦੇਖਦਾ ਹੁੰਦਾ ਤੇ ਪ੍ਰੋਜੈਕਸ਼ਨ ਕਰਕੇ। ਮੈਂ ਬਹੁਤੀ ਟ੍ਰੇਡਿੰਗ ਕਰਦਾ ਤਾਂ ਨਹੀਂ, ਮਤਲਬ ਮੈਂ ਔਨ ਐਂਡ ਆਫ ਹੀ ਰਹਿੰਦਾ ਕੰਮ, ਪਰ ਮੇਰਾ ਫੀਅਰ ਹੁੰਦਾ ਕਿ ਮੈਂ ਬਹੁਤ ਵਾਰੀ ਐਂਟਰ ਨਹੀਂ ਕਰ ਪਾਉਣਾ, ਰਾਈਟ? ਮੈਂ ਦੇਖਦਾ ਹੁੰਦਾ ਕਈ ਵਾਰੀ ਆਪਣਾ ਚਾਰਟ ਦੇਖਦਾ ਹੁੰਦਾ ਤਾਂ ਹਨਾ, ਆਪਣੇ ਜੋ ਵੀ ਲੌਂਗ ਪੋਜੀਸ਼ਨ ਟ੍ਰੇਡਿੰਗ ਵਿਊ ਤੇ ਮੋਸਟ ਆਫ ਦਾ ਟਾਈਮ ਮੈਂ ਨੋਟਿਸ ਕਰਦਾ ਹੁੰਦਾ ਨਾ ਕਿ ਚਲਾ ਜਾਂਦਾ ਫੇਵਰ ਦੇ ਵਿੱਚ ਨਾ, ਐਜ਼ ਪਲੈਨਡ ਹੋ ਵੀ ਜਾਂਦਾ, ਚਲੋ ਕਈ ਬਹੁਤੀ ਵਾਰੀ ਡਾਊਨ ਵੀ ਚਲਾ ਜਾਂਦਾ। ਬਟ ਕੁਐਸਚਨ ਇਹ ਆ ਕਿ ਮੇਰਾ ਫੀਅਰ ਰਹਿੰਦਾ ਕਿ ਯਾਰ ਮੈਂ ਜਾਵਾਂ ਕਿ ਨਾ ਜਾਵਾਂ, ਐਂਟਰ ਹੋਵਾਂ ਕਿ ਨਾ ਹੋਵਾਂ, ਤੇ ਉਹਦੇ ਤੇ ਕੋਈ ਟਿਪਸ, ਕੋਈ ਤੁਹਾਡਾ ਥਾਟ? ਉਹਦੇ ਤੇ ਵਧੀਆ ਇੱਕ ਸਿੰਪਲ ਸੋਲੂਸ਼ਨ ਆ। ਲੈਟਸ ਸੇ ਮੈਂ ਕੋਈ ਟ੍ਰੇਡ ਦੇ ਵਿੱਚ ਜਾ ਰਿਹਾ ਪਰ ਮੈਂ ਜਾਣਾ ਨਹੀਂ ਚਾਹੁੰਦਾ, ਹਨਾ? ਕਿਉਂ ਨਹੀਂ ਚਾਹੁੰਦਾ? ਬਿਕੋਜ਼ ਮੈਨੂੰ ਡਰ ਆ ਕਿਤੇ ਮੈਂ ਲਾਸ ਨਾ ਕਰਾ ਲਾਂ। ਸਿੰਪਲ ਡਰ ਜੈਨੂਇਨ ਆ ਐਂਡ ਦੈਟ ਇਜ਼ ਐਕਚੁਅਲੀ ਅ ਗੁੱਡ ਥਿੰਗ, ਦੈਟ ਇਜ਼ ਅ ਪੋਜ਼ਿਟਿਵ ਸਾਈਨ, ਕਿਉਂਕਿ ਡਰ ਹੋਣਾ ਇੰਪੋਰਟੈਂਟ ਆ। ਡਰ ਕੀ ਆ? ਕਿ ਮੇਰੀ ਕੈਪੀਟਲ ਨਾ ਲੂਜ਼ ਹੋ ਜਾਵੇ। ਉੱਥੇ ਸਿੰਪਲ ਤਰੀਕਾ ਮੰਨ ਲਓ, ਜਿੱਥੇ ਮੈਂ ਇਹ ਸੋਚ ਰਿਹਾ ਮੇਰੀ 50 ਸ਼ੇਅਰ ਦੀ ਜਿਹੜੀ ਪੋਜੀਸ਼ਨ ਹੋਊਗੀ, ਉੱਥੇ ਮੈਂ 10 ਸ਼ੇਅਰ ਨਾਲ ਟ੍ਰੇਡ ਕਰੂੰਗਾ। ਐਟਲੀਸਟ ਮੈਂ ਪਲਾਨ ਜਿਹੜਾ ਮੈਂ ਬਣਾਇਆ ਹੋਇਆ, ਐਟਲੀਸਟ ਉਹਨੂੰ ਮੈਂ ਟੈਸਟੀਫਾਈ ਤਾਂ ਕਰ ਸਕਾਂ, ਰਾਈਟ? ਸੋ ਠੀਕ ਹੈ ਜੀ। ਉੱਥੇ ਬੈਟਰ ਹੀ ਆ, ਜੇ ਮੰਨ ਲਓ ਤੁਸੀਂ ਕੰਟਰੈਕਟ ਟ੍ਰੇਡ ਕਰ ਰਹੇ ਹੋ, ਜਿੱਥੇ ਤੁਸੀਂ 5 ਜਾਂ 10 ਕੰਟਰੈਕਟ ਕਰਨੇ, ਉੱਥੇ ਇੱਕ ਕੰਟਰੈਕਟ ਲੈ ਲਓ, ਤਾਂ ਕਿ ਸਿੰਪਲ ਉਹਦਾ ਜੇ ਅਗੇਂਸਟ ਜਾਂਦਾ ਤਾਂ ਸਟਾਪ ਲਾਸ ਹੈਗਾ, ਤੇ ਨਾਲੇ ਤੁਹਾਡਾ ਆਲਰੇਡੀ ਰਿਸਕ ਜਿਹੜਾ ਉਹ ਕੰਟਰੋਲਡ ਹੋ ਗਿਆ, ਤੁਸੀਂ ਪੋਜੀਸ਼ਨ ਛੋਟੀ ਲੈ ਲਈ। ਪਰ ਟ੍ਰੇਡ ਜਿਹੜੇ ਤੁਹਾਡੇ ਪਲਾਨ ਦੇ ਅਕੋਰਡਿੰਗ ਆ, ਜਿੱਥੇ ਤੁਸੀਂ ਸੋਚਿਆ ਪਿਆ, ਉਹਨੂੰ ਮਿਸ ਨਾ ਕਰੋ, ਬਿਕੋਜ਼ ਵਧੀਆ ਟ੍ਰੇਡ ਮਿਸ ਕਰਨੇ ਵੀ ਲਾਸ ਦੇ ਬਰਾਬਰ ਹੀ ਆ। ਠੀਕ ਹੈ ਜੀ। ਤੇ ਮਤਲਬ ਇਹ ਚੀਜ਼ ਨੂੰ ਇਨਫੋਰਸ, ਚਲੋ ਥਾਟ ਤਾਂ ਮੇਰੇ ਵੀ ਦਿਮਾਗ 'ਚ ਚੱਲ ਜਾਂਦਾ, ਪਰ ਮੈਨੂੰ ਨਾ ਜਦੋਂ ਬਹਿ ਜਾਂਦਾ ਕਿਤੇ ਨਾ, ਰਾਈਟ, ਹੁਣ ਜਿਵੇਂ ਹੁਣ ਤਾਂ ਕਾਫੀ ਚਿਰ ਹੋ ਗਿਆ ਮੈਂ ਪ੍ਰੈਕਟੀਕਲੀ ਕੋਈ ਟ੍ਰੇਡ ਕਰਿਆ ਤਾਂ ਹੈ ਨਹੀਂ, ਪਰ ਮੈਨੂੰ ਪਤਾ ਮੈਂ ਨੈਕਸਟ ਵੀਕ ਤੋਂ ਮੈਂ ਕੋਸ਼ਿਸ਼ ਕਰ ਰਿਹਾ ਹਨਾ ਕਿ ਰਾਈਟ ਟਾਈਮ ਮਿਲਦਾ ਤਾਂ ਇਹ ਚੀਜ਼ ਦੇ ਵਿੱਚ ਆਵਾਂ। ਪਰ ਮੈਨੂੰ ਪਤਾ ਮੈਂ ਸੂਨ ਐਜ਼ ਮੈਂ ਬਹਿ ਗਿਆ ਇੱਥੇ ਹਨਾ, ਈਵਨ ਦੋ ਮੇਰਾ ਪਲਾਨ ਸਾਰਾ ਕੁਝ ਸੈੱਟ ਹੋਊਗਾ ਵੀ, ਤੁਹਾਡੇ ਨਾਲ ਗੱਲ ਵੀ ਹੋਈ ਸੀ ਮੇਰੇ ਖਿਆਲ ਨਾਲ ਪਹਿਲਾਂ ਮੇਰੀ, ਤੇ ਬਟ ਉਹ ਚੀਜ਼ ਨੂੰ ਮੈਨੂੰ ਪਤਾ, ਮੈਨੂੰ ਮੈਂ ਸ਼ੋਰ ਆ ਕਿ ਜਦੋਂ ਮੈਂ ਬਹਿ ਗਿਆ ਇੱਕ ਵਾਰੀ, ਕਿਉਂਕਿ ਇਹ ਚੀਜ਼ ਦੇ ਵਿੱਚ ਮੈਂ ਸਾਈਕਲਸ ਬੈਕ ਐਂਡ ਥਰੂ ਹਨਾ, ਇੱਕ ਥ੍ਰੈਸ਼ਹੋਲਡ ਹੁੰਦਾ ਜਿਵੇਂ, ਤੇ ਉਹ ਥ੍ਰੈਸ਼ਹੋਲਡ ਨਹੀਂ ਪਾਰ ਹੁੰਦਾ, ਰਾਈਟ? ਉਹ ਇਹੀ ਬਟਨ ਤਾਂ ਨਹੀਂ ਟ੍ਰੇਡਿੰਗ ਐਜ ਆ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ। ਟ੍ਰੇਡਿੰਗ ਐਜ ਕੀ ਆ? ਉਹ 90% ਦੇ ਲੋਕਾਂ ਤੋਂ ਹਟ ਕੇ ਉੱਪਰ ਟੱਪਣਾ। ਉਹ ਕੰਧ ਆ, ਆਈ ਨੋ ਇਟ ਇਜ਼, ਐਂਡ ਇਟ ਇਜ਼ ਪ੍ਰੈਕਟੀਕਲ। ਉਹ ਤੁਹਾਨੂੰ ਦਿਖਦੀ ਆ ਵੀ ਆਹ ਚੀਜ਼ ਮੇਰੇ ਸਾਹਮਣੇ ਐਂਡ ਮੇਰੇ ਤੋਂ ਟੱਪੀ ਨਹੀਂ ਜਾ ਰਹੀ। ਉਹ ਤੁਹਾਨੂੰ ਰਿਅਲਾਈਜ਼ ਹੁੰਦੀ ਆ ਜੇ ਤੁਸੀਂ ਲਾਸ ਲੈਂਦੇ ਆ ਨਾ, ਜਾਂ ਮੰਨ ਲਓ ਤੁਸੀਂ ਖੜੇ ਆ, ਤੁਹਾਡਾ ਅਕਾਊਂਟ ਖੜਾ, ਤੁਹਾਨੂੰ ਦਿਖ ਰਿਹਾ ਹੁੰਦਾ ਤੁਹਾਡੀ ਗਲਤੀ, ਪਰ ਸਟਿਲ ਉਹ ਗਲਤੀ ਪਾਰ ਨਹੀਂ ਹੁੰਦੀ। ਉਹ ਮੈਂ ਤੁਹਾਨੂੰ ਦੱਸਿਆ ਵਧੀਆ ਸਿੰਪਲ ਆ। ਜੇ ਤੁਹਾਨੂੰ ਪਹਿਲੀ ਗੱਲ ਤਾਂ ਇਹ ਆ ਕਿ ਟ੍ਰੇਡ ਜਿਹੜੇ ਮਿਸ ਆਊਟ ਹੋਣੇ ਆ, ਉਹ ਤਾਂ ਹੁੰਦੇ ਆ ਕਿ ਉਹਨਾਂ 'ਚ ਕਿਤੇ ਨਾ ਕਿਤੇ ਲੈਕ ਆਫ ਕੌਨਫੀਡੈਂਸ ਜਾਂ ਲੈਕ ਆਫ ਪਲੈਨਿੰਗ ਹੁੰਦੀ ਆ। ਤੁਹਾਨੂੰ ਪਤਾ ਹੈ ਕਿ ਜੇ ਲੈਵਲ ਮਾਰਕ ਕੀਤੇ ਆ, ਵੱਧ ਤੋਂ ਵੱਧ ਕੀ ਹੋ ਜਾਊਗਾ? ਲਾਸ ਹੋ ਜਾਊਗਾ ਨਾ, ਉਹਦੇ ਲਈ ਸਟਾਪ ਲਾਸ ਹੈਗਾ, ਯਾਨੀ ਕਿ ਮੈਨੇਜਡ ਰਿਸਕ ਆ। ਸੋ ਜਿੱਥੇ ਤੁਹਾਨੂੰ ਕਿਤੇ ਲੱਗ ਰਿਹਾ ਕਿ ਯਾਰ ਮੈਂ ਟ੍ਰੇਡ ਲੈ ਨਹੀਂ ਪਾ ਰਿਹਾ, ਉੱਥੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਡੀ ਲੈਕ ਆਫ ਪਲੈਨਿੰਗ ਵੀ ਆ, ਕਿਉਂਕਿ ਤੁਸੀਂ ਪ੍ਰੋਪਰ ਪਲਾਨ ਨਹੀਂ ਕੀਤਾ ਹੋਇਆ। ਮੇਬੀ ਤੁਸੀਂ ਚਾਰਟ ਦੇਖ ਕੇ ਸੋਚ ਲਿਆ ਆ, ਪਰ ਸੋਚਣਾ ਤੇ ਪਲੈਨਿੰਗ ਦੇ ਵਿੱਚ ਅਲੱਗ ਗੱਲ ਆ, ਕਿਉਂਕਿ ਪਲੈਨਿੰਗ 'ਚ ਡਿਸੀਜ਼ਨ ਹੁੰਦਾ ਤੇ ਸੋਚਣ ਦੇ ਵਿੱਚ ਕਾਈਂਡ ਆਫ ਬੰਦੇ ਨੂੰ ਡਾਊਟ ਹੁੰਦਾ।
ਬਿਲਕੁਲ ਜੀ, ਬਿਲਕੁਲ। ਰਾਈਟ? ਤੇ ਇਹ ਚੀਜ਼ ਹੈਲਪ ਕਰੂਗੀ ਜੇ ਸਟਾਪ ਲਾਸ ਜਿਹੜਾ ਉਹ ਜਿੰਨਾ ਆਪਾਂ ਸੋਚਿਆ ਹੋਇਆ ਜੇ ਉਸ ਤੋਂ ਥੋੜਾ ਜਿਹਾ ਟਾਈਟ ਹੋਰ ਕਰ ਲਈਏ, ਉਹ ਤੁਹਾਨੂੰ ਕੀ ਲੱਗਦਾ ਇਹ ਚੀਜ਼ ਹੈਗੀ ਫਾਇਦੇਮੰਦ ਜਾਂ ਸਟਾਪ? ਨਹੀਂ, ਸਟਾਪ ਬਾਹਲਾ ਟਾਈਟ ਲਾਉਣਾ ਵੀ ਕਿਤੇ ਨਾ ਕਿਤੇ ਨੁਕਸਾਨਦਾਇਕ ਆ, ਕਿਉਂਕਿ ਉਹਨਾਂ ਤੁਹਾਨੂੰ ਆਪਾਂ ਜਦੋਂ ਟ੍ਰੇਡ 'ਚ ਕਿਸੇ 'ਚ ਐਂਟਰ ਕਰਦੇ ਨਾ, ਆਪਾਂ ਨੂੰ ਉਹਨੂੰ ਰੂਮ ਦੇਣਾ ਪੈਣਾ ਕਿ ਸਾਨੂੰ ਕੁਝ ਮੂਵ ਕਰਕੇ ਬਾਅਦ 'ਚ ਸਾਡੀ ਫੇਵਰ 'ਚ ਜਾ, ਚਾਹੇ ਥੋੜਾ ਜਿਹਾ ਥੱਲੇ ਜਾ। ਜਿਹੜਾ ਸਟਾਪ ਲਾਸ ਅਸੀਂ ਸੋਚਿਆ ਆ ਉਹ ਕੋਈ ਨਾ ਕੋਈ ਪਲਾਨ ਕਰਕੇ ਸੋਚਿਆ ਹੋਊਗਾ ਨਾ। ਤੁਸੀਂ ਏਦਾਂ ਹਵਾ 'ਚ ਤਾਂ ਮੰਨ ਲਓ ਸੋਚਿਆ ਨਹੀਂ ਕਿ ਮੈਂ ਹੁਣ ਟੈਸਲਾ ਵਰਗੇ ਸਟਾਕ 'ਚ ਮੈਂ ਕਦੇ 20 ਸੈਂਟ ਦਾ ਸਟਾਪ ਲਾਸ ਕਦੇ ਵੀ ਨਹੀਂ ਸੋਚੂੰਗਾ, 50 ਸੈਂਟ ਦਾ ਕਦੇ ਵੀ ਨਹੀਂ ਸੋਚੂ। ਉਹ 'ਚ ਮੈਂ ਕਿੰਨਾ ਘੱਟ ਤੋਂ ਘੱਟ $1 25 ਸੈਂਟ $1.5 ਦਾ ਲਗਾਊਂਗਾ। ਐਪਲ ਵਰਗਾ ਸਟਾਕ ਆ, ਉਹਦੇ 'ਚ ਮੈਂ ਹੁਣ $4 ਦਾ ਥੋੜੀ ਸਟਾਪ ਲਾਸ ਲਾ ਸਕਦਾ, ਉਹਦੇ 'ਚ ਮੈਂ ਕਿੰਨੇ ਲਾਊਂਗਾ, ਮੇ ਬੀ 60 ਸੈਂਟ ਦਾ ਲਾ ਦੂੰਗਾ। ਸੋ ਕਿਹਦੇ ਅਕੋਰਡਿੰਗ ਲਾ ਰਿਹਾ ਮੈਂ ਸਟਾਪ ਲਾਸ? ਉਹਦੇ ਪ੍ਰਾਈਸ ਐਕਸ਼ਨ ਦੇ ਅਕੋਰਡਿੰਗ, ਮਾਰਕੀਟ ਮੂਵ ਦੇ ਅਕੋਰਡਿੰਗ, ਮਾਰਕੀਟ ਸੈਂਟੀਮੈਂਟਸ ਦੇ ਅਕੋਰਡਿੰਗ, ਉਹਦੀ ਸੈਕਟਰ ਮੂਵ, ਉਹਦੀ ਇੰਡੀਵਿਜੂਅਲ ਮੂਵ। ਸੋ ਸਾਰਾ ਕੁਝ ਜਦੋਂ ਮੇਰਾ ਪਲਾਨ ਦੇ ਅਕੋਰਡਿੰਗ ਆ, ਸਟਾਪ ਲਾਸ ਤਾਂ ਲਾਇਆ। ਉਹਨੂੰ ਹੋਰ ਟਾਈਟ ਕਰਨ ਦਾ ਅਨਲੈਸ ਉਹ ਸਟਾਕ ਚੌਪ ਹੀ ਨਹੀਂ ਹੋ ਜਾਂਦਾ ਜਾਂ ਤੁਸੀਂ ਐਂਟਰੀ ਕਰ ਰਹੇ ਹੋ ਤੁਹਾਡੀ ਫੇਵਰ 'ਚ ਚੱਲ ਜਾਂਦਾ। ਹਾਂ, ਜਦੋਂ ਇੱਕ ਵਾਰੀ ਫੇਵਰ 'ਚ ਜਾਣ ਲੱਗਿਆ ਸਟਾਪ ਲਾਸ ਫੇਰ ਮੂਵ ਕਰ ਦਿਓ, ਪਰ ਪਹਿਲਾਂ ਹੀ ਟਾਈਟ ਲਾ ਦੇਣਾ ਦੈਟ ਡਜ਼ਨਟ ਮੇਕ ਐਨੀ ਸੈਂਸ। ਠੀਕ ਹੈ ਜੀ, ਥੈਂਕ ਯੂ ਸੋ ਮਚ ਭਾਜੀ। ਵੀਰੇ ਮੇਰਾ ਨਾ ਸੇਮ ਹੀ ਕੁਐਸਚਨ ਆ ਬਾਈ ਦੇ ਨਾਲ ਦਾ ਹੀ, ਹਾਂਜੀ। ਵੀ ਜਿੱਦਾਂ ਮਤਲਬ ਮੈਂ ਮੋਸਟਲੀ ਆਪਸ਼ਨ ਟ੍ਰੇਡ ਕਰਦਾ, ਵੀ ਜਿੱਦਾਂ ਕੋਈ ਵੀ ਆਪਸ਼ਨ ਆ, ਜਿੱਦਾਂ ਸਪਾਈ ਦੀ ਮੈਂ ਕਾਲ ਵੇਖ ਰਿਹਾ ਤੇ ਮੈਂ ਲੈਵਲ ਪੂਰਾ ਮਾਰਕ ਕੀਤਾ ਹੋਇਆ। ਹਾਂਜੀ। ਜਿੱਦਾਂ ਮੈਂ ਲਿਮਿਟ ਆਰਡਰ ਲਾਤਾ 50 ਸੈਂਟ ਦਾ, ਉਹ ਕਦੀ ਕਦੀ 51 ਤੋਂ ਹੀ ਅੱਪ ਚੱਲ ਜਾਂਦਾ, ਲਾਈਕ $1 ਤੇ ਚੱਲ ਜਾਂਦਾ, $1.5 ਤੇ। ਮੇਰੇ ਮਤਲਬ ਮੋਸਟਲੀ ਬਹੁਤ ਵੱਡੀ ਮੂਵ ਮਿਸ ਹੋ ਜਾਂਦੀ। ਉਹ ਕੋਈ ਮਤਲਬ ਕੋਈ ਪ੍ਰਾਈਸ ਦਾ ਕੋਈ ਹਿਸਾਬ ਕਿਤਾਬ ਹੋਊਗਾ ਕਿ ਮਤਲਬ? ਵੀਰੇ ਸਟਾਪ ਲਾਸ ਜੇ ਤੁਹਾਡੇ ਬਾਰ-ਬਾਰ ਜਿੱਦਾਂ ਤੁਸੀਂ ਇਹ ਕਹਿ ਰਹੇ ਕਿ ਸਟਾਪ ਲਾਸ ਹਿੱਟ ਹੋ ਰਹੇ ਆ? ਨਹੀਂ ਵੀਰੇ, ਸਟਾਪ ਲਾਸ ਨਹੀਂ, ਮਤਲਬ ਜਿੱਦਾਂ ਮੈਂ ਮਤਲਬ ਐਂਟਰ ਕਰਨਾ, ਹਾਂਜੀ। ਜਿੱਦਾਂ ਐਂਟਰ ਕਰਨਾ ਮੇਰੀ ਪਲੈਨਿੰਗ ਆ ਕਿ ਮੈਂ ਆਹ ਲੈਵਲ ਤੇ ਐਂਟਰ ਕਰਨਾ, ਮਤਲਬ ਮੈਂ ਲਿਮਿਟ ਆਰਡਰ ਲਾਤਾ 50 ਸੈਂਟ ਦਾ, ਉਹ 51 ਤੇ ਆਉਂਦਾ, ਉਸ ਤੋਂ ਬਾਅਦ ਮੈਨੂੰ 50 ਸੈਂਟ ਦੀਆਂ ਜਾਂ 100 ਮਤਲਬ $1 ਦੀ ਮੂਵ ਦੇ ਕੇ ਜਾਂਦਾ, ਉਹ ਪਰ ਮੇਰਾ ਮਤਲਬ ਐਂਟਰ ਨਹੀਂ ਹੋਇਆ ਜਾਂਦਾ ਉਸ ਪ੍ਰਾਈਸ ਤੇ। ਓਕੇ, ਸੋ ਉਹਦੇ ਵਿੱਚ ਵੀਰੇ ਇਹੀ ਆ, ਮੈਂ ਤੁਹਾਨੂੰ ਅਗੇਨ ਉਹਦੇ ਵਿੱਚ ਵੀ ਜਿਹੜੀ ਵੀਰੇ ਨੂੰ ਪਹਿਲਾਂ ਗੱਲ ਕਹੀ, ਕਿਤੇ ਨਾ ਕਿਤੇ ਲੈਕ ਆਫ ਪਲੈਨਿੰਗ ਹੁੰਦੀ ਆ। ਸੀ ਪਲੈਨਡ ਟ੍ਰੇਡ ਤੇ ਇੱਕ ਕਾਈਂਡ ਆਫ ਕਿ ਜਿੱਥੇ ਤੁਸੀਂ ਸੋਚੇ ਪਏ ਆ, ਪਲੈਨਿੰਗ ਤੇ ਥਿੰਕਿੰਗ ਦੇ ਵਿੱਚ ਡਿਫਰੈਂਸ ਹੀ ਹੈ। ਪਲੈਨਿੰਗ 'ਚ ਡਿਸੀਜਨ ਹੁੰਦਾ, ਮਿਸ ਹੋਣੇ ਨਹੀਂ ਚਾਹੀਦੇ ਕਦੇ ਵੀ ਟ੍ਰੇਡ ਤੁਹਾਡੇ, ਜਿੱਥੇ ਸੋਚੇ ਪਏ ਆ। ਹਾਂ, ਤੁਹਾਡੀ ਐਂਟਰੀ ਤੇ ਮੰਨ ਲਓ ਨਹੀਂ ਆਉਂਦਾ, ਉਹ ਗੱਲ ਵੱਖਰੀ ਆ, ਪਰ ਜਦੋਂ ਐਂਟਰੀ ਤੇ ਆ ਗਿਆ, ਜਿੱਦਾਂ ਤੁਸੀਂ ਹੁਣ ਕਿੰਨੇ 50 ਸੈਂਟ ਦੀ ਗੱਲ ਕੀਤੀ, ਕਿੰਨੇ ਦੀ ਕੀਤੀ? ਹਾਂਜੀ, ਮਤਲਬ ਜਿੱਦਾਂ ਐਗਜ਼ਾਮਪਲ ਜਿੱਦਾਂ ਮੈਂ 50 ਸੈਂਟ ਦਾ ਲਿਮਿਟ ਆਰਡਰ ਲਾਇਆ ਕਿ 50 ਸੈਂਟ ਤੇ ਆਊਗਾ, ਮੇਰਾ ਆਰਡਰ ਫਿਲ ਹੋ ਜਾਊਗਾ, ਉਹ ਕਦੀ ਕਦੀ 51 ਜਾਂ 52 ਤੇ ਆਉਂਦਾ, ਉਸ ਤੋਂ ਬਾਅਦ ਰਿਵਰਸਲ ਲੈ ਜਾਂਦਾ ਅੱਛਾ, ਉੱਥੋਂ ਹਾਂ ਉੱਪਰੋਂ ਲੈ ਜਾਂਦਾ, ਉਹ ਕੋਈ ਚੱਕਰ ਨਹੀਂ। ਉਹਦਾ ਆਪਣੇ ਨਾਲ ਉਦਣ ਹੋਇਆ, 2 ਵਾਰੀ ਹੋਇਆ। ਇੱਕ ਦਿਨ ਆਪਣਾ KSS ਮਿਸ ਹੋਇਆ ਸੀਗਾ 1 ਸੈਂਟ ਤੋਂ, ਇੱਕ ਦਿਨ ਆਪਣਾ NVIDIA ਦਾ ਟਾਰਗੇਟ ਮਿਸ ਹਾਂਜੀ, ਉਹ 2 ਸੈਂਟ ਤੋਂ। ਹਾਂਜੀ, ਉਹ ਕੋਈ ਚੱਕਰ ਨਹੀਂ, ਉਹ ਜਿਹੜਾ ਮਿਸ ਹੋ ਗਿਆ ਯਾਰ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, NYSE 'ਚ ਆਈ ਥਿੰਕ 9,500 ਕੰਪਨੀਜ਼ ਆ। 9,500 ਕੰਪਨੀਜ਼ ਦਾ ਮਤਲਬ ਕੀ ਆ? ਸਾਰੇ ਇੰਨੇ ਚਾਰਟਸ ਚੱਲ ਰਹੇ ਆ, ਇੰਨੇ ਚਾਰਟਸ ਚੱਲ ਰਹੇ ਆ, ਮਤਲਬ ਉੱਥੇ ਹਲਚਲ ਹੋ ਰਹੀ ਆ। ਜੇ ਤੁਸੀਂ ਕਹੋ ਹਰ ਇੱਕ ਮੈਨੂੰ ਜਿਹੜੀ ਮੂਵ ਆ ਉਹ ਮਿਲੇ, ਉਹ ਤਾਂ ਪੋਸੀਬਲ ਹੈ ਨਹੀਂ। ਸੋ ਬੜੀਆਂ ਮੂਵਸ ਆ। ਮੈਂ ਤੁਹਾਨੂੰ ਇਹ ਵੀ ਗੱਲ ਦੱਸੀ ਹੋਈ ਆ ਕਿ ਜੇ ਆਪਾਂ ਆਪਦਾ ਪੋਜ਼ਿਟਿਵ ਪੋਰਟਫੋਲੀਓ ਦੇਖੀ ਨਾ, ਉਹਦੇ ਵਿੱਚ 80% ਟ੍ਰੇਡਸ ਐਸੇ ਹੁੰਦੇ ਆ ਜਿਹੜੇ ਬ੍ਰੇਕ ਈਵਨ ਤੇ ਬੰਦ ਹੋਏ ਆ, ਜਿਹੜੇ ਮਿਸਡ ਓਪਰਚੁਨਿਟੀਜ਼ ਆ, ਜਿਹੜੇ ਸਮਾਲ ਲਾਸ ਆ। ਸਿਰਫ 20% ਟ੍ਰੇਡ ਆ, ਬਹੁਤ ਘੱਟ ਟ੍ਰੇਡ ਆ। ਹਫਤੇ 'ਚ 2 ਜਾਂ 3 ਟ੍ਰੇਡ ਐਸੇ ਹੋਣਗੇ ਜਿਹੜੇ ਤੁਹਾਡਾ ਵੀਕਲੀ ਪੋਰਟਫੋਲੀਓ ਡਿਸਾਈਡ ਕਰਨਗੇ। ਇੱਕ ਮਹੀਨੇ 'ਚ ਮੇਬੀ 4 ਜਾਂ 5 ਟ੍ਰੇਡ ਐਸੇ ਹੋਣਗੇ, ਵੱਧ ਤੋਂ ਵੱਧ 6-7 ਟ੍ਰੇਡ ਐਸੇ ਹੋਣਗੇ ਜਿਹੜੇ ਤੁਹਾਨੂੰ ਅਲਟੀਮੇਟਲੀ ਮੂਵ ਦੇ ਕੇ ਜਾਣਗੇ। ਸੋ ਮਿਸ ਹੋਣ ਦੀਆਂ ਐਂਟਰੀਜ਼ ਕੋਈ ਚੱਕਰ ਨਹੀਂ, ਮਿਸ ਓਪਰਚੁਨਿਟੀਜ਼ ਹੋ ਜਾਂਦੀਆਂ ਮਿਸ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਪਰ ਇਹ ਆ ਵੀ ਹਾਂ, ਪਲਾਨ ਦੇ ਅਕੋਰਡਿੰਗ ਆ, ਕੋਈ ਇਟਸ ਨਾਟ ਬਿਗ ਡੀਲ। ਪਰ ਜਿੱਥੇ ਐਂਟਰੀ ਮਿਲ ਰਹੀ ਆ ਉੱਥੇ ਨਹੀਂ ਮਿਸ ਹੋਣੀ ਚਾਹੀਦੀ। ਜਿੱਦਾਂ 50 ਸੈਂਟ ਤੇ ਜੇ ਲਾਇਆ ਹੈ ਨਾ, ਜੇ ਉੱਥੇ ਆ ਗਿਆ ਫਿਰ ਨਹੀਂ ਐਂਟਰੀ ਮਿਸ ਹੋਣੀ ਚਾਹੀਦੀ। ਫਿਰ ਤੁਸੀਂ ਸੋਚੋ ਮੈਂ ਕਰਾਂ ਐਂਟਰ ਕਿ ਨਹੀਂ ਕਰਾਂ, ਉਹ ਨਹੀਂ। ਇੱਕ ਵਾਰੀ ਜੋ ਆ ਗਿਆ ਫਿਰ ਐਂਟਰ ਕਰ ਜਾਓ। ਓਕੇ ਵੀਰੇ, ਥੈਂਕ ਯੂ ਵੀਰੇ। ਹਾਂਜੀ, ਓਕੇ। ਸੋ ਇੱਕ ਵੀਰੇ ਨੇ ਪੁੱਛਿਆ ਜੇ ਟੈਸਲਾ ਦੇ ਆਪਸ਼ਨ ਕਰਨਾ ਤਾਂ ਕਿਵੇਂ ਸਟਾਪ ਲਾਸ? ਉਹ ਵੀਰੇ ਡਿਪੈਂਡ ਕਰਦਾ ਤੁਸੀਂ ਕਿਹੜੀ ਐਕਸਪਾਇਰੀ ਕਿਹੜੀ ਲੈ ਰਹੇ ਆ, ਆਊਟ ਆਫ ਦਾ ਮਨੀ ਕਰ ਰਹੇ ਹੋ, ਉਹਦੀ ਮੂਵ ਕਿੱਦਾਂ ਦੀ ਐਵਰੀ ਡੇ। ਆਪਸ਼ਨਸ ਦੇ ਵਿੱਚ ਤਾਂ ਸਟਾਪ ਲਾਸ ਲਾਉਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਨਾ। ਇਨ ਦਾ ਮਨੀ ਉਹੀ ਹੈ, ਪ੍ਰਾਈਸ ਦੇ ਅਕੋਰਡਿੰਗ ਹੀ, ਚਾਰਟਸ ਦੇ ਅਕੋਰਡਿੰਗ ਲਾਓ, ਉਹਦੇ ਲੈਵਲਸ ਮਾਰਕ ਕਰੋ। ਐਂਡ ਸਪੈਸ਼ਲੀ ਜੇ ਮੰਨ ਲਓ ਲੈਟਸ ਸੇ ਤੁਸੀਂ ਵੀਕਲੀ ਐਕਸਪਾਇਰੀ ਕਰ ਰਹੇ ਆ, ਅਗਲੇ ਜਿੱਦਾਂ ਲੈਟਸ ਸੇ 2-3 ਵੀਕ ਹਟ ਕੇ ਕਰ ਰਹੇ ਆ, ਜਾਂ ਜੇ ਜਿੱਦਾਂ ਸੇਮ ਵੀਕ ਦੀ ਕਰ ਰਹੇ ਆ ਹੈ ਨਾ, ਤਾਂ ਉਹ ਤੁਹਾਨੂੰ ਚਾਰਟ ਦੇ ਅਕੋਰਡਿੰਗ ਹੀ ਲਾਉਣੀ ਪਏਗੀ। ਜੇ ਜ਼ਿਆਦਾ ਚੌਪੀ ਆ ਫਿਰ ਟਰਾਈ ਕਰੋ ਫਰਦਰ ਐਕਸਪਾਇਰੀ ਲੈਣ ਦੀ। ਜੇ ਟ੍ਰੈਂਡ ਦੇ ਵਿੱਚ ਆ ਫਿਰ ਤੁਸੀਂ ਸੇਮ ਵੀਕ ਦੀ ਜਿੱਦਾਂ ਐਕਸਪਾਇਰੀ ਲੈ ਸਕਦੇ ਹੋ। ਲਿਟਲ ਕੈਪੀਟਲ ਮੀਨਸ ਹਾਊ ਟੂ ਵੀਰੇ, ਕੈਪੀਟਲ ਜਿੱਦਾਂ ਮੈਂ ਆਲਵੇਜ਼ ਕਹਿੰਦਾ ਨਾ, ਘੱਟ ਤੋਂ ਘੱਟ ਤੁਹਾਨੂੰ ਸਟਾਕਸ ਟ੍ਰੇਡ ਕਰਨ ਨੂੰ $6,000-7,000 ਚਾਹੀਦਾ। ਐਂਡ ਆਪਸ਼ਨਸ ਲਈ 3.5 ਦੈਟਸ ਇਨਫ, ਸਪੈਸ਼ਲੀ ਇਨ ਕੈਨੇਡਾ।
I want to ask one question. ਇੱਕ ਮੈਨੂੰ ਪੁੱਛਣਾ ਸੀ ਕਿ ਐਟ ਦਾ ਮਨੀ ਤੁਸੀਂ ਕਹਿੰਦੇ ਹੋ ਐਟ ਦਾ ਮਨੀ ਲੈਣਾ ਹਾਂਜੀ। ਚਾਹੀਦਾ ਹੈ, ਇਹਦਾ ਕੀ ਮਤਲਬ ਹੁੰਦਾ ਹੈ? ਮੈਂ ਆਪਸ਼ਨ ਹਾਲੇ ਤੱਕ ਨਹੀਂ ਕੀਤਾ। ਭਾਜੀ ਐਕਚੁਅਲੀ ਥੋੜਾ ਜਿਹਾ ਚਲੋ ਆਊਟ ਆਫ ਦਾ ਟੌਪਿਕ ਹੈ, ਪਰ ਐਟ ਦਾ ਮਨੀ ਕੀ ਹੈ, ਲੈਟਸ ਸੇ ਜੇ ਬਾਅਦ ਵਿੱਚ ਕੋਈ ਪ੍ਰਾਈਸ ਗੱਲ ਚੱਲ ਨਹੀਂ। ਰਿਹਾ, ਮੰਨ ਲਓ ਸਪਾਈ ਦਾ ਪ੍ਰਾਈਸ ਚੱਲ ਰਿਹਾ 410, ਸੋ ਐਟ ਦਾ ਮਨੀ ਕੀ ਹੋਊਗਾ 410। ਜਿੱਦਾਂ ਮੰਨ ਲਓ ਤੁਸੀਂ ਸਟ੍ਰਾਈਕ ਪ੍ਰਾਈਸ ਚੂਜ਼ ਕਰਦੇ ਆ, ਰਾਈਟ, ਜੇ ਤੁਸੀਂ ਕਾਲ ਮੰਨ ਲਓ ਬਾਈ ਕਰ ਰਹੇ ਜੇ 410 ਦੀ ਕਾਲ, 410 ਤੇ ਉਹਦਾ ਕਰੰਟ ਪ੍ਰਾਈਸ ਆ, ਕਾਲ 410 ਦੀ ਬਾਈ ਕੀਤੀ, ਉਹਨੂੰ ਕਹਿੰਦੇ ਐਟ ਦਾ ਮਨੀ। ਸੋ ਜੇ ਆਊਟ ਆਫ ਦਾ ਮਨੀ ਆ, ਦੈਟ ਮੀਨਸ ਉਹ ਬਾਹਰ ਨੂੰ ਆ, ਮਤਲਬ ਉੱਥੋਂ ਤੱਕ ਹਾਲੇ ਸਟਾਕ ਗਿਆ ਨਹੀਂ ਹੈਗਾ, 412 ਦੀ 413 ਦੀ ਕਾਲ ਆ, ਉਹ ਆਊਟ ਆਫ ਦਾ ਮਨੀ। ਇਨ ਦਾ ਮਨੀ ਆ ਮਤਲਬ ਜਿਹੜੀ ਉਹ ਮੂਵ ਕਰ ਚੁੱਕਾ, ਸੋ 408 407 ਉਹ ਇਨ ਦਾ ਮਨੀ ਆ। ਭਾਜੀ ਕੁਡ ਯੂ ਐਕਸਪਲੇਨ? ਵੀਰੇ ਅਗੇਨ ਇਹ ਆਊਟ ਆਫ ਦਾ ਟੌਪਿਕ ਅਗੇਨ ਆਏ ਨਾ, ਮੈਂ ਇਸੇ ਕਰਕੇ ਇਹ ਚੀਜ਼ ਨੂੰ ਉੱਦਾਂ ਮੈਂ ਚਲੋ ਤੁਹਾਨੂੰ ਦੱਸ ਦਿੰਦਾ, ਜਿਹੜੇ ਆਊਟ ਆਫ ਦਾ ਮਨੀ ਆ ਉਹਨਾਂ ਦੀ ਸਿਰਫ ਐਕਸਟ੍ਰਿੰਸਿਕ ਵੈਲਿਊ ਹੁੰਦੀ ਹੈ, ਮਤਲਬ ਟਾਈਮ ਵੈਲਿਊ ਹੁੰਦੀ, ਉਹਨਾਂ ਦੀ ਇੰਟ੍ਰਿੰਸਿਕ ਵੈਲਿਊ ਨਹੀਂ ਹੁੰਦੀ। ਸੋ ਜੇ ਕੋਈ ਸਟਾਕ ਚੌਪੀ ਹੋ ਗਿਆ, ਉਹਨਾਂ ਦੇ ਵਿੱਚ ਛੇਤੀ ਡਿਕੇ ਹੋਣਾ ਆ, ਤੇ ਜੇ ਉਹ ਅਗੇਂਸਟ ਚਲਾ ਗਿਆ ਤਾਂ ਉਹਨਾਂ ਦੀ ਵੈਲਿਊ ਛੇਤੀ ਘਟਣੀ, ਜਿਹੜੇ ਆਊਟ ਆਫ ਦਾ ਮਨੀ ਹੁੰਦੇ। ਸੋ ਬੈਸਟ ਤਰੀਕਾ ਇਹ ਆ ਕਿ ਟਰਾਈ ਕਰੋ ਐਟ ਦਾ ਮਨੀ ਜਾਂ ਨੀਅਰ ਦਾ ਮਨੀ, ਐਜ਼ ਅ ਬਿਗਨਰ ਜਿੰਨਾ ਐਟ ਦਾ ਮਨੀ ਹੋ ਸਕਦਾ ਉਹਦੇ ਤੇ ਟ੍ਰੇਡ ਕਰੋ। ਸੋ ਆਈ ਥਿੰਕ pretty much guys we are done, ਤੇ ਆਈ ਹੋਪ ਕਾਫੀ ਹੈਲਪਫੁਲ ਰਿਹਾ ਹੋਊਗਾ। ਮੈਂ ਵੀਰੇ ਟੂ ਬੀ ਓਨੈਸਟ ਨਾਈਟ ਬਿਫੋਰ ਮੈਂ ਮੇ ਬੀ ਲੈਵਲਸ ਕਰ ਲੈਂਦਾ ਹੋਊਗਾ, ਬਟ ਯੂਜੂਲੀ ਮੈਂ ਪ੍ਰੀ ਮਾਰਕੀਟ ਦੇ ਵਿੱਚ ਹੀ ਸਾਰਾ ਕੁਝ ਪ੍ਰਿਪੇਅਰ ਕਰਦਾ। ਸੋ ਹੋਰ ਕੋਈ IBKR ਜਾਂ ਕੁਐਸਟ ਕੇ ਵਿੱਚ ਆਉਂਦਾ ਕਿ ਤੁਸੀਂ ਕੋਈ ਆਪਸ਼ਨ ਚੂਜ਼ ਕਰ ਲਓ ਕਿ ਆਪਣੇ ਆਪ ਹੀ ਲੈਵਲ ਮਾਰਕ ਹੋ ਜਾਂਦੇ ਨੇ? ਇਦਾਂ ਹੁੰਦਾ, ਮੈਂ ਕੁਝ ਸੁਣਿਆ ਸੀ। ਨਹੀਂ ਨਹੀਂ ਪ੍ਰੀ ਡੇ ਇੱਦਾਂ ਨਹੀਂ, ਉਹ ਬਸ ਇਹ ਹੁੰਦਾ, ਹਾਂ ਉਹ ਚੀਜ਼ ਹੁੰਦੀ ਆ ਕਿ ਤੁਹਾਡੇ ਜਿਹੜੇ ਪ੍ਰੀਵੀਅਸ ਡੇ ਕਲੋਜ਼ ਓਪਨ ਆ, ਉਹ ਚੀਜ਼ਾਂ ਮਾਰਕ ਉਹਦਾ ਟ੍ਰੇਡਿੰਗ ਵਿਊ ਤੇ ਵੀ ਦਿਖ ਜਾਂਦੇ ਆ ਤੁਹਾਨੂੰ, ਪਰ ਉੱਦਾਂ ਆਟੋਮੈਟਿਕ ਲੈਵਲ ਸਪੋਰਟ ਰੈਜ਼ਿਸਟੈਂਸ ਮਾਰਕ ਹੋ ਜੇ, ਉਹ ਇੱਕ ਹੁੰਦਾ ਆ ਇੰਡੀਕੇਟਰ ਆ, ਤੁਸੀਂ ਲਾ ਦਿੰਦੇ ਆ ਵੀ ਇੱਥੇ ਸਪੋਰਟ ਬਣੀ ਸੀ ਪ੍ਰੀਵੀਅਸ ਡੇ, ਬਟ ਆਈ ਡੋਂਟ ਰਿਕਮੈਂਡ ਦੈਟ। ਜਿਹੜੇ ਮੈਨੂਅਲੀ ਮਾਰਕ ਕਰੋ ਬੈਸਟ ਉਹੀ ਆ। ਓਕੇ ਯਾ ਡੋਂਟ ਡੂ ਦੈਟ। ਇੰਡੀਕੇਟਰਸ ਦੇ ਵਿੱਚ ਜਿਹੜਾ ਆਈ ਵੁਡਨਟ ਸੇ ਕਿ ਤੁਸੀਂ ਰਿਲਾਈ ਕਰੋ, ਜਸਟ ਟਰਾਈ ਟੂ ਸਪੈਂਡ ਮੋਰ ਟਾਈਮ ਔਨ ਚਾਰਟਸ। ਟੈਕਨੀਕਲ ਦਾ ਮਤਲਬ ਇਹ ਚਾਰਟਸ 'ਤੇ ਟਾਈਮ ਸਪੈਂਡ ਕਰੋ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋ, ਕਿਉਂਕਿ ਟ੍ਰੇਡਿੰਗ ਦੇ ਵਿੱਚ ਚਾਰਟਸ ਨਾਲ ਗੱਲਾਂ ਕਰੋਗੇ ਤਾਂ ਚਾਰਟਸ ਤੁਹਾਨੂੰ ਜਿਹੜੇ ਆ ਡੈਫੀਨੇਟਲੀ ਵਾਪਸ ਵਧੀਆ ਜਵਾਬ ਦੇਣਗੇ, ਪਰ ਚਾਰਟਸ ਤੋਂ ਜਿੰਨਾ ਦੂਰ ਭੱਜੋਗੇ ਉਨਾ ਔਖਾ ਹੋ ਜਾਊਗਾ। ਤੇ ਓਕੇ ਗਾਇਸ, ਕਰਦੇ ਆ ਫਿਰ। ਹਾਂਜੀ ਮਨਸਿਮਰਨ ਭਾਈ ਇੱਕ ਕੁਐਸਚਨ ਪੁੱਛ ਸਕਦਾ? ਹਾਂਜੀ ਹਾਂਜੀ, ਗੋ ਹੈਡ ਵੀਰੇ। ਹਾਂਜੀ ਵੀਰੇ, ਮੇਰੇ ਕੋਲ ਨਾ ਜਿਵੇਂ ਕੈਪੀਟਲ ਆ, ਤੇ ਮੈਨੂੰ ਇਹ ਨਹੀਂ ਕਈ ਵਾਰੀ ਪਤਾ ਚੱਲਦਾ ਕਿ ਮੈਂ ਕਿੰਨੀ ਕੈਪੀਟਲ ਯੂਜ਼ ਕਰਾਂ। ਲਾਈਕ ਮੈਂ ਮਾਰਜਨ ਬਿਲਕੁਲ ਨਹੀਂ ਯੂਜ਼ ਕਰਦਾ, ਤੇ ਮੈਨੂੰ ਐਂ ਲੱਗਦਾ ਕਿ ਯਾਰ ਇਹਦੇ 'ਚ ਮੈਂ ਵੱਧ ਕੈਪੀਟਲ ਯੂਜ਼ ਕਰਨੀ ਚਾਹੀਦੀ ਸੀ ਆ ਟ੍ਰੇਡ 'ਚ, ਪਰ ਕਿਤੇ ਨਾ ਕਿਤੇ ਮੈਂ ਪੂਰਾ ਫੁੱਲ ਆਪਣੀ ਕੈਪੀਟਲ ਯੂਟਿਲਾਈਜ਼ ਨਹੀਂ ਕਰਦਾ, ਜਿਹਦੇ ਨਾਲ ਆਪਣੇ ਪ੍ਰੋਫਿਟ ਲਾਈਕ ਬਣਦੇ ਨਹੀਂ ਆ, ਉਹ ਘੱਟ ਬਣਦੇ ਆ। ਜੋ ਕਿ ਮੇਰੇ ਕੋਲ ਆਪਸ਼ਨ ਹੁੰਦੀ ਆ, ਮੈਂ ਜ਼ਿਆਦਾ ਮਾਰਜਨ ਵੀ ਯੂਜ਼ ਕਰ ਸਕਦਾ, ਆਪਣੀ ਫੁੱਲ ਕੈਪੀਟਲ ਦੇ ਨਾਲ ਟ੍ਰੇਡ ਲੈ ਸਕਦਾ। ਇਹਨੂੰ ਕਿੱਦਾਂ ਵਧਾਇਆ ਜਾਏ? ਇਹ ਅਗੇਨ ਵੀਰੇ ਸਾਰਾ ਕੁਝ ਹੈਗਾ ਪਲਾਨ ਦੇ ਅਕੋਰਡਿੰਗ। ਮੰਨ ਲਓ ਮੇਰਾ ਜਿਹੜਾ ਕੋਈ ਟ੍ਰੇਡ ਆ ਜਿਹ 'ਚ ਮੈਂ ਸੋਚਿਆ ਹੋਇਆ ਕਿ ਮੈਂ ਪਲਾਨ ਦੇ ਅਕੋਰਡਿੰਗ ਕਰਨਾ, ਉਹਦੇ ਵਿੱਚ ਤਾਂ ਮੈਂ ਕਰ ਵੀ ਸਕਦਾ। ਮੰਨ ਲਓ ਕੈਪੀਟਲ ਹੁਣ ਮੈਨੂੰ ਪਤਾ ਗਿਆ ਇੰਨਾ ਮੇਰਾ ਸਟਾਪ ਲਾਸ ਆ, ਰਿਸਕ ਕਿੰਨਾ, ਸਿੰਪਲ। ਪਹਿਲਾਂ ਪ੍ਰੋਫਿਟ ਸੋਚਣ ਦੀ ਬਜਾਏ ਇਹ ਸੋਚੋ ਮੇਰਾ ਰਿਸਕ ਕਿੰਨਾ। ਮੰਨ ਲਓ ਕੈਪੀਟਲ ਕਿੰਨੀ, 25,000 30,000, ਓਕੇ 30,000 ਦਾ 1% ਆ, ਤੁਹਾਨੂੰ $300 ਤੁਸੀਂ ਰੈਡੀ ਆ ਲੂਜ਼ ਕਰਨ ਨੂੰ, ਰੈਡੀ ਆ, ਜਸਟ ਗੋ ਫੋਰ ਇਟ। ਉਹਦੇ ਵਿੱਚ ਕੋਈ ਐ ਨਹੀਂ ਹੈਗਾ, ਕੁਐਸਚਨ ਨਹੀਂ ਹੈਗਾ ਮੈਂ ਚਾਹੁੰਦਾ ਹੈ ਟ੍ਰੇਡ ਕਰਨਾ, ਉਹ ਨਹੀਂ ਮੈਟਰ ਕਰਦਾ। ਰਿਸਕ ਕਿੰਨਾ, $300 ਲੈ ਸਕਦੇ ਆ, ਗੋ ਫੋਰ ਇਟ। 60,000 ਦੀ ਕੈਪੀਟਲ ਆ, 1% ਲਾਸ ਆ, $600 ਰਿਸਕ ਲੈ ਸਕਦੇ ਆ, ਗੋ ਫੋਰ ਇਟ। ਟਾਰਗੇਟ ਕਿੰਨਾ, 2:1 ਦਾ $1,200 ਦਾ ਟਾਰਗੇਟ ਆ, ਜਸਟ ਗੋ ਫੋਰ ਇਟ। ਮੰਨ ਲਓ 15,000 ਦੀ ਕੈਪੀਟਲ ਆ, ਰਿਸਕ ਕਿੰਨਾ, 1%, $150। ਸੋ ਮੈਟਰ ਇਹ ਨਹੀਂ ਕਰਦਾ ਕਿ ਵੱਡੀ ਕੈਪੀਟਲ ਮੈਂ ਆਹ ਟ੍ਰੇਡ ਲਈ ਯੂਜ਼ ਕਰ ਸਕਦਾ ਕਿ ਨਹੀਂ, ਮੈਟਰ ਇਹ ਕਰਦਾ ਤੁਸੀਂ ਓਨਾ ਰਿਸਕ ਵਿਲਿੰਗ ਹੈਗੇ ਆ ਲੂਜ਼ ਕਰਨ ਨੂੰ, ਹੈਗੇ ਆ ਜਿੰਨਾ ਚਾਹੁੰਦੇ ਆ ਕਰ ਲਓ। ਮਾਰਜਿਨ ਮੰਨ ਲਓ ਹੁਣ ਤੁਸੀਂ ਕਹਿੰਦੇ ਕਿਉਂਕਿ ਲੈਟਸ ਸੇ ਤੁਹਾਡਾ ਅਕਾਊਂਟ ਹੈਗਾ 10,000 ਦਾ, ਤੁਸੀਂ ਕਹਿੰਦੇ ਮੈਂ ਇੱਥੇ ਫੁੱਲ ਪੋਜੀਸ਼ਨ ਮਾਰਜਿਨ ਲੈ ਕੇ 100% ਜਿੰਨੀ ਮੈਨੂੰ ਲੈਵਰੇਜ ਮਿਲਦੀ ਆ, ਯੂਜੂਲੀ 3x ਮਿਲਦੀ ਆ, ਓਕੇ। 10,000 ਦੀ 3x ਲਗਭਗ ਤੁਹਾਨੂੰ ਜੇ ਕੁਐਸਟ ਟ੍ਰੇਡ ਕਰ ਰਹੇ ਆ ਯੂਜ਼, ਤੁਹਾਨੂੰ ਲਗਭਗ 33,000 ਤੱਕ ਦੀ ਮਾਰਜਿਨ ਮਿਲ ਜੂਗਾ, ਜਿਹੜੇ ਸਟੇਬਲ ਸਟਾਕਸ ਐਪਲ ਵਰਗੇ। ਹੁਣ ਜੇ ਮੰਨ ਲਓ ਲੈਟਸ ਸੇ ਤੁਹਾਡਾ ਅਕਾਊਂਟ 10,000 ਦਾ, ਉਹਦੇ ਵਿੱਚ ਤੁਹਾਨੂੰ 33,000 ਦੀ ਪੋਜੀਸ਼ਨ ਉਹ ਦੇ ਰਹੇ, ਤੁਸੀਂ ਐਪਲ ਦੇ ਵਿੱਚ ਮੰਨ ਲਓ ਲੈ ਲਿਆ ਟ੍ਰੇਡ, 1% ਦਾ ਸਟਾਪ ਲਾਸ ਰੱਖਿਆ, ਤੁਸੀਂ ਉਹਦੇ ਵਿੱਚ $350 ਲਗਭਗ $330 ਲਾਸ ਕਰਨਾ, ਪਰ ਉਹ ਤੁਹਾਡੇ ਅਕਾਊਂਟ ਸਾਈਜ਼ ਦੇ ਅਕੋਰਡਿੰਗ ਹੈਗਾ 3%, ਰਾਈਟ, ਕਿਉਂਕਿ ਤੁਸੀਂ ਮਾਰਜਿਨ ਯੂਜ਼ ਕੀਤਾ। ਹੁਣ ਉਹਨੂੰ ਰਿਕਵਰ ਕਰਨ ਨੂੰ ਤੁਹਾਨੂੰ ਓਬਵੀਅਸਲੀ ਅਗਲੀ ਵਾਰੀ ਤੁਹਾਨੂੰ ਮਾਰਜਿਨ ਘੱਟ ਮਿਲਣਾ। ਸੋ ਜਦੋਂ ਆਪਾਂ ਇਹ ਸੋਚ ਲੈਂਦੇ ਹਾਂ ਨਾ ਕਿ
ਅਸੀਂ ਸਿਰਫ ਪ੍ਰੋਫਿਟ ਦੇ ਬੇਸ ਤੇ ਮਾਰਜਨ ਯੂਜ਼ ਕਰੀਏ, ਅਕਾਊਂਟ ਉਦੋਂ ਬਲੋ ਜ਼ਿਆਦਾ ਛੇਤੀ ਹੁੰਦਾ, ਉਦੋਂ ਜ਼ਿਆਦਾ ਲਾਸ ਹੁੰਦੇ ਆ। ਸੋ ਹਮੇਸ਼ਾ ਇਹ ਸਾਰਾ ਅਗੇਨ ਕਾਹਦੀ ਗੇਮ ਆਉਂਦੀ, ਸਾਰੀ ਪਲੈਨਿੰਗ ਦੀ। ਪਲਾਨ ਦੇ ਅਕੋਰਡਿੰਗ ਹੈਗਾ ਟ੍ਰੇਡ, ਚਾਹੇ ਯੂਜ਼ ਕਰ ਲਓ ਮਾਰਜਨ 100% ਵੀ ਯੂਜ਼ ਕਰ ਲਓ, ਐਂਡ ਮੈਂ ਵੀ ਕੀਤੇ ਹੋਏ ਆ। ਪਰ ਮੇਨ ਕੁਐਸਚਨ ਆਉਂਦਾ, ਆਰ ਯੂ ਵਿਲਿੰਗ ਟੂ ਲੂਜ਼ ਦੈਟ ਮਚ? ਜੇ ਹੈਗੇ ਆ ਜਸਟ ਗੋ ਫੋਰ ਇਟ। ਫਿਰ ਉਹਦੇ ਵਿੱਚ ਨਾ ਅਗੇਨ ਪਲਾਨ ਜੋ ਕੀਤਾ ਹੋਇਆ ਉਹਨੂੰ ਐਗਜ਼ੀਕਿਊਟ ਕਰਨ ਦੇ ਵਿੱਚ ਨਾ ਕਨਫਿਊਜ਼ ਹੋਵੋ ਵੀ ਮੈਂ ਕਰਾਂ ਜਾਂ ਨਹੀਂ ਕਰਾਂ, ਕਿਉਂਕਿ ਜੇ ਤੁਸੀਂ ਪਲਾਨ ਕੀਤਾ ਕੁਝ ਸੋਚ ਕੇ ਕੀਤਾ ਨਾ। ਸੋ ਇਹੀ ਆ, ਐਗਜ਼ੀਕਿਊਸ਼ਨ ਤੇ ਪਲੈਨਿੰਗ ਦੀ ਗੇਮ ਆ ਸਾਰੀ ਇਹ। ਓਕੇ ਵੀਰੇ, ਆਈ ਥਿੰਕ ਹੋਰ ਕਿਸੇ ਨੂੰ ਕੋਈ ਕੁਐਸਚਨ ਹੈਗਾ ਜਾਣ ਤੋਂ ਪਹਿਲਾਂ? Alright guys, so thank you so much ਤੇ ਭਾਈ ਥੈਂਕ ਯੂ ਸੋ ਮਚ ਔਨ ਬਿਹਾਫ ਆਫ एवरीवन, ਬਹੁਤ ਹਾਂਜੀ ਤੁਹਾਡਾ ਥੈਂਕਸ ਅ ਲੋਟ ਭਾਈ, ਧੰਨਵਾਦ। ਥੈਂਕਸ I ਟੂ ਯੂ। really appreciate, ਹਾਂਜੀ thank you so much। ਥੈਂਕ ਯੂ एवरीवन ਤੇ ਥੈਂਕਸ ਟੂ ਯੂ ਐਸ। ਹਾਂਜੀ ਥੈਂਕ ਯੂ ਭਾਈ, ਥੈਂਕ ਯੂ। ਤੇ ਆਪਦੇ ਫੀਡਬੈਕ ਜ਼ਰੂਰ ਦਿਓ ਡਿਸਕੌਰਡ ਦੇ ਵਿੱਚ, ਜੇ ਵਧੀਆ ਲੱਗਿਆ ਹੋਪਫੁਲੀ ਸਾਰਿਆਂ ਨੇ ਸਿੱਖਿਆ ਹੋਊਗਾ ਕੁਛ ਨਾ ਕੁਛ। ਤੇ ਆਪਾਂ ਹੋਰ ਵੀ ਜ਼ੂਮ ਸੈਸ਼ਨ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਆਲ ਡਿਸਾਈਡ ਕਿ ਕਿਹੜੇ ਟੌਪਿਕਸ ਆਪਾਂ ਨੂੰ ਚਾਹੀਦੇ ਆ, ਆਪਾਂ ਉਹਨੂੰ ਕਵਰ ਅਪ ਕਰਾਂਗੇ। ਸੋ ਧਿਆਨ ਰੱਖਿਓ ਸਾਰਿਆਂ ਨੇ, ਇੰਜੋਏ ਯੋਰ ਵੀਕਐਂਡ, ਟੇਕ ਕੇਅਰ ਤੇ ਸਟੇ ਹੈਲਦੀ, ਬਾਏ।